ਅੰਗ 21ਵਾਂ। ਦਲੀਪ ਧਰਮਸ਼ਾਲਾ ਵਿੱਚੋਂ ਚਰਨ ਨੂੰ ਬੁਲਾ ਕੇ ਲੈ ਗਿਆ ਤਾਂ ਰਾਹ 'ਚ ਉਹਨੇ ਚਰਨ ਨਾਲ ਕੋਈ ਗੱਲ ਨਾ ਕੀਤੀ। ਚਰਨ ਨੇ ਕੇਰਾਂ ਹੀ ਪੁੱਛਿਆ ਸੀ, ਕਿਵੇਂ ਆ ਸੌਖਾ? ਘਰ ਕਰਦੇ ਆਂ ਗੱਲ, ਆ ਜਾ। ਰਾਜ ਕਰਨ ਵਾਲੀ ਨਹੀਂ। ਦਲੀਪ ਨੇ ਆਖ ਚਰਨ ਨੂੰ ਹੋਰ ਸ਼ਸ਼ੂ ਪੰਚ ਪਾ ਦਿੱਤਾ ਸੀ। ਗੱਲ ਕੀ ਸੀ ਸੁਣਨ ਲਈ ਕੰਨ ਉਤਾਵਲੇ ਹੋ ਰਹੇ ਸਨ। ਇਹ ਉਤਾਵਲਾਪਨ ਹੀ ਸੀ ਕਿ ਉਹ ਚੱਕਵੇਂ ਪੈਰੀ ਹੋ ਗਿਆ। ਉਹ ਘਰੇ ਆਏ ਤਾਂ ਚਰਨ ਦੇ ਕਮਰੇ 'ਚ ਵੜ ਦਲੀਪ ਨੇ ਕਰਤਾਰੇ ਨੂੰ ਵੀ ਸੱਦ ਲਿਆ। ਜਸਬੀਰ ਉੱਠ ਕੇ ਸੰਤੋ ਕੋਲ ਦੂਜੇ ਕਮਰੇ 'ਚ ਜਾ ਬੈਠੀ। ਕੰਮ ਤਾਂ ਬਹੁਤ ਮਾੜਾ ਹੋਇਆ, ਮੈਂ ਹੁਣੇ ਸੁਣ ਕੇ ਆਇਆ ਪਿੰਡ 'ਚੋਂ। ਮੈਂ ਵਾਰੀ ਲਾ ਕੇ ਆਉਂਦਾ ਸੀ, ਰਾਹ 'ਚ ਦੱਸਿਆ ਕਿਸੇ ਨੇ। ਤੁਹਾਨੂੰ ਪਤਾ ਨਹੀਂ ਹੋਣਾ, ਜਿਹੜੇ ਅਵੇਸਲੇ ਹੋਏ ਪਏ ਆ। ਦਲੀਪ ਨੇ ਮੂੰਹ ਖੋਲ੍ਹਿਆ ਤਾਂ ਕਰਤਾਰੇ ਦਾ ਮੱਥਾ ਠਣਕਿਆ। ਗੱਲ ਕੋਈ ਐਵੇਂ ਝੈਵੇਂ ਨਹੀਂ ਸੀ ਜਿਹੜੀ ਦਲੀਪ ਨੇ ਦੱਸਣੀ ਸੀ। ਉਹ ਸੁਣਨ ਲਈ ਸਹਿਨਸ਼ੀਲਤਾ ਬਣਾ ਰਿਹਾ ਸੀ। ਚਰਨ ਦਾ ਵੀ ਉਹਦੇ ਵਾਲਾ ਹਾਲ ਹੀ ਸੀ। ਸਾਨੂੰ ਤਾਂ ਕਿਸੇ ਗੱਲ ਦਾ ਵੀ ਨਹੀਂ ਪਤਾ ਬਾਈ। ਗੱਲ ਹੈ ਕੀ? ਚਰਨ ਨੇ ਪੁੱਛਿਆ। ਲਾਲ ਮਾਰਤਾ ਕਿਸੇ ਨੇ ਸ਼ਹਿਰੋਂ ਆਉਂਦਾ, ਗੋਲੀ ਮਾਰੀ ਆ ਗੱਤੇ ਵਾਲੇ ਕਾਰਖਾਨੇ ਦੇ ਉਰਲੇ ਪਾਸੇ ਆਪਣੇ ਪਿੰਡ ਵੱਲ ਨੂੰ। ਮਹਿਰਮੀਆਂ ਦਾ ਟਰੈਕਟਰ ਲੈ ਕੇ ਹੁਣੇ ਗਿਆ ਸੋਹਣ, ਅਜੇ ਤੁਰੇ ਨਹੀਂ ਹੋਣੇ, ਦਲੀਪ ਨੇ ਦੱਸਿਆ। ਕਰਤਾਰੇ ਦੀਆਂ ਸੁਣ ਖਾਨਿਓਂ ਗਈ। ਮਹਿਰਮੀਆਂ ਦੇ ਮੁੰਡੇ ਨੂੰ ਸਾਡੇ ਕੋਲੋਂ ਉਹਨਾਂ ਦਾ ਬੁੜਾ ਹਾਕ ਤਾਂ ਮਾਰ ਕੇ ਲੈ ਕੇ ਗਿਆ। ਸਾਨੂੰ ਨਹੀਂ ਦੱਸਿਆ ਉਹਨੇ ਕੁਝ, ਪਰ ਮੇਰੇ ਦਿਮਾਗ 'ਚ ਹੁਣ ਆਉਂਦੀ ਹੈ। ਤੂੰ ਆਪਣੇ ਦਿਮਾਗ ਵਾਲੀ ਗੱਲ ਫੇਰ ਦੱਸੀ, ਪਹਿਲਾਂ ਇਹ ਦੱਸ ਕਿਤੇ ਤੁਸੀਂ ਤਾਂ ਨਹੀਂ? ਦਲੀਪ ਆਪਣਾ ਖਦਸ਼ਾ ਜ਼ਾਹਰ ਕਰ ਗਿਆ। ਮਨ 'ਚ ਸੋਚ ਨੇ ਸਿਰ ਚੱਕਿਆ। ਮਨਾ ਕੀ ਪਤਾ, ਲੱਗਦਾ ਬਦੀ ਉੱਠਦੀ ਦਾ। ਫਿਰ ਅਸੀਂ ਅਵੇਸਲੇ ਜ਼ਰੂਰ ਹੋਣਾ ਸੀ ਪਾਗਲਾ। ਉਦੋਂ ਮੈਂ ਫੈਕਟਰੀ ਦੇ ਚੌਕੀਦਾਰ ਕੋਲ ਖੜਾ ਸੀ ਜਦ ਗੋਲੀ ਚੱਲੀ ਆ। ਮੇਰੇ ਦਿਮਾਗ 'ਚ ਜਿਹੜਾ ਖਿਆਲ ਖੁਰਦਲੂ ਪਾ ਰਿਹਾ ਹੈ ਉਹ ਇਹ ਆ ਕਿ ਬਾਪੂ ਦੇ ਵੀ ਕੱਪੜੇ ਸਫੈਦ ਸੀ ਤੇ ਮੇਰੇ ਵੀ। ਸੁਣ, ਮੈਨੂੰ ਮਾਰਨ ਨੂੰ ਥੜੇ ਬੈਠਾ ਹੋ। ਇਹ ਤਾਂ ਉਹ ਸ਼ਰਾਬ ਦੇ ਨਸ਼ੇ 'ਚ ਭੁਲੇਖਾ ਖਾ ਗਿਆ, ਲੋਹੇ ਤੇ ਲੀਕ ਆਏ। ਇਹ ਗੱਲ ਚਰਨ ਨੇ ਦੱਸਿਆ। ਜਮਾਂ ਹੀ ਐਂ ਹੋਈ ਹੋਊ। ਇਹ ਤਾਂ ਉਹਨੂੰ ਮਗਰੋਂ ਪਤਾ ਲੱਗਾ ਹੋਊ। ਇਹ ਕੀ ਕਰ ਬੈਠਾ? ਹੁਣ ਇੱਕ ਕੰਮ ਕਰੂ, ਉਹ ਸਾਨੂੰ ਦੋਹਾਂ ਨੂੰ ਫਸਾਊ। ਲਾਲ ਦੇ ਕਤਲ 'ਚ ਵੇਖ ਲਿਆ ਜੇ ਤੁਸੀਂ। ਕਰਤਾਰੇ ਨੇ ਆਪਣੇ ਮਨ 'ਚ ਪਨਪਿਆ ਡਰ ਦੱਸਿਆ। ਤਾਏ ਦੀ ਸਹੀ ਗੱਲ ਆ ਦਲੀਪ ਸਿੰਘਾ ਬਾਈ, ਅਸੀਂ ਸਮਝ ਕਤਲ ਕੇਸ 'ਚ ਫਸ ਗਏ। ਚਰਨ ਨੇ ਵੀ ਕਰਤਾਰੇ ਦੀ ਗੱਲ ਦੀ ਪੁਸ਼ਟੀ ਕਰਤੀ। ਇਹੋ ਗੱਲ ਮੇਰੇ ਚਿੱਤ 'ਚ ਆਉਂਦੀ ਹੈ। ਇਹ ਮੌਕਾ ਸੋਹਣ ਨੇ ਹੁਣ ਹੱਥੋਂ ਨਹੀਂ ਜਾਣ ਦੇਣਾ। ਆਪਾਂ ਸੋਚੀਏ ਪਹਿਲਾਂ ਹੀ ਕੁਛ। ਦਲੀਪ ਬੋਲਿਆ। ਆਪਣੇ ਕੋਲ ਹੁਣ ਇਸ ਗੱਲ ਦਾ ਕੋਈ ਹੱਲ ਨਹੀਂ। ਹਾਂ, ਟਾਲਾ ਕੀਤਾ ਜਾ ਸਕਦਾ ਵੀ ਆਸੇ ਪਾਸੇ ਹੋ। ਕਰਤਾਰਾ ਅੱਗੇ ਕੁਝ ਕਹਿੰਦਾ, ਉਹਨਾਂ ਨੂੰ ਐਂ ਲੱਗਾ ਜਿਵੇਂ ਛੱਤ 'ਤੇ ਕੁਝ ਡਿੱਗਿਆ ਹੋਵੇ। ਧੜਕ ਦੇਣੀ ਹੋਈ ਸੀ। ਤਿੰਨੇ ਇੱਕ ਦੂਜੇ ਦੇ ਮੂੰਹ ਵੱਲ ਝਾਕੇ। ਚਰਨ ਛੇਤੀ ਦੇਣੇ ਉੱਠ ਬਾਹਰ ਵਿਹੜੇ 'ਚ ਛੱਤ ਵੱਲ ਝਾਕਿਆ, ਪਰ ਹਨੇਰੇ 'ਚ ਉਹਨੂੰ ਕੁਛ ਨਾ ਦਿਸਿਆ। ਚਰਨ ਛੱਤ 'ਤੇ ਚੜ੍ਹਨ ਲੱਗਾ ਤਾਂ ਕਰਤਾਰੇ ਨੇ ਆਖਿਆ, ਰਹਿਣ ਦੇ ਕੋਈ ਬਿੱਲੀ ਬਲੂੰਗੜਾ ਹੋਊ। ਪਰ ਚਰਨ ਨਹੀਂ ਰੁਕਿਆ, ਉਹ ਛੱਤ 'ਤੇ ਚੜ੍ਹ ਗਿਆ। ਉਹਨੂੰ 2 ਨਾਲੀ ਬੰਦੂਕ ਪਈ ਸਾਫ਼ ਦਿਸੀ। ਚਰਨ ਬੰਦੂਕ ਚੱਕ ਥੱਲੇ ਉਤਰ ਗਿਆ। ਆਹ ਸਿੱਟ ਕੇ ਗਿਆ ਕੋਈ, ਸਮਝੋ ਆਪਾਂ ਨੂੰ ਫਸਾਉਣ ਦੀ ਪੂਰੀ ਤਿਆਰੀ ਕਰੀ ਫਿਰਦੇ ਆ। ਇਹ ਉਹੀ ਬੰਦੂਕ ਹੋਊ ਜਿਹਦੇ ਨਾਲ ਕਤਲ ਹੋਇਆ। ਪਿੰਡ ਦੇ ਸਾਹਮਣੇ ਬਰਾਮਦ ਕਰਾਉਣ ਦੀ ਸੋਚੀ ਬੈਠੇ ਹੋਣਗੇ। ਹੁਣ ਬੰਦੂਕ ਖਪਾਈਏ ਆਪਾਂ ਕਿਤੇ। ਚਰਨ ਨੇ ਆਖਿਆ ਤਾਂ ਦਲੀਪ ਨੇ ਬੰਦੂਕ ਉਹਦੇ ਹੱਥੋਂ ਫੜ ਲਈ। ਇਹ ਮੈਂ ਖਪਾ ਦੂੰ ਕਿਸੇ ਪਾਸੇ, ਟਾਲਾ ਕਰਨਾ ਤਾਂ ਤੁਸੀਂ ਵੇਖ ਲਓ। ਦਲੀਪ ਬਾਈ ਟਲਿਆ ਕਿੰਨਾ ਕੁ ਚਿਰ ਜਾਊ, ਤੂੰ ਹੁਣ ਐਵੇਂ ਨੀਂਦਰਾਂ ਨਾ ਝੱਲ ਜਾ, ਤੂੰ ਲੈ ਜਾ ਇਹਨੂੰ ਵੀ। ਚਰਨ ਨੇ ਆਖਿਆ ਤਾਂ ਦਲੀਪ ਬੰਦੂਕ ਲੈ ਤੁਰ ਗਿਆ। ਚਰਨ ਬਾਹਰਲਾ ਆਇਆ। ਜਸਬੀਰ ਤੇ ਸੰਤੋ ਕੰਨ ਵੜਿੱਕੇ ਜੇ ਲੈ ਰਹੀਆਂ ਸਨ। ਉਹਨਾਂ ਦੇ ਪੱਲੇ ਕੁਛ ਨਹੀਂ ਪੈ ਰਿਹਾ ਸੀ। ਦਲੀਪ ਨੂੰ ਗਿਆ ਵੇਖ ਉਹ ਵੀ ਉੱਠ ਕੇ ਆ ਗਈਆਂ। ਕਰਤਾਰੇ ਨੇ ਉਹਨਾਂ ਨੂੰ ਵੀ ਸਾਰੀ ਕਹਾਣੀ ਦੱਸਦੀ। ਉਹਨਾਂ ਦੇ ਚਿਹਰਿਆਂ 'ਤੇ ਵੀ ਪਲੱਤਣਾ ਫਿਰਦੀਆਂ ਗਈਆਂ। ਹੁਣ? ਸੰਤੋ ਜਿਵੇਂ ਖੂਹ 'ਚੋਂ ਬੋਲੀ। ਹੁਣ ਕੀ ਹੋਣਾ? ਕਤਲ ਪੈ ਜੂ, ਦਿਸੀ ਜਾਂਦਾ। ਜਿਉਂ ਕੰਜਰ ਗੱਭਰੂ ਹੋਇਆ ਸੀ, ਇੱਕ ਦਿਨ ਵੀ ਕੰਮ ਦਾ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਸੀ। ਉਹਦੇ ਵੈਲਪੁਣੇ ਨੇ ਗੱਲ ਕਿੱਥੇ ਦੀ ਕਿੱਥੇ ਲਿਆ ਮਾਰੀ। ਐਂ ਹੋਣੀ ਸੀ ਉਹਦੇ ਨਾਲ। ਕਰਤਾਰਾ ਅੱਖਾਂ ਭਰ ਆਇਆ। ਖੂਨ ਦੇ ਰਿਸ਼ਤੇ ਨੇ ਸਿਰ ਚੱਕ ਲਿਆ। ਲਾਲ ਨਾਲ ਨਿੱਕੀਆਂ ਹੁੰਦਿਆਂ ਦੀਆਂ ਜੁੜੀਆਂ ਯਾਦਾਂ ਅੱਖਾਂ ਮੂਹਰੇ ਗੇੜੇ ਕੱਢਣ ਲੱਗ ਪਈਆਂ। ਉਹ ਕਿੰਨਾ ਚਿਰ ਬੈਠੇ ਗੱਲਾਂ ਕਰਦੇ ਰਹੇ। ਉਹਨਾਂ ਨੂੰ ਗੱਲਾਂ ਕਰਦਿਆਂ ਹੀ ਦਿਨ ਚੜ੍ਹ ਗਿਆ। ਚਰਨ ਨੇ ਪਸ਼ੂਆਂ ਨੂੰ ਪੱਠੇ ਪਾ ਕੇ ਟੋਕਰਾ ਰੱਖਿਆ ਹੀ ਸੀ ਜਦੋਂ ਬਾਹਰਲਾ ਰਾਹ ਵਾਲਾ ਬਾਰ ਖੜਕਿਆ ਸੀ। ਚਰਨ ਬਾਰ ਵੱਲ ਔਲਦਾ, ਪਰ ਕਰਤਾਰੇ ਨੇ ਮੈਂ ਵੇਨਾ ਆਖ ਬਾਹਰ ਜਾ ਖੋਲ੍ਹਿਆ ਤਾਂ ਦਲੀਪ ਸਾਹਮਣੇ ਖੜਾ ਸੀ। ਅਸੀਂ ਤਾਂ ਆਖਿਆ ਕਿਤੇ ਪੁਲਿਸ ਆ ਗਈ। ਕਰਤਾਰੇ ਨੇ ਆਖ ਹੌਕਾ ਜਿਹਾ ਲਿਆ ਸੀ। ਚਰਨ ਵੀ ਆਪਣਾ ਚਾਹ ਦਾ ਗਲਾਸ ਕੰਧੋਲੀ ਤੋਂ ਚੱਕ ਕੋਲ ਆ ਗਿਆ। ਪੁਲਿਸ ਤਾਂ ਹੁਣ ਆਊਗੀ, ਤੁਹਾਡਾ ਦੋਹਾਂ ਦਾ ਨਾਮ ਪਰਚੇ 'ਚ ਲਿਖਵਾਇਆ। ਦੱਸਣ ਵਾਲੇ ਨੇ ਤਾਂ ਇਉਂ ਹੀ ਦੱਸਿਆ। ਮੈਂ ਤਾਂ ਕਹਿੰਦਾ ਤੁਸੀਂ ਕੇਰਾਂ ਟਾਲਾ ਵੱਟ ਲਓ। ਪੁਲਿਸ ਦੀ ਚੜ੍ਹਾਈ ਭੈੜੀ ਹੁੰਦੀ ਹੈ।
ਨਾਵਾਂ ਤਾਂ ਝੋਕਿਆ ਹੀ ਹੋਊ ਸੋਹਣ ਨੇ। ਦਲੀਪ ਬੋਲਿਆ। ਉਹ ਕਾਕਾ ਦਲੀਪ ਸਿਆਂ, ਟਲ ਕੇ ਤਾਂ ਹੁਣੇ ਮਸਲਾ ਹੱਲ ਹੋਣਾ ਨਹੀਂ। ਜੋ ਹੋਊ ਵੇਖੀ ਜਾਊ। ਤੂੰ ਐਂ ਕਰ, ਭਾਵੇਂ ਆਪ ਜਾ ਜਾਂ ਕਿਸੇ ਨੂੰ ਭੇਜ, ਸੁਖਦੇਵ ਨੂੰ ਲੈ ਕੇ ਆ ਮਚਾਕੀ ਤੋਂ, ਉਹਨੂੰ ਸਾਰੀ ਸਥਿਤੀ ਦੱਸ ਦੇ। ਕਰਤਾਰੇ ਨੇ ਆਖਿਆ। ਜੇ ਆਪਾਂ ਗ੍ਰਿਫਤਾਰ ਹੋ ਗਏ, ਪੈਸੇ ਧੇਲੇ ਦਾ ਇੰਤਜ਼ਾਮ। ਚਰਨ ਨੇ ਅੱਗੇ ਆਉਣ ਵਾਲੀ ਸਮੱਸਿਆ ਦੱਸੀ। ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ, ਮੈਂ ਹੈਗਾ ਨਾ। ਕੇਰਾਂ ਕੰਮ ਮੈਂ ਸੰਭਾਲੂ, ਫੇਰ ਦੀ ਫੇਰ ਵੇਖੀ ਜਾਊ। ਸੁਖਦੇਵ ਵੱਲ ਮੈਂ ਬੰਦਾ ਘੱਲ ਦਿੰਦਾ। ਇਹ ਗੱਲ ਤਾਂ ਛੱਡੋ, ਇੱਕ ਗੱਲ ਹੋਰ ਆ। ਲਾਸ਼ ਤਾਂ ਆਊ ਕਿਤੇ ਆਥਣੇ ਜਾ ਕੇ, ਪੋਸਟਮਾਰਟਮ ਹੋ ਕੇ। ਜੇ ਉਦੋਂ ਪਹਿਲਾਂ ਤੁਹਾਨੂੰ ਪੁਲਿਸ ਨਹੀਂ ਲੈ ਕੇ ਜਾਂਦੀ, ਸੰਸਕਾਰ 'ਤੇ ਜਾਣ ਦੀ ਕਿਵੇਂ ਕਰੋਗੇ? ਦਲੀਪ ਨੇ ਆਖਿਆ। ਕੋਈ ਸਮਝ ਨਹੀਂ ਆਉਂਦੀ ਕਿਵੇਂ ਕਰਨੀ ਚਾਹੀਦੀ ਹੈ। ਤੇਰਾ ਦਿਲ ਕੀ ਕਹਿੰਦਾ? ਕਰਤਾਰੇ ਨੇ ਪੁੱਛਿਆ। ਜਸਬੀਰ ਉਹਨਾਂ ਨੂੰ ਚਾਹ ਫੜਾ ਤੁਰ ਗਈ। ਸੰਸਕਾਰ ਤੱਕ ਸਾਨੂੰ ਕਿਹਨੇ ਰਹਿਣ ਦੇਣਾ ਹੈ ਬਾਈ? ਪੁਲਿਸ ਤਾਂ ਆਈ ਲੈ। ਤੂੰ ਜਾ ਘਰ ਨੂੰ, ਤੇਰਾ ਇੱਥੇ ਠਹਿਰਨਾ ਠੀਕ ਨਹੀਂ। ਚਰਨ ਨੇ ਆਖਿਆ ਤਾਂ ਦਲੀਪ ਸਿਰ ਹਿਲਾਉਂਦਾ ਤੁਰਦਾ ਤੁਰਦਾ ਇੰਨਾ ਪੁੱਛ ਗਿਆ। ਵਕੀਲ ਕਿਹੜਾ ਕਰੀਏ? ਮੇਰਾ ਖਿਆਲ ਤਾਂ ਇੰਦਰਜੀਤ ਸੇਖੋਂ ਆਪਣੇ ਮਸ਼ਹੂਰ ਆ। ਪੈਸੇ ਤਾਂ ਵਜਾ ਕੇ ਲੈਂਦਾ, ਪਰ ਕੇਸ ਜਿੱਤ ਵੱਲ ਮੋੜਨਾ ਉਹਦੇ ਖੱਬੇ ਹੱਥ ਦਾ ਕੰਮ ਆ। ਦਲੀਪ ਨੇ ਆਖਿਆ ਤਾਂ ਚਰਨ ਜਿਵੇਂ ਮਰਜ਼ੀ ਕਰ ਲਈ। ਆਖ ਪਸ਼ੂਆਂ ਵੱਲ ਫੇਰ ਮੋੜਾ ਖਾ ਗਿਆ। ਦਲੀਪ ਫੇਰ ਨਹੀਂ ਖੜਾ। ਜਸਬੀਰ ਤੇ ਸੰਤੂ ਤਾਂ ਐਂ ਲੱਗ ਰਹੀਆਂ ਸਨ ਜਿਵੇਂ ਵਰ੍ਹਿਆਂ ਤੋਂ ਬਿਮਾਰ ਹੋਣ, ਚਿਹਰੇ ਪੀਲੇ ਪੈ ਗਏ। ਪੁਲਿਸ ਆਈ, ਆਉਂਦਿਆਂ ਹੀ ਸਾਰਾ ਘਰ ਛਾਣ ਮਾਰਿਆ। ਗੁਰਦੌਰ ਸਿੰਘ ਦੇ ਇਸ਼ਾਰੇ ਤੇ 2 ਸਿਪਾਹੀ ਛੱਤ ਤੇ ਚੜ੍ਹੇ, ਪਰ ਉਹਨਾਂ ਨੂੰ ਖਾਲੀ ਹੱਥ ਉਤਰਦਿਆਂ ਵੇਖ ਗੁਰਦੌਰ ਸਿੰਘ ਹੈਰਾਨ ਰਹਿ ਗਿਆ। ਸੋਹਣ ਨੇ ਤਾਂ ਆਖਿਆ ਸੀ ਬੰਦੂਕ ਛੱਤ ਤੋਂ ਮਿਲ ਜੂ, ਪਰ ਛੱਤ ਤੋਂ ਖਾਲੀ ਕਾਰਤੂਸ ਤੱਕ ਨਹੀਂ ਮਿਲਿਆ। ਪਿੰਡ ਦੇ ਕਾਫੀ ਲੋਕਾਂ ਦਾ ਇਕੱਠ ਵੱਜ ਗਿਆ ਸੀ। ਚਰਨ ਤੇ ਕਰਤਾਰੇ ਨੂੰ ਹੱਥਕੜੀਆਂ 'ਚ ਜਕੜ ਪੁਲਿਸ ਸੋਹਣੀ ਪੈਰੀ ਮੁੜ ਗਈ ਸੀ। ਥਾਣੇਦਾਰ ਨੇ ਸੋਹਣ ਨੂੰ ਆਖ ਹਾਕੂ ਨੂੰ ਥਾਣੇ 'ਚ ਹੀ ਮੰਗਵਾ ਲਿਆ। ਆਪਣੇ ਕੁਆਟਰ 'ਚ ਲਿਜਾ ਪੈਂਦੀ ਸੱਟੇ ਪਹਿਲੇ 2-4 ਕੰਨ ਤੇ ਮਾਰੀਆਂ। ਸੋਹਣ ਵੀ ਹਾਕੂ ਨੂੰ ਭੱਜ ਭੱਜ ਪੈ ਰਿਹਾ ਸੀ। ਮੈਨੂੰ ਢਾਂਡੀ ਦੀ ਮਾਰ ਵੱਜੇ ਜੇ ਝੂਠ ਮਾਰਾਂ ਤਾਂ। ਮੈਂ ਬੰਦੂਕ ਕੋਠੇ ਤੇ ਸਿੱਟੀ ਸੀ। ਹੱਡ ਖਾਵਾਂ ਜੇ ਝੂਠ ਮਾਰਾਂ। ਹਾਕੂ ਹੱਥ ਬੰਨ੍ਹ ਰਿਹਾ ਸੀ, ਸੌਂਹਾਂ ਖਾ ਰਿਹਾ ਸੀ। ਸਾਲਿਆ ਉੱਥੋਂ ਉੱਡ ਗਈ ਫੇਰ। ਜੇ ਛੱਤ ਤੇ ਸਿੱਟੀ ਸੀ ਤਾਂ ਗਈ ਕਿੱਧਰ? ਵਹਿੰਦਾ ਤਾਂ ਨਹੀਂ ਸੀ ਕੋਈ ਤੈਨੂੰ? ਨਹੀਂ, ਕੋਈ ਨਹੀਂ ਵਹਿੰਦਾ ਸੀ। ਮੈਂ ਆਸੇ ਪਾਸੇ ਧਿਆਨ ਮਾਰ ਕੇ ਹੀ ਚਲਾ ਕੇ ਮਾਰੀ ਸੀ। ਵਹਿੰਦਾ ਤਾਂ ਕੋਈ ਨਹੀਂ ਸੀ, ਹਾਕੂ ਆਖ ਰਿਹਾ ਸੀ। ਸੋਹਣ ਸਿਆ ਬੰਦੂਕ ਤਾਂ ਫਿਰ ਤੇਰੇ ਯਾਰਾਂ ਦੇ ਹੱਥ ਆ ਹੀ ਗਈ ਮੇਰੇ ਖਿਆਲ 'ਚ। ਜਦ ਇਹਨੇ ਛੱਤ ਤੇ ਸੁੱਟੀ ਹੋਊ ਤਾਂ ਖੜਕਾ ਜ਼ਰੂਰ ਹੋਇਆ ਹੋਊ। ਗੁਰਦੌਰ ਸਿੰਘ ਨੂੰ ਅਸਲੀਅਤ ਤੱਕ ਪਹੁੰਚਣ ਤੇ ਚਿਰ ਨਹੀਂ ਲੱਗਾ। ਉਹ ਸਮਝ ਗਿਆ ਕਿ ਜੇ ਬੰਦੂਕ ਹਾਕੂ ਨੇ ਸੁੱਟ ਦਿੱਤੀ ਸੀ ਤਾਂ ਉੱਡ ਤਾਂ ਨਹੀਂ ਗਈ। ਫਿਰ ਹੁਣ ਸੋਹਣ ਆਵਾਜ਼ਾਰੀ ਜੀ ਮਹਿਸੂਸ ਕਰਦਾ ਉਬਾਸੀ ਲੈ ਗਿਆ। ਉਹਨੂੰ ਸ਼ਰਾਬ ਦੀ ਤੋੜ ਲੱਗ ਰਹੀ ਸੀ। ਵੇਹਨੇ ਆ ਉਹਨਾਂ ਨੂੰ ਟਣਕਾ ਕੇ, ਤੂੰ ਮੂੰਹ ਨਾ ਟੱਡ। ਜੇ ਲਾਉਣੀ ਆ ਤਾਂ ਹਾਂ ਮੇਜ਼ ਥੱਲੇ ਪਈਆ, ਘੁੱਟ ਲਾ ਲੈ। ਥਾਣੇਦਾਰ ਨੇ ਆਖਿਆ ਤਾਂ ਸੋਹਣ ਨੇ ਉਦੋਂ ਹੀ ਬੋਤਲ ਨੂੰ ਹੱਥ ਪਾ ਲਿਆ। ਹਾਕੂ ਨੂੰ ਵੀ ਘੁੱਟ ਲਵਾਤੀ। ਸੋਹਣ ਹੁਣੀ ਕੁਆਟਰ 'ਚੋਂ ਬਾਹਰ ਨਿਕਲੇ ਹੀ ਸਨ ਜਦ ਥਾਣੇਦਾਰਨੀ ਨੇ ਥਾਣੇਦਾਰ ਦੀ ਝੱਗੀ ਦਾ ਮੇਜ਼ ਲੈਣਾ ਸ਼ੁਰੂ ਕਰ ਦਿੱਤਾ ਸੀ। ਤੁਸੀਂ ਘਰ ਨੂੰ ਘਰ ਹੀ ਰਹਿਣ ਦਿਆ ਕਰੋ, ਥਾਣਾ ਨਾ ਬਣਾਇਆ ਕਰੋ। ਅੱਡੂੜ ਕਮਰਾ ਝੁੱਗੇ 'ਚੋਂ ਤੁਸੀਂ ਇਹ ਵੀ ਆਪਦਾ ਫਾਨਾ ਫਸਾ ਕੇ ਬਹਿ ਜਾਂਦੇ ਹੋ। ਕਿੰਨੀ ਵਾਰ ਆਖ ਚੁੱਕੀ ਹਾਂ ਮੈਂ ਸਾਨੂੰ, ਕੁਆਟਰ ਛੱਡੋ, ਕੋਈ ਕੋਠੀ ਕਿਰਾਏ 'ਤੇ ਲੈ ਲਓ। ਸਰਕਾਰੀ ਕੁਆਟਰ ਦੰਦੀ ਵੱਢਦਾ ਤੈਨੂੰ। ਕੋਠੀ ਕਿਰਾਏ 'ਤੇ ਲੈਂਦੇ ਆ, ਅੱਧੀ ਤਨਖਾਹ ਉੱਡਿਆ ਕਰੂ। ਕੋਠੀ ਕਿਰਾਏ 'ਤੇ, ਕੋਠੀ ਕਿਰਾਏ 'ਤੇ। ਥਾਣੇਦਾਰ ਨੇ ਅਹਿਸਾਸ ਕਰਾਇਆ। ਉਤਲੀ ਕਮਾਈ ਕਿਹੜਾ ਥੋੜ੍ਹੀ ਆ, ਤਨਖਾਹ ਦਾ ਰੋਣਾ ਰੋਣ ਬਹਿ ਜਾਂਦਾ। ਤੁਸੀਂ ਤਾਂ ਨਿੱਤ ਹੀ ਮਾੜੀ ਆ। ਬੱਗੂ ਹੌਲਦਾਰ ਦੇ ਘਰਾਂ ਵਾਲੀ ਕਹਿੰਦੀ ਸੀ ਅਸੀਂ 2 ਦਿਨ ਨਾ ਕੱਟੀਏ ਇਹੋ ਜਿਹੇ ਕੁਆਟਰਾਂ 'ਚ। ਅਗਲਿਆਂ ਦੀ 2 ਮੰਜ਼ਲੀ ਲਈ ਵੀ ਆ, ਇੱਕ ਤੁਸੀਂ ਹੋ ਕੇ। ਥਾਣੇਦਾਰਨੀ ਨੂੰ ਪੂਰਾ ਗਿਲਾ ਸੀ ਕਿ ਉਹ ਬੱਗੂ ਹੌਲਦਾਰ ਨਾਲੋਂ ਵੀ ਗਿਆ ਗੁਜ਼ਰਿਆ ਕਿਉਂ ਸੀ। ਥਾਣੇਦਾਰ ਘਰ ਵਾਲੀ ਨੂੰ ਬੁੜਬੁੜ ਕਰਦਿਆਂ ਛੱਡ ਥਾਣੇ 'ਚ ਆ ਗਿਆ ਤੇ ਉਹਨੇ ਚਰਨ ਤੇ ਕਰਤਾਰੇ ਨੂੰ ਹਵਾਲਾ 'ਚੋਂ ਬਾਹਰ ਕਢਵਾ ਲਿਆ। ਉਹਨੇ ਕੁਝ ਨਹੀਂ ਪੁੱਛਿਆ ਦੱਸਿਆ ਸੀ, ਡੰਡਾ ਭਰਾਉਣਾ ਸ਼ੁਰੂ ਕਰਤਾ। ਕੋਈ ਗੱਲ ਵੀ ਸਾਡੇ ਐਵੇਂ ਕਿਉਂ ਹੱਡ ਭੰਨਣ ਲੱਗ ਪਿਆ? ਕਤਲ ਅਸੀਂ ਨਹੀਂ ਕੀਤਾ, ਚਰਨ ਨੇ ਆਖਿਆ। ਉਹ ਜਾਣਦਾ ਸੀ ਕਿ ਵਿੱਚ ਕੀਤਿਆਂ ਖਹਿੜਾ ਛੁੱਟਣ ਵਾਲਾ ਨਹੀਂ। ਬੰਦੂਕ ਦੱਸੋ ਕਿੱਥੇ ਖਪਾਈ ਹੈ ਕਤਲ ਕਰਕੇ? ਜਨਾਬ, ਨਾ ਅਸੀਂ ਕਤਲ ਕੀਤਾ ਹੈ, ਨਾ ਸਾਨੂੰ ਕਿਸੇ ਬੰਦੂਕ ਦਾ ਪਤਾ। ਸਾਨੂੰ ਤਾਂ ਕਰਤਾਰੇ ਨੂੰ ਅੱਗੇ ਬੋਲਣ ਹੀ ਨਹੀਂ ਦਿੱਤਾ ਸੀ। ਥਾਣੇਦਾਰ ਨੇ ਉਹਦੀ ਦਾੜੀ ਨੂੰ ਹੱਥ ਪਾ ਹਜੋਕਾ ਮਾਰਿਆ। ਚੌਰਿਆ, ਤੂੰ ਤਾਂ ਭੁਰਨ ਬੋਲੇਗਾ। ਦੱਸ ਬੰਦੂਕ ਕਿੱਥੇ ਆ? ਗੁਰਦੌਰ ਸਿੰਘ ਇੱਕ ਹੱਥ ਨਾਲ ਦਾੜੀ ਖਿੱਚ ਰਿਹਾ ਸੀ, ਦੂਜੇ ਨਾਲ ਮੂੰਹ ਤੇ ਥੱਪੜ ਮਾਰ ਰਿਹਾ ਸੀ। ਤੇਰੇ ਯਾਰ ਸੋਹਣ ਨੂੰ ਹੀ ਪਤਾ ਹੋਊ ਕਿੱਥੇ ਲੁਕੋਈ ਆ। ਇਹਨਾਂ ਬੁੱਢੇ ਹੱਡਾਂ 'ਚੋਂ ਤੈਨੂੰ ਕੁਝ ਨਹੀਂ ਮਿਲਣਾ ਥਾਣੇਦਾਰ, ਕੁਝ ਨਹੀਂ ਮਿਲਣਾ। ਤੂੰ ਬਕਦਾ। ਜੇ ਬੁੱਢੇ ਹੱਡਾਂ ਦੀ ਗੈਰ ਛਡਾਉਣੀ ਆ ਤਾਂ ਭੈਣ ਦੀਆਂ ਖਸਮਾਂ
ਆਖ ਥਾਣੇਦਾਰ ਡੰਡਾ ਚੱਕ ਕਰ ਚਰਨ ਵੱਲ ਭੌਂ ਪਿਆ। ਉਹਦੇ ਇਸ਼ਾਰੇ ਤੇ ਕੋਲ ਖੜੇ ਸਿਪਾਹੀ ਵੀ ਆਪਣੀ ਹੋਂਦ ਜਤਾਉਣ ਲੱਗ ਪਏ। ਤੂੰ ਐਂ ਕਰ ਥਾਣੇਦਾਰ, ਸੌਣ ਤੋਂ ਲਈ ਰਕਮ ਹਜ਼ਮ ਕਰ ਲੈ। ਜੇ ਮੈਂ ਅਦਾਲਤ 'ਚ ਉੱਧੜ ਗਿਆ, ਸੌਣ ਤੋਂ ਆਈ ਰਕਮ ਦੇ ਨੰਬਰ ਤੱਕ ਦੱਸ ਦਿਓ। ਤੇ ਤੁਸੀਂ ਮੈਨੂੰ ਭਰਾ ਮੇਰੇ ਹੋ, ਇਸ ਬੁੱਚੜ ਦੇ ਆਖੇ ਐਵੇਂ ਭੰਨਣ ਲੱਗ ਪਏ ਹੋ। ਤੁਹਾਨੂੰ ਕੀ ਇਹਨਾਂ ਛੁਣਛਣਾ ਦਿੱਤਾ? ਥਈ ਨੋਟਾਂ ਦੀ ਆਪ ਡਕਾਰ ਗਿਆ। ਚਰਨ ਨੇ ਆਖਿਆ ਤਾਂ ਸਿਪਾਹੀਆਂ ਦੇ ਹੱਥ ਰੁਕ ਗਏ। ਗੁਰਦੌਰ ਸਿੰਘ ਵੀ ਰੁਕ ਗਿਆ। ਸੋਚਿਆ ਮਨਾ ਇਸ ਮੁੰਡੇ ਦੇ ਕਾਮਰੇਡਾਂ ਨਾਲ ਸੰਬੰਧ ਸੁਣਦੇ ਆ। ਜੇ ਮਗਰ ਪੈ ਗਏ ਸਾਲੇ ਹੈ ਵੀ ਭਰਿੰਡਾਂ ਵਰਗੇ, ਲੈਣੇ ਤੇ ਦੇਣੇ ਨਾ ਪੈ ਜਾਣ। ਬੰਦੂਕ ਕੋਈ ਟੁੱਟੀ ਫੁੱਟੀ ਆਪੇ ਸੋਹਣ ਲਾਲ ਭਾਲ ਲਓ, ਨਹੀਂ ਤਾਂ ਨਹੀਂ ਸੀ। ਨਹੀਂ ਬਰਾਮਦ ਹੋਈ ਲਿਖਿਆ ਜਾਊ, ਖਸਮਾਂ ਨੂੰ ਖਾਵੇ। ਸੋਚੋ ਪਿੱਛੇ ਹਟ ਗਿਆ। ਚਰਨ ਨੇ ਆਪ ਸੰਭਲ ਕੇ ਕਰਤਾਰੇ ਨੂੰ ਸੰਭਾਲਿਆ। 302 ਤੇ ਕੁਝ ਧਰਾਵਾਂ ਹੋਰ ਨਾਲ ਲਾ ਗੁਰਦੌਰ ਸਿੰਘ ਨੇ ਚਰਨ ਹੋਣਾ ਨੂੰ ਅਦਾਲਤ 'ਚ ਪੇਸ਼ ਕਰਤਾ। ਅਦਾਲਤ ਨੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ। ਦਲੀਪ ਤੇ ਸੁਖਦੇਵ ਨੇ ਇੰਦਰਜੀਤ ਸਿੱਖ ਨੂੰ ਵਕੀਲ ਕਰ ਲਿਆ ਸੀ। ਉਹਨੇ ਪੂਰੀ ਹਿੱਕ ਠੁਕਰੀ ਸੀ ਕਿ ਉਹ ਇੱਕ ਦਿਨ ਦੀ ਸਜ਼ਾ ਨਹੀਂ ਹੋਣ ਦਿੰਦਾ। ਤਰੀਕਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਚਲਾਨ ਪੇਸ਼ ਹੋ ਚੁੱਕਾ ਸੀ। ਸੋਹਣ ਨੇ ਆਪਣੇ ਕਿਸੇ ਯਾਰ ਜੁੱਟ ਤੋਂ ਇੱਕ ਜੰਗਾਲ ਖਾਦੀ ਜੀ 2 ਨਾਲੀ ਲੈ ਗੁਰਦੌਰ ਸਿੰਘ ਦੇ ਲਿਆ ਹਵਾਲੇ ਕੀਤੀ ਸੀ, ਜੋ ਚਰਨ ਤੋਂ ਬਰਾਮਦ ਹੋਈ ਵਿਖਾਉਣੀ ਸੀ। ਤਰੀਕ ਤੇ ਤਰੀਕ ਪੈ ਰਹੀ ਸੀ। ਗਵਾਹੀਆਂ ਹੋ ਛੇਤੀ ਫੈਸਲਾ ਹੋਣ ਦੀ ਉਮੀਦ ਸੀ। ਸੋਹਣ ਕੋਲ ਜਿਹੜੇ 4 ਛਿੱਲੜ ਸਨ, ਉਹ ਤਾਂ ਮਦਾਰੀ ਦੇ ਪੈਸਿਆਂ ਵਾਂਗ ਉੱਡ ਗਏ। ਗੁਰਦੌਰ ਸਿੰਘ ਨੇ ਉਹਨੂੰ ਗਿੱਦੜ ਦਾ ਦੋਧਾ ਛੱਲੀ ਚੂੰਡਣ ਵਾਂਗ ਚੂੰਡਿਆ ਸੀ। ਵਕੀਲ ਤੇ ਮੁਨਸ਼ੀ ਵੀ ਲੁੱਟ ਮਚਾਈ ਆਉਂਦੇ ਸਨ। ਹੁਣ ਫੜਿਆ ਪੈਸਾ ਕਿਸੇ ਪਾਸਿਓਂ ਵੀ ਨਹੀਂ ਮਿਲ ਰਿਹਾ ਸੀ। ਪਿੰਡ 'ਚ ਉਹਦਾ ਕੌਣ ਭਰੋਸਾ ਕਰਦਾ? ਕੌਣ ਦਿੰਦਾ ਸੱਤਰੀ ਨੋਟਾਂ ਦੀ? ਆੜ੍ਹਤੀਏ ਵੀ ਹੱਥ ਖਿੱਚ ਗਏ। ਆੜ੍ਹਤੀਏ ਨੇ ਵੀ ਫਸਲ 'ਤੇ ਹੀ ਦੇਣੇ ਸਨ ਤੇ ਫਸਲ ਹੋਣ ਦੀ ਬਜਾਏ ਹੁਣ ਘਾਹ ਕੰਦੂ ਵੀ ਵੱਧ ਹੁੰਦਾ ਸੀ। ਸੋਹਣ ਤਾਂ ਜ਼ਮੀਨ ਵੇਚਣ ਨੂੰ ਵੀ ਤਿਆਰ ਸੀ, ਪਰ ਜਿੰਨਾ ਚਿਰ ਜ਼ਮੀਨ ਉਹਦੇ ਨਾਂ ਨਹੀਂ ਚੜ੍ਹਦੀ ਸੀ, ਇੰਤਕਾਲ ਉਹਦੇ ਨਾਂ ਨਹੀਂ ਹੁੰਦਾ ਸੀ, ਲੈਣ ਵਾਲਾ ਕੋਈ ਨਹੀਂ ਝਾਕਦਾ ਸੀ। ਸੋਹਣ ਦੀ ਕੋਈ ਪ੍ਰਤੀਤ ਹੀ ਨਹੀਂ ਸੀ। ਵਕੀਲ ਨੂੰ ਅਜੇ ਅੱਧੇ ਪੈਸੇ ਅੱਪੜੇ ਸਨ ਤੇ ਉਹ ਬਾਕੀ 'ਤੇ ਜ਼ੋਰ ਪਾ ਰਿਹਾ ਸੀ। ਹੋਰ ਵੀ ਬਥੇਰੇ ਖਰਚੇ ਸਨ। ਮੁਕੱਦਮੇ 'ਤੇ ਤਾਂ ਖਰਚੇ ਦਾ ਮੂੰਹ ਸਿਰ ਹੀ ਨਹੀਂ ਸੀ, ਪਰ ਸੋਹਣ ਨੇ ਭੱਜ ਨੱਠ ਕਰਕੇ ਜ਼ਮੀਨ ਦਾ ਗਾਹਕ ਭਾਲ ਹੀ ਲਿਆ। ਗਾਹਕ ਪਿੰਡ ਵਿੱਚੋਂ ਸੀ ਤੇ MLA ਦੇ PA ਦਾ ਜਾਣੂ ਸੀ। ਸੋਹਣ ਦੀ ਜ਼ਿੰਮੇਵਾਰੀ PA ਨੇ ਚੱਕ ਲਈ। ਇਕਰਾਰਨਾਮਾ ਤੇ ਤਕੜੀ ਰਕਮ ਮਿਲ ਜਾਣੀ ਸੀ। 2 ਕਿੱਲਿਆਂ ਦਾ ਸੌਦਾ ਸੀ। ਅੱਧੀ ਰਕਮ ਹੁਣੇ ਦੇ ਕੇ ਅੱਧੀ ਰਜਿਸਟਰੀ ਵੇਲੇ ਦੇਣੀ ਸੀ। ਦੇਰ ਸਵੇਰ ਆਖਰ ਸੋਹਣ ਨਾਮ ਜ਼ਮੀਨ ਚੜ੍ਹਨੀ ਸੀ। ਤਹਿਸੀਲਦਾਰ ਨੂੰ ਮੂੜ ਚਾੜ ਇਹ ਕੰਮ PA ਨੇ ਛੇਤੀ ਕਰਵਾ ਲੈਣਾ ਸੀ। ਅਸਲ 'ਚ MLA ਦਾ PA ਆਪਣੇ ਆਕਾ ਤੋਂ ਚੋਰੀ ਇੱਕ ਗੇੜਾ ਫੀਮ ਦਾ ਸੁੱਟ ਗਿਆ ਸੀ ਤੇ ਸੋਹਣ ਪੈਸੇ ਵੱਟ ਆਪ ਵਰਤ ਗਿਆ ਸੀ ਤੇ PA ਦੇ ਜ਼ਮੀਨ ਦਾ ਸੌਦਾ ਕਰਵਾ ਕੇ ਪੈਸੇ ਹੱਥ ਆਉਣੇ ਸਨ। ਉਹਨੂੰ ਇਹ ਲਾਲਚ ਸੀ। ਇਕਰਾਰਨਾਮੇ ਦੇ ਪੈਸੇ ਲੈ ਸੋਹਣ ਦਾ ਫਿਰ ਹੱਥ ਖੁੱਲ੍ਹਾ ਹੋ ਗਿਆ। ਮੇਰਾ ਇੱਕ ਕੰਮ ਹੋਰ ਕਰ, ਸੋਹਣ ਨੇ ਇੱਕ ਦਿਨ ਗੁਰਦੌਰ ਸਿੰਘ ਨੂੰ ਆਖਿਆ। ਹੁਕਮਕਾਰ ਯਾਰੀ ਆ, ਮਖੌਲ ਥੋੜ੍ਹੇ। ਗੁਰਦੌਰ ਸਿੰਘ ਨੇ ਆਖਿਆ। ਉਹ ਵੀ ਘਰ ਵਾਲੀ ਦੀਆਂ ਰੀਝਾਂ ਪੂਰੀਆਂ ਕਰਨ 'ਤੇ ਉਤਰ ਆਇਆ ਸੀ ਤੇ ਰੀਝਾਂ ਤਾਂ ਹੀ ਪੂਰੀਆਂ ਹੋਣੀਆਂ ਸਨ ਜੇ ਸੋਹਣ ਵਰਗਿਆਂ ਦੀ ਚੰਗੀ ਤਰ੍ਹਾਂ ਉੱਨ ਲਾਉਣੀ ਸੀ। ਮੇਰੇ ਪਿੰਡ ਕੱਦੀ ਨਾਂ ਦਾ ਇੱਕ ਮਜ਼੍ਹਬੀ ਸਿੱਖਾਂ ਦਾ ਮੁੰਡਾ ਹੈ। ਛੇਤੀ 'ਚ ਦਿਮਾਗ ਨੇ ਕੰਮ ਹੀ ਨਹੀਂ ਕੀਤਾ, ਨਹੀਂ ਉਹਨੂੰ ਵੀ ਕਤਲ 'ਚ ਤੁੰਨ ਦਿੰਦੇ। ਪਰ ਹੁਣ ਜਿਵੇਂ ਕਰ ਸਕਦਾ ਕਰ, ਉਹਦੀ ਰੜਕ ਜ਼ਰੂਰ ਕੱਢਣੀ ਆ। ਸੋਹਣ ਨੇ ਆਪਣੀ ਮਨਸ਼ਾ ਦੱਸੀ। ਉਹ ਮਜ਼੍ਹਬੀ ਤੇਰੇ ਤਾਂ ਕੀ, ਸਾਰੀ ਉਮਰ 'ਚ ਕਿਸੇ ਦੇ ਵੀ ਕੰਨ 'ਚ ਪਾਇਆ ਨਹੀਂ ਰੜਕਦਾ। ਮਾੜੀ ਜਿਹੀ ਦਰਖਾਸਤ ਲਿਖ ਕੇ ਦੇ ਦੇ ਵੀ ਮੈਨੂੰ ਉਹ ਤੋਂ ਖਤਰਾ ਹੈ। ਉਹਦੇ ਕੋਲ ਨਜਾਇਜ਼ ਪਿਸਤੌਲ ਆ, ਮੈਨੂੰ ਧਮਕਾਉਂਦਾ, ਫਿਰ ਮੈਂ ਜਾਣਾ ਮੇਰਾ ਕੰਮ। ਆਖ ਗੁਰਦੌਰ ਸਿੰਘ ਮਨ 'ਚ ਹੱਸਿਆ। ਬਸ ਠੀਕ ਹੈ, ਇਹ ਕੰਮ ਜ਼ਰੂਰ ਕਰਨਾ। ਦਰਖਾਸਤ ਮੈਂ ਮੁਨਸ਼ੀ ਦੇ ਜਾਣਾ। ਜਾਂਦਾ ਇਉਂ ਕਰੀ, ਭਲਵਾਨ ਢਾਬੇ ਵਾਲੇ ਦੇ ਵੀ ਹੋ ਜਾਵੇਂ। ਮੈਨੂੰ ਪੁੱਤਾਂ ਦੀ ਅਜੇ ਤਨਖਾਹ ਨਹੀਂ ਮਿਲੀ। ਸਰਕਾਰਾਂ ਦੇ ਕੰਮ ਹੀ ਇਹੋ ਜਿਹੇ ਹੁੰਦੇ ਆ। ਇੱਕ ਤਾਂ ਉਹਦਾ ਬੇਲਾ ਥੋੜ੍ਹਾ ਜਿਹਾ, ਤੇ ਨਾਲੇ ਯਾਰ ਉਹਨੇ ਕਿਰਾਏ 'ਤੇ ਕੋਠੀ ਭਾਲ ਕੇ ਦਿੱਤੀ ਆ। ਉਹ ਤੋਂ ਪੁੱਛੀ 2 ਮਹੀਨੇ ਦਾ ਕਿਰਾਇਆ ਕਿੰਨਾ ਬਣਦਾ, ਉਹ ਦੇ ਜਾਈਂ, ਗਿਣ ਲਵਾਂਗੇ ਆਪਾਂ, ਕੋਈ ਨਹੀਂ। ਆਖ ਗੁਰਦੌਰ ਸਿੰਘ ਕੁਰਸੀ 'ਤੇ ਉੱਠ ਖਲੋਤਾ। ਕੁਝ ਚਿਰ ਬਾਅਦ ਹੀ ਸੋਹਣ ਭਲਵਾਨ ਢਾਬੇ ਨਾਲ ਵਾਲੇ ਅੱਗੇ ਬਟੂਆ ਝਾੜ ਚੁੱਕਾ ਸੀ। ਦਲੀਪ ਦੀ ਚੱਲਦੀ ਗੱਲ ਨੂੰ ਬ੍ਰੇਕ ਲੱਗ ਗਏ। ਜਦੋਂ ਉਹਨਾਂ ਦੇ ਕੋਲ ਦੀ ਘੋਗਾ ਗੱਡੀ ਲੈ ਕੇ ਲੰਘਿਆ ਤੇ ਕਿਸੇ ਨੇ ਆਖਿਆ, ਵਿੱਕੀ ਨੂੰ ਮਿਲ ਗਈ ਛੁੱਟੀ ਬਈ। ਗੱਡੀ ਉਹੋ ਹੀ ਸੀ। ਚੱਲੀਏ, ਲਿਆਈਏ ਪਤਾ ਜਾ ਕੇ, ਕੋਈ ਜਣਾ ਬੋਲਿਆ। ਅਜੇ ਕੀ ਆ, ਉਹਨਾਂ ਨੂੰ ਰਿਲੈਕਸ ਤਾਂ ਹੋਣ ਦਿਓ ਘਰ ਜਾ ਕੇ। ਕੱਲ੍ਹ ਨੂੰ ਸਹੀ, ਪਰਸੋਂ ਸਹੀ, ਪਤਾ ਬੇਹਾ ਨਹੀਂ ਹੋ ਚੱਲਿਆ। ਤਾਇਆ ਤੂੰ ਆਪਣੀ ਗੱਲ ਅੱਗੇ ਤੋਰ, ਇੱਕ ਜਣੇ ਨੇ ਆਖਿਆ ਤਾਂ ਦਲੀਪ ਨੇ ਛੱਡੀ ਗੱਲ ਦੀ ਲੜੀ ਫੇਰ ਫੜ ਲਈ। ਅੰਗ 22ਵਾਂ। ਇੱਕ ਦਿਨ ਪਿੰਡ ਪੁਲਿਸ ਆਈ। ਗੁਰਦੌਰ ਸਿੰਘ ਤਾਂ ਨਹੀਂ ਸੀ, ਛੋਟਾ ਥਾਣੇਦਾਰ ਸੀ। ਉਹ ਇੰਨਾ ਅੜਬ ਸੀ ਕਿ ਉਹਨੂੰ ਸਾਰੇ ਪੁਲਿਸੀਏ ਉਖੜ ਜੱਟ ਹੀ ਕਹਿੰਦੇ ਸਨ।
ਉਹ ਸਦਰ 'ਚ ਆਉਣ ਤੋਂ ਪਹਿਲਾਂ ਸ਼ਹਿਰ ਦੀ ਕੋਤਵਾਲੀ 'ਚ ਸੀ। ਬਾਜ਼ਾਰ 'ਚ ਫਿਰਦਾ ਬਿਨਾਂ ਵਜ੍ਹਾ ਸ਼ਰੇ ਬਾਜ਼ਾਰ ਕਿਸੇ ਨਾ ਕਿਸੇ ਦੇ ਐਵੇਂ ਕੁਟਾਪਾ ਚੜ੍ਹ ਜਾਂਦਾ। ਸ਼ਹਿਰੀ ਉਹਨੂੰ ਪ੍ਰੇਤ ਆਖਦੇ ਸੀ। ਲੰਮਾ ਕੱਦ, ਕਾਲਾ ਧੂਤ ਰੰਗ, ਧੌਣ ਤੇ ਬਾਹਾਂ ਦੇ ਤੇ ਰਿੱਛ ਵਾਂਗ ਜੱਤ, ਘਰ ਵਾਲੀ ਨਾਲ ਉਹਦੀ ਬਣੀ ਨਾ। ਉਹ ਕੁੱਟ ਦੀ ਮਾਰੀ ਮਾਪੀ ਜਾ ਬੈਠੀ। ਉੱਥੇ ਜਾ ਕੇ ਵੀ ਉਹ ਆਪਣੀ ਥਾਣੇਦਾਰਨੀ ਝਾੜਨੋਂ ਬਾਜ ਨਾ ਆਉਂਦਾ। ਉਹਦੇ ਸਹੁਰੇ ਉਹਦੀ ਥਾਣੇਦਾਰੀ ਰੋਹਬ ਅੱਗੇ ਸ਼ੈਂ ਹੋ ਜਾਂਦੇ। ਘਰ ਵਾਲੀ ਉਹ ਤੋਂ ਇੰਨੀ ਸੱਤ ਗਈ ਕਿ ਜ਼ਹਿਰ ਖਾ ਕੇ ਮਰ ਗਈ। ਥਾਣੇਦਾਰ ਹੋਰ ਅੱਖੜ ਹੁੰਦਾ ਗਿਆ। ਉਖਲ ਨੇ ਕੱਦੀ ਨੂੰ ਫੜ ਕੇ ਸੱਥ ਵਿੱਚ ਹੀ ਲੰਮਾ ਪਾ ਲਿਆ। ਕੱਦੀ ਦਾ ਸਿਰਫ ਇੰਨਾ ਹੀ ਕਸੂਰ ਸੀ ਕਿ ਜਦੋਂ ਉਹਦੇ ਘਰ ਦੀ ਤਲਾਸ਼ੀ ਹੋ ਰਹੀ ਸੀ ਤਾਂ ਉਹ ਸਿਰਫ ਇੰਨਾ ਹੀ ਪੁੱਛ ਬੈਠਾ ਸੀ, ਸਾਹਿਬ ਜੀ ਤਲਾਸ਼ੀ ਹੋ ਕਿਉਂ ਰਹੀ ਹੈ, ਮੈਨੂੰ ਵੀ ਤਾਂ ਪਤਾ ਲੱਗੇ। ਉਹ ਤਾਂ ਥਾਣੇ 'ਚ ਜਾ ਕੇ ਦੱਸਾਂਗੇ, ਜਰਾਂਦ ਕਰ। ਉਖਲ ਨੇ ਆਖ ਮੋਰਾਂ 'ਚ ਡੰਡਾ ਵੀ ਧਰਤਾ। ਫੇਰ ਵੀ ਪਤਾ ਤਾਂ ਲੱਗੇ। ਕੱਦੀ ਵਿਚਾਰੇ ਨੂੰ ਕੀ ਪਤਾ ਸੀ ਕਿ ਉਹਦੀ ਫੇਰ ਵੀ ਆਖੀ ਇੰਨੀ ਮਹਿੰਗੀ ਪਊ। ਉਖਲ ਨੇ 2 ਸਿਪਾਹੀਆਂ ਨੂੰ ਆਖ ਕੱਦੀ ਦੀਆਂ ਮੁਸ਼ਕਾਂ ਬਣਵਾਤੀਆਂ ਤੇ ਡਾਂਗ ਦੀ ਛਾਂ ਹੇਠ ਹੀ ਸੱਥ ਵੱਲ ਤੋਰ ਲਿਆ। ਕੱਦੀ ਤੇ ਡਾਂਗ ਇਉਂ ਵਰ ਰਹੀ ਸੀ ਜਿਵੇਂ ਕਿ ਅੱਕਿਆ ਜੱਟ ਖੇਤ 'ਚ ਸਾਨ ਕੱਢ ਰਿਹਾ ਹੋਵੇ। ਉਹਨੂੰ ਡਿੱਗਦੇ ਢਹਿੰਦੇ ਨੂੰ ਸੱਥ 'ਚ ਲਿਆਂਦਾ ਗਿਆ। ਵੱਡੇ ਛੋਟੇ ਸੱਥ 'ਚ ਆਣ ਵਾਂਗ ਇਕੱਠੇ ਹੋ ਗਏ ਸਨ। ਨਿੱਕਰ ਲਾਓ ਇਹਦੀ, ਫੇਰ ਕੁੱਟਣ ਦਾ ਸਵਾਦ ਆਊ। ਪੋਲੇ ਪੈਰੀ ਨਹੀਂ ਦੱਸਣਾ ਇਹਨੇ ਪਿਸਤੌਲ ਕਿੱਥੇ ਆ। ਆਖ ਉਖਲ ਨੇ ਕੱਦੀ ਦਾ ਚਾਦਰਾ ਲਾ ਕੇ ਪਰੇ ਮਾਰਿਆ ਤੇ ਆਪਣੇ ਇੱਕ ਸਿਪਾਹੀ ਨੂੰ ਭੱਜ ਕੇ ਪਿਆ। ਮੈਂ ਆਖਿਆ ਇਹਦੀ ਨਿੱਕਰ ਲਾਓ, ਸਾਲੇ ਊਕਾਂ ਨੂੰ ਝਾਕੀ ਜਾਂਦੇ ਆ ਮੇਰੇ ਮੂੰਹ ਵੱਲ। ਪਰ ਇਸ ਕੰਮ ਲਈ ਕੋਈ ਸਿਪਾਹੀ ਨਾ ਅੱਗੇ ਹੋਇਆ। ਉਖਲ ਉਹਨਾਂ ਨੂੰ ਗਾਲਾਂ ਕੱਢਦਾ ਕੱਦੀ ਦੇ ਨਿੱਕਰ ਦੇ ਨਾਲੇ ਨੂੰ ਹੱਥ ਪਾ ਗਿਆ। ਸਾਰੀ ਸੰਗ ਹਿਆ ਛਿੱਕੇ ਟੰਗਤੀ। ਉਖਲ ਦੇ ਇੱਕੋ ਹਝੋਕੇ ਨਾਲ ਕੱਦੀ ਦੇ ਨਿੱਕਰ ਪੈਰਾਂ 'ਚ ਸੀ। ਕੱਦੀ ਨੇ ਗਾਲਾਂ ਦੀ ਧੂੜ ਵਰਾਤੀ। ਉਖਲ ਅੰਨੇ ਵਾਂਗ ਡਾਂਗ ਬਣਾਉਣ ਲੱਗ ਪਿਆ। ਮੇਰੇ ਗੋਲੀ ਮਾਰ ਦੇ, ਇੰਨੀ ਬੇਇੱਜ਼ਤੀ ਨਾ ਕਰ। ਕੱਦੀ ਛਟਪਟਾ ਰਿਹਾ ਸੀ। ਭੀੜ 'ਚ ਰੱਜੋ ਤੇ ਕੱਦੀ ਦੀ ਮਾਂ ਵੀ ਸਨ ਤੇ ਵਿਹੜੇ ਦੀਆਂ ਹੋਰ ਔਰਤਾਂ ਵੀ, ਜੋ ਥਾਣੇਦਾਰ ਨੂੰ ਗਾਲਾਂ ਕੱਢਣ ਲੱਗ ਪਈਆਂ। ਉਖਲ ਦੀ ਡਾਂਗ ਕੱਦੀ ਦੇ ਬਰਾਬਰ ਵੱਧ ਰਹੀ ਸੀ। ਭੀੜ ਚੀਰ ਦਲੀਪ ਅੱਗੇ ਆਇਆ ਪਰ ਬਾਕੀ ਪੁਲਿਸ ਵਾਲਿਆਂ ਨੂੰ ਰੋਕਤਾ। ਇੱਟਾਂ ਦੇ ਢੇਰ ਤੇ ਖੜੀ ਰੱਜੋ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤਾਂ ਉਹਨੇ ਇੱਟਾਂ ਦੇ ਢੇਰ ਤੋਂ ਅੱਧੀ ਇੱਟ ਚੱਕ ਥਾਣੇਦਾਰ ਵੱਲ ਚਲਾਈ। ਬਾਕੀ ਔਰਤਾਂ ਦੀ ਵੀ ਅਣਖ ਜਾਗ ਉੱਠੀ। ਉਹਨਾਂ ਢੇਰ ਤੋਂ ਇੱਟਾਂ ਰੋੜੇ ਚੱਕ ਲਏ। ਦਲੀਪ ਨੇ ਵੀ ਲਲਕਾਰਾ ਮਾਰਤਾ, ਮੁੰਡੇ ਨੂੰ ਕੁੱਟਣੋਂ ਹਟ ਜਾ ਓਏ ਥਾਣੇਦਾਰਾ। ਜੇ ਭੂੰਡਾ ਦਾ ਛੱਤਾ ਹਿੱਲ ਗਿਆ ਕੰਮ ਖਰਾਬ ਹੋ ਜਾਊ। ਭੱਜਿਆਂ ਨੂੰ ਥਾਂ ਨਹੀਂ ਥਿਆਉਣਾ ਤੁਹਾਨੂੰ। ਥਾਣੇਦਾਰ ਵੀ ਭੀੜ ਦੀ ਅੱਖ ਤਾੜ ਗਿਆ। ਜਿਨ੍ਹਾਂ ਹੱਥਾਂ 'ਚ ਇੱਟਾਂ ਰੋੜੇ ਆ ਚੁੱਕੇ ਸਨ, ਉਹਨੇ ਆਪਣੇ ਬਾਕੀ ਸਾਥੀਆਂ ਨੂੰ ਇਸ਼ਾਰਾ ਕੀਤਾ। ਉਹਨਾਂ ਨੂੰ ਪਤਾ ਹੀ ਨਾ ਲੱਗਾ ਕਦੋਂ ਕੱਦੀ ਨੂੰ ਜੀਪ 'ਚ ਸੁੱਟ ਲਿਆ ਤੇ ਕਦੋਂ ਜੀਪ ਹਵਾ ਨੂੰ ਗੰਢਾ ਦੇ ਗਈ। ਮੂਰਖਾ, ਇਹ ਕੀ ਕੀਤਾ? ਉਖਲ ਹੀ ਰਿਹਾ ਨਾ, 4 ਛਿੱਤਰ ਹੀ ਮਾਰਨੇ ਸੀ, ਥਾਣੇ ਲਿਆ ਕੇ ਮਾਰ ਲੈਂਦਾ। ਗੁਰਦੌਰ ਸਿੰਘ ਥਾਣੇ 'ਚ ਉਖਲ ਨੂੰ ਆਖ ਰਿਹਾ ਸੀ, ਉਹ ਮੈਂ ਤਾਂ ਸਾਹਿਬ ਜੀ ਆਪਦਾ ਹੁਕਮ ਹੀ ਵਜਾਇਆ, ਬਾਅਦ ਘਾਟ ਤਾਂ ਹੋ ਹੀ ਜਾਂਦੀ ਹੈ। ਨਾਲੇ ਮੇਰਾ ਕਿਹੜਾ ਉਹਦੇ ਨਾਲ ਕੱਸੀ ਦੀ ਵਾਰੀ ਦਾ ਰੌਲਾ ਸੀ। ਉਖਲ ਨੇ ਮੋੜਵਾਂ ਜਵਾਬ ਦਿੱਤਾ, ਉਹ ਮੈਂ ਤੈਨੂੰ ਐਂ ਤਾਂ ਨਹੀਂ ਆਖਿਆ ਸੀ ਸੱਥ 'ਚ ਹੀ ਢਾਹ ਲਈ, ਉਹ ਵੀ ਨੰਗਾ ਕਰਕੇ। ਹੁਣ ਤੇਰੇ ਕੋਲ ਕੋਈ ਮਾੜਾ ਮੋਟਾ ਦੇਸੀ ਪਿਸਤੌਲ ਹੈਗਾ ਤਾਂ ਕੇਸ ਬਣਾ ਦੇ ਇਹਦੇ ਤੇ ਨਾਲ ਕੁਝ ਹੋਰ ਵਿਖਾ ਦੇ। ਹਾਂ ਸੱਚ ਇਉਂ ਕਰ, ਹਾਂ ਬੈਠਾ ਹੈ ਜਿਹੜਾ ਮੁਰਦਲੂ ਜਿਹਾ, ਪੈਟਰੋਲਿੰਗ ਵਾਲਿਆਂ ਰਾਤ ਫੜਿਆ ਵਾਰਾਗਰਦੀ 'ਚ, ਦੋਵੇਂ ਵਿਖਾ ਦੇ ਭੱਠੇ ਤੇ ਡਾਕਾ ਮਾਰਨ ਦੀ ਸਕੀਮ ਬਣਾਈ ਜਾਂਦੀ ਸਨ। ਭੱਜਣ ਲੱਗੇ ਤਾਂ ਇਹਨਾਂ ਦੇ ਇੱਟਾਂ ਦਾ ਚੱਠਾ ਆ ਪਿਆ। ਗੁਰਦੌਰ ਸਿੰਘ ਨੇ ਮੱਤ ਦਿੱਤੀ, ਫਿਕਰ ਨਾ ਕਰ, ਮੇਰਾ ਬਣਾਇਆ ਕੇਸ ਸੁੱਕਾ ਨਹੀਂ ਜਾਂਦਾ। ਉਖਲ ਬੋਲਿਆ, ਨਾ ਤੈਨੂੰ ਕੀ ਲੋੜ ਸੀ ਸੱਥ 'ਚ ਢਾਉਣ ਦੀ? ਗੁਰਦੌਰ ਨੇ ਫੇਰ ਝਿੜਕਤਾ, ਸਾਹਿਬ ਜੀ ਹੁਣ ਮੇਰਾ ਖਹਿੜਾ ਵੀ ਛੱਡੋ, ਹੁਣ ਜੋ ਹੋਣਾ ਸੀ ਹੋ ਗਿਆ, ਮਿੱਟੀ ਪਾਓ ਹੁਣ। ਨਾਲੇ ਭੇਜਿਆ ਤਾਂ ਸਾਨੂੰ ਤੁਸੀਂ ਸੀ, ਹੁਣ ਮੇਰੇ ਤੇ ਚੜ੍ਹੀ ਜਾਂਦੇ ਆ। ਮੈਂ ਭੇਜਿਆ ਸੀ, ਮੇਰੀ ਕੋਠੀ ਦਾ ਲੈਂਟਰ ਪੈਂਦਾ ਸੀ, ਅੱਗੋਂ ਕਹਿੰਦਾ ਤੂੰ ਭੇਜਿਆ ਸੀ। ਗੁਰਦੌਰ ਸਿੰਘ ਕੁੜਕੜ ਕਰਦਾ ਤੁਰ ਗਿਆ ਤਾਂ ਉਖਲ ਆਪਣਾ ਗੁੱਬ ਗਵਾਟ ਕੱਢਣ ਲੱਗ ਪਿਆ। ਸਾਲਾ ਪੂਰ ਜੱਟ ਮੋਕ ਵੀ ਛੇਤੀ ਮਾਰਦਾ। 2 ਦਿਨ ਦਲੀਪ ਹੋਣੀ ਅੱਧੇ ਵਿਹੜੇ ਨੂੰ ਨਾਲ ਲੈ ਕੇ ਥਾਣੇ ਆਉਂਦੇ ਰਹੇ ਤਾਂ ਤੀਜੇ ਦਿਨ ਜਾ ਕੇ ਕਿਤੇ ਕੱਦੀ ਨੂੰ ਅਦਾਲਤ ਦੇ ਪੇਸ਼ ਕੀਤਾ। ਦਲੀਪ ਨੇ ਸੇਖੋਂ ਵਕੀਲ ਨੂੰ ਆਖ ਵੇਖ ਜ਼ਮਾਨਤ ਕਰਵਾਤੀ। ਕੱਦੀ ਨੂੰ ਜ਼ਮਾਨਤ ਦੇਣ ਵਾਲਿਆਂ ਆਖਿਆ, ਵੇਖ ਭਾਈ ਕਾਕਾ, ਕੀਤਾ ਕਰਾਇਆ ਤਾਂ ਸਾਰਾ ਸੋਹਣ ਦਾ ਹੀ ਹੈ, ਪਰ ਹੁਣ ਤੂੰ ਕੋਈ ਪੰਗਾ ਲੈ ਕੇ ਸਾਨੂੰ ਜ਼ਮਾਨਤ ਨਾ ਪਵਾ ਦੇ। ਜਿੰਨੀ ਹੋਊ ਮੈਂ ਤਾਂ ਬੱਚਤ ਰੱਖ ਲੂੰ, ਪਰ ਜੇ ਉਹ ਜੱਟ ਅਜੇ ਵੀ ਪੰਗੇ ਲੈਣੋਂ ਨਾ ਹਟਿਆ ਫੇਰ ਮੈਂ ਟੁੱਕਣੋਂ ਨਹੀਂ ਹਟਣਾ। ਮੈਨੂੰ ਹੀ ਪਤਾ ਹੈ ਮੇਰੀ ਕਿੰਨੀ ਬੇਇੱਜ਼ਤੀ ਹੋਈ ਹੈ। ਕੱਦੀ ਨੇ ਆਖਿਆ, ਉਹ ਨੀਵੀਂ ਨਹੀਂ ਚੱਕ ਰਿਹਾ ਸੀ। ਬੰਬ ਨਹੀਂ ਚੱਲਦਾ, ਜ਼ਮਾਨਤ ਪੈ ਜਾਊ ਤਾਂ ਜ਼ਮਾਨਤ ਹੈ ਕਿੰਨੀ ਕੁ? 3000 ਦੀ ਜ਼ਮਾਨਤ ਆ। ਹੇਠੋਂ ਉੱਤੋਂ ਇੱਕ ਜਣਾ ਬੋਲਿਆ, ਆਹੋ 1 ਗੱਡਾ 2 ਬਲਦ 1 ਇੰਜਣ ਲਿਖਵਾਇਆ, ਬਸ ਹੋਰ ਕੀ ਟੱਟੂ ਆ। ਤੂੰ ਫਿਕਰ ਨਾ ਕਰੀ ਸ਼ੇਰਾ, ਪੈ ਜੂ ਜ਼ਮਾਨਤ ਇਹਨੂੰ ਵੱਡੇ ਨੂੰ। ਇੱਕ ਜਣਾ ਹੋਰ ਬੋਲਿਆ। ਮੈਂਬਰਾਂ ਨੇ ਵੀ ਥਾਪੜਾ ਦਿੱਤਾ ਪਰ ਕੱਦੀ ਚੁੱਪ ਰਿਹਾ, ਫੇਰ ਨਾ ਬੋਲਿਆ।
ਜ਼ਮਾਨਤ ਕਰਵਾਉਣ 'ਤੇ ਜੋ ਖਰਚਾ ਆਇਆ ਦਲੀਪ ਨੇ ਆਪਣੀ ਜੇਬ 'ਚੋਂ ਕੀਤਾ। ਇਹ ਕੇਸ ਸੇਖੋਂ ਨੇ ਆਪਣੇ ਅਸਿਸਟੈਂਟ ਨੂੰ ਦਿੱਤਾ ਸੀ। ਸੇਖੋਂ ਆਪ ਛੋਟੇ-ਮੋਟੇ ਕੇਸ ਨਹੀਂ ਲੜਦਾ ਸੀ। ਤੁਸੀਂ ਛੋਰ ਨੂੰ ਪੁੱਠੀਆਂ ਮੱਤਾਂ ਨਾ ਦਿਓ, ਇਹ ਸਾਰੀ ਉਮਰ ਹੀ ਇਹੋ ਜਿਹੀ ਹੁੰਦੀ ਹੈ ਅਤੇ ਚੱਕ ਤਾਂ ਪੱਥਰ ਪਾੜ ਦਿੰਦੀ ਹੈ। ਦਲੀਪ ਨੇ ਆਖਿਆ। ਉਹ ਨਹੀਂ ਚਾਹੁੰਦਾ ਸੀ ਕਦੀ ਕੋਈ ਉਲਟਾ ਸੁਲਟਾ ਕਦਮ ਚੱਕ ਲਵੇ। ਕਦੀ ਪਿੰਡ ਆਇਆ ਸੀ ਤਾਂ ਸਾਰਾ ਪਿੰਡ ਉਹਦਾ ਪਤਾ ਲੈਣ ਆਇਆ ਸੀ, ਕੁਝ ਘਰਾਂ ਨੂੰ ਛੱਡ ਕੇ। ਆਪਣੀ ਤਰੀਕ 'ਤੇ ਆਏ ਕਦੀ ਨੂੰ ਚਰਨ ਨੇ ਵੀ ਸਮਝਾਇਆ ਸੀ ਕਿ ਕੋਈ ਗਲਤ ਕਦਮ ਨਾ ਚੱਕ ਬੈਠੀ। ਕਦੀ ਹਾਂ ਕਰਦਾ ਰਿਹਾ। ਤਰੀਕ 'ਤੇ ਪਿੰਡੋਂ ਕਾਫੀ ਆਦਮੀ ਆਉਂਦੇ, ਸੌਣ ਨਾਲ ਖਾਊ ਯਾਰ ਹੀ ਹੁੰਦੇ। ਦਲੀਪ ਹੋਣਾ ਨਾਲ ਪਾਏਦਾਰ ਬੰਦੇ। ਮੁਕੱਦਮੇ 'ਤੇ ਹੋ ਰਿਹਾ ਖਰਚਾ ਕੇਰਾਂ ਚਰਨ ਦਾ ਸਾਲਾ ਸੁਖਦੇਵ ਹੀ ਕਰ ਰਿਹਾ ਸੀ। ਚਰਨ ਲਈ ਇੰਨਾ ਹੀ ਬਹੁਤ ਸੀ। ਇਹ ਰਿਸ਼ਤੇਦਾਰ ਵੱਲੋਂ ਕੀਤੀ ਮਦਦ ਛੋਟੀ ਨਹੀਂ ਸੀ। ਗਵਾਹ ਭੁਗਤ ਗਏ ਸਨ। ਜਿਰਾ ਹੋ ਹੱਟੀ ਸੀ। ਵਕੀਲ ਕੁੱਕੜਾਂ ਵਾਂਗ ਲੜੇ ਸਨ। ਚਰਨ ਦੇ ਵਕੀਲ ਦਾ ਪਲੜਾ ਭਾਰੀ ਰਿਹਾ ਸੀ, ਪਰ ਸੋਹਣ ਦਾ ਵਕੀਲ ਠੁੱਸ ਸੀ। ਹੁਣ ਤੱਕ ਉਹ ਸੋਹਣ ਨੂੰ ਭਰੋਸਾ ਦੇ ਰਿਹਾ ਸੀ ਕਿ 20 ਸਾਲ ਨਹੀਂ ਤਾਂ 10 ਸਾਲ ਤਾਂ ਵੱਟ 'ਤੇ ਪਈ ਆ, ਪਰ ਬਹਿਸ ਸਾਫ਼ ਦੱਸ ਰਹੀ ਸੀ ਕਿ ਕੇਸ ਬਰੀ ਹੋ ਜਾਣਾ ਸੀ। ਨਾਜਰ ਖੋਜੀ ਨੂੰ ਸੇਖੋਂ ਨੇ ਅੱਗੇ ਲਾ ਲਿਆ ਸੀ। ਬਕੂਏ ਵਾਲੀ ਥਾਂ 'ਤੇ ਗੁਆਂਢੀ ਖੇਤ ਵਾਲੇ ਦਾ ਕਹਿਣਾ ਸੀ ਕਿ ਉਹ ਪਾਣੀ ਲਾ ਰਿਹਾ ਸੀ। ਕੱਸੀ ਦੇ ਪਾਣੀ ਦੀ ਵਾਰੀ ਸੀ। ਸੜਕ ਨਾਲ ਦੇ ਖੇਤ ਨੂੰ ਹੀ ਪਾਣੀ ਛੱਡਿਆ ਸੀ। ਲਾਲ ਉਹਦੇ ਕੋਲ ਦੀ ਲੰਘਿਆ ਸੀ ਜਦ ਚਰਨ ਨੇ ਗੋਲੀ ਚਲਾਈ ਸੀ। ਉਹਨੇ ਕਿਹੜਾ ਉਹ ਆਖਿਆ ਤਾਂ ਚਰਨ ਪੱਤੇ ਵਾਹ ਗਿਆ ਸੀ। ਲਾਲ ਥਾਂ 'ਤੇ ਹੀ ਡਿੱਗ ਪਿਆ। ਫਿਰ ਮੈਂ ਵੀ ਪਾਣੀ ਖੁੱਲ੍ਹਾ ਛੱਡ ਘਰ ਨੂੰ ਤੁਰ ਪਿਆ ਸੀ। ਸੇਖੋਂ ਨੇ ਇਸ ਗਵਾਹ ਦੀਆਂ ਧੱਜੀਆਂ ਉਡਾ ਦਿੱਤੀਆਂ। ਜਦ ਇਹ ਆਖਿਆ, ਜਨਾਬ ਸੂਏ ਦੀ ਬੰਦੀ ਸੀ, ਪਿੱਛੋਂ ਨਹਿਰ ਹੀ ਬੰਦ ਸੀ ਤਾਂ ਕੱਸੀ 'ਚ ਪਾਣੀ ਆ ਕਿੱਥੋਂ ਗਿਆ? 5 ਦਿਨ ਵਾਰਦਾਤ ਤੋਂ ਬਾਅਦ 'ਚ ਨਹਿਰ 'ਚ ਪਾਣੀ ਆਉਂਦਾ ਅਤੇ ਕਤਲ ਵਾਲੇ ਦਿਨ ਤੋਂ 10 ਦਿਨ ਪਹਿਲਾਂ ਨਹਿਰ ਬੰਦ ਹੁੰਦੀ ਹੈ। ਆਹ ਲਓ ਨਹਿਰ ਮਹਿਕਮੇ ਦੀ ਲਿਖਤ। ਸੇਖੋਂ ਨੇ ਇੱਕ ਕਾਗਜ਼ ਜੱਜ ਅੱਗੇ ਕਰਤਾ। ਨਾਜਰ ਖੋਜੀ ਦੀ ਵਾਰੀ ਆਈ ਸੀ ਤਾਂ ਸੇਖੋਂ ਨੇ ਪੁੱਛਿਆ ਸੀ, ਹਾਂ ਬਈ ਨਾਜਰ ਸਿਆਂ, ਤੁਸੀਂ ਮੇਰਾ ਭਾਵ ਆ ਤੂੰ ਤੇ ਮਰਨ ਵਾਲਾ ਇਕੱਠੇ ਸ਼ਹਿਰੋਂ ਆਏ ਸੀ ਤਾਂ ਹਨੇਰਾ ਕਾਫੀ ਹੋ ਗਿਆ ਸੀ ਨਾ? ਹਾਂਜੀ। ਤੇਰਾ ਨਾਂ ਕੀ ਹੈ? ਨਾਂ ਕੀ? ਹਨੇਰਾ ਤਾਂ ਹੋਣਾ ਹੀ ਸੀ, ਤੁਰ ਕੇ ਜੋ ਆਏ ਸੀ। ਪਰ ਟਰੈਕਟਰ, ਜਿਸ ਟਰੈਕਟਰ 'ਤੇ ਕਾਰਖਾਨੇ ਤੱਕ ਲਾਲ ਸਿੰਘ ਬੈਠ ਕੇ ਆਇਆ ਸੀ, ਉਹਦੀ ਸਫਾਈ ਤਾਂ ਇਹ ਆ ਕਿ ਲਾਲ ਕੱਲਾ ਹੀ ਸੀ। ਵਕੀਲ ਨਾਜਰ ਨੂੰ ਆਖ ਮੁੱਛਾਂ 'ਚ ਹੱਸਿਆ ਸੀ ਤੇ ਫਿਰ ਨਾਜਰ ਨੂੰ ਚੁੱਪ ਵੇਖ ਫੇਰ ਬੋਲਿਆ ਸੀ, ਚੱਲ ਇਹ ਛੱਡ। ਜਦ ਕਰਤਾਰ ਸਿੰਘ ਨੇ ਗੋਲੀ ਚਲਾਈ ਤੂੰ ਲਾਲ ਸਿੰਘ ਦੇ ਅੱਗੇ ਜਾ ਰਿਹਾ ਸੀ ਜਾਂ ਮਗਰ? ਮੈਂ ਅੱਗੇ ਜਾ ਰਿਹਾ ਸੀ। ਤੇਰਾ ਨਾਂ ਕੀ? ਠੀਕ। ਜਦ ਤੂੰ ਠਾਹ ਦੀ ਆਵਾਜ਼ ਸੁਣੀ ਤਾਂ ਇੱਕਦਮ ਪਿੱਛਾ ਭੌਂ ਕੇ ਝਾਕਿਆ। ਐਂ ਆਖਿਆ ਨਾ? ਹਾਂਜੀ। ਫਿਰ ਸੋਚ ਲੈ। ਸੇਖੋਂ ਨੇ ਆਪਣੇ ਜਾਣੇ ਉਹਨੂੰ ਮੌਕਾ ਦਿੱਤਾ। ਹਾਂ ਜਨਾਬ, ਮੈਂ ਠਾਹ ਦੀ ਆਵਾਜ਼ ਸੁਣ ਕੇ ਪਿੱਛੇ ਭੌਂ ਕੇ ਝਾਕਿਆ ਸੀ। ਤੇਰਾ ਨਾਂ ਕੀ? ਫਿਰ ਜਦ ਤੂੰ ਲਾਲ ਸਿੰਘ ਨੂੰ ਡਿੱਗਿਆ ਪਿਆ ਵੇਖਿਆ ਤਾਂ ਘਬਰਾ ਗਿਆ ਸੀ। ਬੰਦਾ ਘਬਰਾ ਹੀ ਜਾਂਦਾ। ਸੇਖੋਂ ਪੂਰਾ ਖੁਸ਼ ਸੀ। ਨਾਜਰ ਹਾਂਜੀ ਕਰ ਰਿਹਾ ਸੀ। ਸੋਹਣ ਦਾ ਵਕੀਲ ਨਾਜਰ ਨੂੰ ਘੂਰੀਆਂ ਵੱਟ ਰਿਹਾ ਸੀ। ਜਨਾਬ, ਟਰੈਕਟਰ ਵਾਲੇ ਆਦਮੀ ਮੁਤਾਬਕ ਲਾਲ ਕੱਲਾ ਸੀ ਤੇ ਉਹਨੂੰ ਬਕੂਏ ਵਾਲੀ ਥਾਂ ਤੋਂ ਬਹੁਤ ਪਿੱਛੇ ਉਹ ਆਪਣੀ ਘਰ ਵਾਲੀ ਪਹੀ ਮੁੜ ਗਿਆ ਸੀ। ਚਲੋ ਮੰਨ ਲੈਂਦੇ ਹਾਂ ਕਿ ਲਾਲ ਤੇ ਗਵਾਹ ਨਾਜਰ ਸਿੰਘ ਪੈਦਲ ਆਇਆ। ਕਾਫੀ ਹਨੇਰਾ ਹੈ। ਨਾਜਰ ਸਿੰਘ ਗੋਲੀ ਦੀ ਆਵਾਜ਼ ਸੁਣ ਪਿੱਛੇ ਮੁੜ ਝਾਕਦਾ। ਪਰ ਜਨਾਬ, ਇਸ ਗਵਾਹ ਨੂੰ ਕੀ ਇਲਮ ਸੀ ਕਿ ਮਗਰ ਆ ਰਹੇ ਲਾਲ ਦੇ ਗੋਲੀ ਲੱਗ ਗਈ ਹੈ? ਚਲੋ ਇਹ ਵੀ ਮੰਨ ਲੈਂਦੇ ਹਾਂ ਕਿ ਮਰਨ ਵਾਲੇ ਦੀ ਚੀਕ ਜਾਂ ਕਿਸੇ ਹੋਰ ਵਜ੍ਹਾ ਕਰਕੇ ਮਗਰ ਝਾਕਦਾ ਹੈ। ਫਿਰ ਵੀ ਇਹਦਾ ਧਿਆਨ ਮਰਨ ਵਾਲੇ ਵੱਲ ਗਿਆ ਹੋਊ, ਨਾ ਕਿ ਹਨੇਰੀ ਰਾਤ ਕਰਕੇ ਕਾਤਲ ਵੱਲ। ਇਹ ਘਬਰਾ ਵੀ ਗਿਆ ਹੋਊ ਆਪਣੇ ਨਾਲ ਦਾ ਬੰਦਾ ਡਿੱਗਿਆ ਪਿਆ ਵੇਖ ਕੇ। ਇਹਨੂੰ ਆਸੇ-ਪਾਸੇ ਝਾਕਣ ਦੀ ਤਾਂ ਹੋਸ਼ ਰਹਿ ਹੀ ਨਹੀਂ ਗਈ ਹੋਣੀ, ਤੇ ਜੇ ਝਾਕਿਆ ਵੀ ਹੋਊ ਤਾਂ ਕਾਤਲ ਉੱਥੇ ਖੜਾ ਨਹੀਂ ਹੋਣਾ, ਇਹਦੇ ਝਾਕਣ ਦੀ ਉਡੀਕ ਕਰਦਾ। ਜਨਾਬ, ਪਹਿਲਾਂ ਇਹਨੇ ਆਖਿਆ ਸੀ ਚਰਨ ਸਿੰਘ ਨੇ ਗੋਲੀ ਚਲਾਈ, ਬਾਅਦ 'ਚ ਕਰਤਾਰ ਸਿੰਘ ਦਾ ਨਾਂ ਲੈਂਦਾ। ਜਨਾਬ, ਇਹ ਗਵਾਹ ਸਿਰੇ ਤੋਂ ਹੀ ਝੂਠਾ ਹੈ। ਜਨਾਬ, ਇਸ ਅਦਾਲਤ ਵਿੱਚ ਪਹਿਲਾਂ ਵੀ ਇਸ ਸ਼ਖਸ ਦੀਆਂ ਕਈ ਗਵਾਹੀਆਂ ਹਨ। ਜੇ ਕਿਸੇ ਤੋਂ ਫੀਮ ਫੜੀ ਤਾਂ ਇਹਦੀ ਮੌਜੂਦਗੀ, ਕਿਸੇ ਨਾਕੇ ਤੋਂ ਪੁਲਿਸ ਪਿਸਤੌਲ ਫੜਦੀ ਹੈ ਉਹ ਇੱਥੇ ਵੀ ਪਾਇਆ ਜਾਂਦਾ। ਕੀ ਇਹ ਜਾਦੂਗਰ ਹੈ ਜਿਹੜਾ ਕਿਸੇ ਵੀ ਵਾਕੂਏ 'ਤੇ ਮੌਕੇ 'ਤੇ ਪਹੁੰਚ ਜਾਂਦਾ ਹੈ? ਇਹ ਸ਼ਖਸ ਪੈਸੇ ਲੈ ਕੇ ਝੂਠੀਆਂ ਗਵਾਹੀਆਂ ਭਰਦਾ। ਇਹੋ ਜਿਹੇ ਵਿਕਾਊ ਗਵਾਹਾਂ ਨੂੰ ਤਾਂ ਫੜ ਕੇ ਅੰਦਰ ਤੁੰਨ ਦੇਣਾ ਚਾਹੀਦਾ। ਸੇਖੋਂ ਨੇ ਨਾਜਰ ਖੋਜੀ ਵੱਲੋਂ ਵੱਖ-ਵੱਖ ਅਦਾਲਤਾਂ 'ਚ ਭਰੀਆਂ ਗਈਆਂ ਕਈ ਗਵਾਹੀਆਂ ਦੀਆਂ ਨਕਲਾਂ ਜੱਜ ਸਾਹਿਬ ਅੱਗੇ ਧਰਤੀਆਂ। ਅਦਾਲਤ 'ਚ ਹਾਸੜ ਮਚ ਗਈ। ਨਾਜਰ ਖੋਜੀ ਛੱਤ ਵੱਲ ਬਿਟਰ ਵੇਖਣ ਲੱਗ ਪਿਆ। ਫਿਰ ਗਵਾਹ ਚੂੜ ਸਿੰਘ ਨੂੰ ਹਾਕ ਵੱਜੀ। ਸੋਹਣ ਦਾ ਵਕੀਲ ਹੱਥ ਮਲ ਰਿਹਾ ਸੀ। ਬਾਜੀ ਪੁੱਠੀ ਪੈਂਦੀ ਸੀ, ਉਹਨੂੰ ਸਾਫ਼ ਦਿਸ ਰਿਹਾ ਸੀ। ਹਾਂ ਵੀ ਚੂੜ ਸਿੰਘ ਜੀ, ਤੂੰ ਕੀ ਵੇਖਿਆ ਸੀ? ਸੇਖੋਂ ਨੇ ਪੁੱਛਿਆ। ਮੈਂ ਚੂੜ ਸਿੰਘ ਆਸੇ-ਪਾਸੇ ਝਾਕਣ ਲੱਗਾ। ਹਾਂ ਬੋਲ, ਤੂੰ ਕੀ ਵੇਖਿਆ ਸੀ? ਮੈਂ ਦੱਸਿਆ ਤਾਂ ਸੀ ਉਦੋਂ ਜੀ। ਚੂੜ ਨੇ ਆਪਣੀ ਬਾਚੀ ਖੋਲ੍ਹੀ ਤਾਂ ਜੱਜ ਵੀ ਮੁਸਕਰਾ ਪਿਆ।
ਚੱਲ ਮੈਂ ਹੀ ਦੱਸ ਦਿੰਦਾ। ਕੋਈ ਤਾਰਾ ਦਿਸਣ ਲੱਗ ਪਿਆ ਸੀ ਜਦੋਂ ਗੋਲੀ ਚੱਲੀ? ਹਾਂ ਜੀ, ਹਨੇਰਾ ਹੋ ਗਿਆ ਸੀ। ਚੂੜ ਨੇ ਆਖ ਨੱਕ ਵੱਲ ਉਲਰੀ ਆਉਂਦੀ ਐਨਕ ਠੀਕ ਕੀਤੀ। ਹਾਂ, ਐਨਕ ਕਦੋਂ ਲਵਾਈ ਸੀ? ਸੇਖੋਂ ਪੂਰਾ ਖੁਸ਼ ਸੀ। ਥੋ ਨਹੀਂ ਜੀ, ਉਦੋਂ ਗੜੇ ਬਹੁਤ ਪਏ ਸੀ, ਇੰਨਾ ਹੀ ਯਾਦ ਆ। ਚੂੜ ਨੇ ਆਖਿਆ ਤਾਂ ਹੱਸੜ ਮਚ ਗਈ। ਹੁਣ ਤੈਨੂੰ ਅੰਦਰ ਆਤੇ ਤੋਂ ਆਰਾਮ ਆ ਕਿ ਹੋ ਜਾਂਦਾ? ਕਾਨੂੰ ਸਾਹਿਬ ਬਹਾਦਰ, ਇਸ ਬਿਮਾਰੀ ਨੂੰ ਆਰਾਮ ਨਹੀਂ ਆਉਂਦਾ। ਬਥੇਰਾ ਇਲਾਜ ਕਰਾਇਆ ਮੈਂ, ਹੱਥ ਧੌਲੇ ਵੀ ਕਰਾਏ ਸੀ ਕਈ। ਚੂੜ ਸਿਰ ਜਿਹਾ ਮਾਰ ਗਿਆ। ਸੋਹਣ ਦਾ ਵਕੀਲ ਉਸ ਵੱਲ ਘੂਰ ਝਾਕ ਰਿਹਾ ਸੀ। ਐਨਕ ਦੇਣੀ? ਸੇਖੋ ਨੇ ਆਖਿਆ ਤਾਂ ਸੋਹਣ ਦਾ ਵਕੀਲ ਚੀਕ ਹੀ ਪਿਆ। ਜਨਾਬ, ਇਹ ਕੀ ਤਮਾਸ਼ਾ ਹੈ? ਮਾਨਯੋਗ ਜੱਜ ਸਾਹਿਬ ਜੀ, ਮੈਂ ਨਹੀਂ, ਤਮਾਸ਼ਾ ਤਾਂ ਝੂਠੇ ਖੜੇ ਕੀਤੇ ਗਵਾਹ ਕਰ ਰਹੇ ਆ। ਆਖ ਸੇਖੋ ਨੇ ਆਪ ਹਿੰਮਤ ਕਰਕੇ ਚੂੜ ਦੀਆਂ ਅੱਖਾਂ ਤੋਂ ਐਨਕ ਖਿੱਚ ਲਈ ਤੇ ਕੁਝ ਪਿੱਛੇ ਹਟ ਮੁੱਕੀ ਵੱਟ ਬੋਲਿਆ, ਆ ਮੇਰੇ ਹੱਥ ਦੀਆਂ ਕਿੰਨੀਆਂ ਉਂਗਲਾਂ? ਇਹ ਜੀ ਖੋਣੀ। ਚੂੜ ਅੱਖਾਂ ਦੀਆਂ ਝਮਕਣ ਲੱਗ ਪਿਆ ਤਾਂ ਜੱਜ ਹੱਸ ਪਿਆ। ਮਾਨਯੋਗ ਜੱਜ ਸਾਹਿਬ ਜੀਓ, ਗੌਰ ਕਰੋ। ਇਸ ਆਦਮੀ ਦਾ ਕਹਿਣਾ ਹੈ ਕਿ ਦਿਨ ਛਿਪ ਚੁੱਕਿਆ ਸੀ ਤੇ ਕੋਈ ਤਾਰਾ ਦਿਸਣ ਲੱਗ ਪਿਆ ਸੀ। ਨਾਜਰ ਸਿੰਘ ਗਵਾਹ ਦਾ ਕਹਿਣਾ ਹੈ ਕਿ ਉਹ ਹਨੇਰਾ ਹੋਏ ਤੋਂ ਸ਼ਹਿਰੋਂ ਤੁਰੇ ਸਨ। ਇਸ ਚੂੜ ਸਿੰਘ ਦੀ ਨਜ਼ਰ ਕਿੰਨੀ ਕੁ ਤੇਜ਼ ਹੈ ਤੁਸੀਂ ਵੇਖ ਹੀ ਚੁੱਕੇ ਹੋ। ਮੈਂ ਇੱਕ ਗੱਲ ਹੋਰ ਸਾਫ਼ ਕਰ ਦੇਵਾਂ ਕਿ ਅੰਧਰਾਤੇ ਵਾਲੇ ਨੂੰ ਰਾਤ ਨੂੰ ਦਿਸ ਨਹੀਂ ਰਿਹਾ ਹੁੰਦਾ। ਮਾਨਯੋਗ ਜੀ, ਇੱਕ ਗੱਲ ਮੈਂ ਹੋਰ ਦੱਸਣੀ ਚਾਹੁੰਦਾ। ਇਹ ਕਟਹਿਰੇ 'ਚ ਖੜਾ ਚਰਨ ਸਿੰਘ ਨਾਂ ਦਾ ਨੌਜਵਾਨ ਪਿੰਡ 'ਚ ਹਰਮਨ ਪਿਆਰਾ ਹੈ। ਆਪਣੇ ਕੋਲੋਂ ਖਰਚ ਕਰਕੇ ਪਿੰਡ 'ਚ ਰਾਤ ਨੂੰ ਸਕੂਲ ਚਲਾ ਰਿਹਾ। ਪਿੰਡ ਦੇ ਅਨਪੜ੍ਹ ਮਰਦ ਔਰਤਾਂ ਨੂੰ ਪੜ੍ਹਾਉਣ ਦਾ ਬੀੜਾ ਚੁੱਕਿਆ ਇਸ ਨੌਜਵਾਨ ਨੇ। ਪਿੰਡ 'ਚ ਕੋਈ ਸਾਂਝੇ ਕੰਮ ਇਹਦੀ ਦੇਖ ਰੇਖ 'ਚ ਹੋ ਰਿਹਾ। ਮਰਨ ਵਾਲੇ ਦੀ ਇਸ ਨਾਲ ਇਹਦੇ ਜਨਮ ਤੋਂ ਲਾ ਕੇ ਹੀ ਨਹੀਂ ਬਣੀ। ਰਹੀ ਗੱਲ ਜ਼ਮੀਨ ਦੇ ਲਾਲਚ ਦੀ, ਇਹ ਕਰਤਾਰ ਸਿੰਘ ਦਾ ਮੁਤਬੰਨਾ ਹੋਣ ਦੇ ਨਾਤੇ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਹਨੂੰ ਕਾਨੂੰਨਨ ਹੀ ਮਰਨ ਵਾਲੇ ਦੀ ਜ਼ਮੀਨ ਨਹੀਂ ਮਿਲਣੀ। ਫਿਰ ਕਤਲ ਕਰੂ ਹੀ ਕਿਉਂ? ਹੋਰ ਮੈਂ ਕੁਝ ਨਹੀਂ ਕਹਿਣਾ। ਹਾਂ, ਜਿਸ ਟਰੈਕਟਰ ਵਾਲੇ ਮੁੰਡੇ ਨੇ ਲਾਸ਼ ਆ ਕੇ ਚੱਕੀ ਆ, ਉਹਦਾ ਕਹਿਣਾ ਹੈ ਕਿ ਲਾਸ਼ ਕੁਚਲੀ ਪਈ ਸੀ, ਕੁੱਤੇ ਮੂੰਹ ਮਾਰ ਰਹੇ ਸਨ। ਡਾਕਟਰ ਦੀ ਰਿਪੋਰਟ ਵੀ ਇਹ ਕੁਝ ਕਹਿ ਰਹੀ ਹੈ। ਗੋਲੀ ਵੀ ਲੱਗੀ ਹੈ, ਉੱਪਰ ਦੀ ਕੋਈ ਵਹੀਕਲ ਵੀ ਟੱਪਿਆ। ਆਖ ਸੇਖੋਂ ਬੈਠ ਗਿਆ। ਆਪਣੀ ਸੀਟ ਮੱਲ ਲਈ। ਜੱਜ ਅਗਲੀ ਤਰੀਕ ਬਹਿਸ ਤੇ ਰੱਖ ਉੱਠ ਖਲੋਤਾ ਸੀ। ਚਰਨ ਤੇ ਕਰਤਾਰੇ ਨੂੰ ਪੁਲਿਸ ਵਾਲਿਆਂ ਕਚਹਿਰੀਆਂ 'ਚ ਬਣੀ ਹਵਾਲਾਤ 'ਚ ਲਿਆ ਬੰਦ ਕੀਤਾ ਸੀ। ਸਾਰੇ ਤਰੀਕਾਂ ਵਾਲੇ ਕੱਚੇ ਕੈਦੀ 5 ਵਜੇ ਜੇਲ੍ਹ ਦੀ ਬੱਸ 'ਚ ਬਿਠਾ ਜੇਲ੍ਹ ਲੈ ਜਾਣੇ ਸਨ। ਜਸਬੀਰ ਵੀ ਤਰੀਕ 'ਤੇ ਆਈ ਸੀ। ਉਹਨੇ ਪੁਲਿਸ ਵਾਲਿਆਂ ਤੋਂ ਇਜਾਜ਼ਤ ਲੈ ਵੱਖਰੇ ਹੋ ਕਾਫੀ ਚਿਰ ਚਰਨ ਨਾਲ ਗੱਲਾਂ ਕੀਤੀਆਂ ਸਨ। ਚਰਨ ਨੂੰ ਜੇਲ੍ਹ 'ਚ 7 ਮਹੀਨੇ ਹੋ ਗਏ ਸਨ। ਇਹਨਾਂ 7 ਮਹੀਨਿਆਂ 'ਚ ਜਸਬੀਰ ਦੇ ਸਰੀਰ 'ਚ ਬਹੁਤ ਬਦਲਾਅ ਆਇਆ ਸੀ। 1 ਮਹੀਨੇ ਬਾਅਦ ਉਹ ਪਿਓ ਬਣਨ ਵਾਲਾ ਸੀ। ਆਪਣਾ ਖਿਆਲ ਰੱਖਿਆ ਕਰ। ਤਰੀਕ 'ਤੇ ਕਾਹਨੂੰ ਆਉਣਾ ਸੀ? ਅਜੇ ਮਹੀਨਾ ਪਿਆ, ਫਿਕਰ ਨਾ ਕਰ। ਆਖ ਜਸਬੀਰ ਨੀਵੀਂ ਪਾ ਗਈ। ਉਮੀਦ ਆ ਅਗਲੀ ਤਰੀਕ 'ਤੇ ਬਹਿਸ ਹੋ, ਉਸ ਦਿਨ ਹੀ ਫੈਸਲਾ ਹੋ ਜਾਵੇ ਜਾਂ 1 ਤਰੀਕ ਹੋਰ ਪੈ ਜਾਏ। ਮੈਂ ਤੇਰੇ ਜਾਪੇ ਵੇਲੇ ਘਰ ਹੀ ਹੋਵਾਂਗਾ। ਕੇਸ ਦੇ ਆਸਾਰ ਇਹੋ ਕਹਿ ਰਹੇ ਆ। ਹਾਂ, ਸਾਰੇ ਇਉਂ ਹੀ ਕਹਿੰਦੇ ਆ। ਵਕੀਲ ਸਾਹਿਬ ਤਾਂ ਮੈਨੂੰ ਕਹਿੰਦਾ ਸੀ ਬੱਚਾ 1 ਦਿਨ ਵੀ ਕੈਦ ਨਹੀਂ ਹੋਣ ਦਿੰਦਾ। ਹਾਂ, ਅੱਜ ਦੇ ਹਾਲਾਤ ਤਾਂ ਜਮਾਂ ਹੀ ਕੇਸ ਪਲਟ ਚੁੱਕੇ ਆ। ਚੱਲ ਇਹ ਛੱਡ, ਹੋਰ ਸੁਣ। ਭਾਵੇਂ ਮੁੰਡਾ ਭਾਵੇਂ ਕੁੜੀ, ਆਪਾਂ ਹੋਰ ਬੱਚਾ ਨਹੀਂ ਲੈਣਾ। ਇੱਕ ਨੂੰ ਹੀ ਚੰਗੀ ਤਾਲੀਮ ਦਵਾਈ ਜਾਵੇ, ਬਹੁਤ ਆ। ਚਰਨ ਨੇ ਗੱਲ ਨੂੰ ਮੋੜਾ ਦੇ ਦਿੱਤਾ। ਚਲੋ ਬੀਬਾ, ਹੁਣ ਤੁਸੀਂ ਬਹੁਤ ਗੱਲਾਂ ਕਰ ਲਈਆਂ। ਚਰਨ ਸਿੰਘ, ਸਾਡੀ ਵੀ ਮਜਬੂਰੀ ਹੈ ਯਾਰ, ਇੱਕ ਪੁਲਿਸੀਏ ਨੇ ਆਖਿਆ ਤਾਂ। ਚਰਨ ਸਿੰਘ ਸਿਰ ਹਿਲਾ ਗਿਆ। ਜਸਬੀਰ ਵਕੀਲ ਦੇ ਫੱਟੇ ਵੱਲ ਤੁਰ ਗਈ, ਜਿੱਥੇ ਦਲੀਪ ਤੇ ਸੁਖਦੇਵ ਹੋਣੀ ਪਹਿਲਾਂ ਹੀ ਬੈਠੇ ਸਨ। ਸੰਤੋ ਤੇ ਜਸਬੀਰ ਵੇਲੇ ਨਾਲ ਹੀ ਗਲੀ ਵਾਲਾ ਗੇਟ ਲਾ ਦਿੰਦੀਆਂ ਸਨ। ਸੁਖਦੇਵ ਦਾ ਵੀ ਪਿੰਡ ਜਾਏ ਬਿਨ ਨਹੀਂ ਸਰਦਾ ਸੀ। ਉਹ 25 ਦਿਨ ਹੀ ਗੇੜਾ ਮਾਰਦਾ ਰਹਿੰਦਾ। ਚਿੱਤੋਂ ਪੈਰ ਰਹਿਣਾ ਉਹਨੂੰ ਵੀ ਘਰ ਛੱਡ ਕੇ ਔਖਾ ਸੀ। ਦਲੀਪ ਦਿਨ ਵੇਲੇ 1 ਅੱਧ ਗੇੜਾ ਜ਼ਰੂਰ ਮਾਰ ਜਾਂਦਾ। ਦਿਨੇ 2-4 ਆਂਢ ਗੁਆਂਢ 'ਚੋਂ ਕੁੜੀਆਂ ਕਤਰੀਆਂ ਵੀ ਆ ਜਾਂਦੀਆਂ। ਜਸਬੀਰ ਨੂੰ ਪੜ੍ਹਾਉਣ ਦਾ ਕੰਮ ਬੰਦ ਕਰਨਾ ਪਿਆ ਸੀ। ਉਹ 9ਵੇਂ ਮਹੀਨੇ 'ਚ ਪੈਰ ਪਾ ਚੁੱਕੀ ਸੀ। ਹਲਕੇ ਫੁਲਕੇ ਘਰ ਦੇ ਕੰਮ ਕਰ ਲੈਂਦੀ। ਸੋਹਣ ਨੂੰ ਵੀ ਮੁਕੱਦਮਾ ਚਰਨ ਦੇ ਪੱਖ 'ਚ ਜਾਂਦਾ ਦਿਸ ਰਿਹਾ ਸੀ। ਉਹ ਖਿਝਿਆ ਗਿਆ ਗਲੀਆਂ 'ਚ ਹਲਕੇ ਕੁੱਤੇ ਵਾਂਗ ਫਿਰਦਾ ਰਹਿੰਦਾ ਸੀ। ਜਿਸ ਦਿਨ ਵਕੀਲਾਂ ਦੀ ਬਹਿਸ ਹੋਈ ਸੀ, ਉਹ ਆਪਣੇ ਵਕੀਲ ਨਾਲ ਹੀ ਤੂੰ ਮੈਂ ਤੇ ਉਤਰ ਆਇਆ ਸੀ। ਵਕੀਲ ਵੀ ਖਰੀਆਂ ਸੁਣਾ ਗਿਆ ਸੀ। ਤੁਸੀਂ ਇਹ ਮੁਕੱਦਮਾ ਆਪਣੀ ਬੇਵਕੂਫੀ ਨਾਲ ਪਲਟਾ ਦਿੱਤਾ ਹੈ। ਇੱਕ ਵੀ ਗਵਾਹ ਤੁਸੀਂ ਚੱਜ ਹਾਲ ਦਾ ਨਹੀਂ ਭਾਲ ਸਕੇ। ਤਿੰਨੇ ਗਵਾਹ ਹੀ ਪਾਗਲ ਕਿਸਮ ਦੇ, ਅਕਲ ਵੱਲੋਂ ਥੋਥੇ। ਪੈਸੇ ਝੋਕਣੇ ਸਨ ਤਾਂ ਕੁਝ ਤਾਂ ਸੋਚਦੇ। ਗਵਾਹ ਤਾਂ ਮੁਸਤਕਿਲ ਹੁੰਦੇ। ਗਵਾਹਾਂ ਨੂੰ ਰੱਟਾ ਤੂੰ ਲਵਾਉਣਾ ਸੀ ਜਾਂ ਅਸੀਂ? ਤੈਨੂੰ ਪੈਸੇ ਕਾਹਦੇ ਲਈ ਦਿੱਤੇ ਸੀ? ਵਕਾਲਤ ਕਰਨ ਲਈ ਨਾ, ਤੇਰੀ ਜ਼ਿੰਮੇਵਾਰੀ ਸੀ। ਗਵਾਹ ਤਾਂ ਕਹਿੰਦੇ ਆ ਸਾਨੂੰ ਵਕੀਲ ਨੇ ਬਿਆਨ ਹੀ ਨਹੀਂ ਚੱਜ ਨਾਲ ਸਮਝਾਏ, ਐਵੇਂ ਹਿੱਕ ਠੋਕਰੀ ਗਿਆ ਸੀ। ਸੋਹਣ ਵੀ ਗਰਮ ਹੋ ਗਿਆ। ਮੁਕੱਦਮੇ 'ਤੇ ਹਜ਼ਾਰਾਂ ਰੁਪਈਆ ਲੱਗਾ ਭੰਗ ਦੇ ਭਾੜੇ ਜਾਂਦਾ ਦਿਸ ਰਿਹਾ ਸੀ। ਰੱਟਾ ਵੀ ਲਵਾਇਆ। ਅਕਲ ਵਾਲਿਆਂ ਦੇ ਖਾਨੇ 'ਚ ਪੈਂਦਾ ਹੈ। ਮੈਂ 2 ਦਿਨ ਮੱਥਾ ਮਾਰਿਆ ਸੀ। ਉਹਨਾਂ 'ਤੇ ਪੂਰੀ
ਸਿਰ ਖਪਾਈ ਕੀਤੀ ਸੀ। ਉਹਨਾਂ ਦਾ ਵਕੀਲ ਜੇ ਪਤਾ ਕਰ ਸਕਦਾ ਹੈ ਸੂਆ ਬੰਦ ਸੀ, ਖਾਲ 'ਚ ਪਾਣੀ ਨਹੀਂ ਸੀ, ਤੂੰ ਕਿਉਂ ਨਾ ਸੋਚੀ ਪਹਿਲਾਂ ਇਹ ਗੱਲ? ਸੋਹਣ ਬੋਲਿਆ। ਆਪਣੇ ਥਾਵੇਂ ਉਹ ਵੀ ਸੱਚਾ ਸੀ। ਯਾਰ 10 ਨੰਬਰ ਦੀ ਐਨਕ ਵਾਲਾ ਗਵਾਹ ਲਿਆ ਕੇ ਮੇਰੇ ਸਿਰਹਾਣੇ ਖੜਾ ਕਰ ਦਿੰਦੇ ਆ, ਉਹ ਵੀ ਉਹ ਜਿਹਨੂੰ ਰਾਤ ਨੂੰ ਦਿਸ ਹੀ ਨਹੀਂ ਰਿਹਾ। ਨਾਜਰ ਇੱਥੇ ਕਚਹਿਰੀ ਹਰ ਵਕਤ ਧੱਕੇ ਖਾਂਦਾ, ਤੁਸੀਂ ਹੋਰ ਭਾਲ ਲੈਂਦੇ ਕੋਈ। ਸੋਹਣ ਤੇ ਵਕੀਲ ਪੂਰਾ ਝਗੜੇ ਸਨ, ਪਰ ਵਕੀਲ ਪੈਸੇ ਹਜਮ ਕਰ ਚੁੱਕਿਆ ਸੀ, ਹੁਣ ਨਾ ਹੀ ਉਹਦੇ ਵੱਸ ਕੁਝ ਰਿਹਾ ਸੀ। ਗੁਰਦੌਰ ਸਿੰਘ ਨੇ ਵੀ ਆਪਣੇ ਵੱਲੋਂ ਪੂਰੀ ਮਿਹਨਤ ਕੀਤੀ ਸੀ, ਪਰ ਕੁਝ ਨਹੀਂ ਹੋਣ ਵਾਲਾ ਸੀ। ਤੇ ਹੁਣ ਤਾਂ ਹੀ ਸੋਹਣ ਖਿਜਿਆ ਪਿੰਡ 'ਚ ਭੂਤਰੇ ਸਾਹ ਵਾਂਗ ਫਿਰਦਾ ਰਹਿੰਦਾ ਸੀ। ਸੋਹਣ ਇੱਕ ਦਿਨ ਸ਼ਰਾਬ ਨਾਲ ਰੱਜਿਆ ਕਰਤਾਰੇ ਕੇ ਘਰੇ ਵੜ ਗਿਆ। ਜਸਬੀਰ ਤਾਂ ਅੰਦਰ ਸਬਾਤ 'ਚ ਸੀ, ਸੰਤੋ ਚੌਂਤਰੇ 'ਚ ਬੈਠੀ ਕੋਈ ਕੰਮ ਕਰ ਰਹੀ ਸੀ। ਸੋਹਣ ਠਾਹ ਦੇਣੇ ਰਾਹ ਵਾਲੇ ਗੇਟ 'ਚ ਵੱਜਿਆ ਸੀ। ਸੋਹਣ ਨੂੰ ਘਰੇ ਵੜਦਾ ਵੇਖ ਸੰਤੋ ਦਾ ਮੱਥਾ ਠਣਕਿਆ। ਬੁੜੀਏ, ਕਿੱਥੇ ਆ ਤੇਰੀ ਮਾਟਰ? ਨਹੀਂ ਕੱਢ ਬਾਹਰ ਉਹਨੂੰ। ਸੋਹਣ ਨੇ ਬੜਕ ਮਾਰੀ ਸੀ। ਜਸਵੀਰ ਵੀ ਬਾਰੀ ਵਿੱਚ ਦੀ ਝਾਕੀ ਸੀ। ਸੋਹਣ ਨੂੰ ਵੇਖ ਖਾਨਿਓਂ ਗਈਆਂ ਸਨ। ਭਾਈ ਤੂੰ ਸ਼ਰਾਬੀ ਆ, ਸੁਰਤ ਨਹੀਂ ਤੈਨੂੰ, ਕੀ ਕਰੀ ਜਾਣਾ? ਆਪਣੀ ਗੱਲ ਕਿੱਥਿਆਂ ਦੀ ਕਿੱਥੇ ਤੱਕ ਪਹੁੰਚ ਗਈ ਹੈ, ਮੁੜ ਜਾ ਪਿੱਛੇ। ਸੰਤੋ ਉੱਠ ਕੇ ਖੜੀ ਹੋ ਗਈ। ਆਉਣ ਵਾਲੇ ਖਤਰੇ ਨੂੰ ਵੇਖ ਲੱਤਾਂ ਕੰਬਣ ਲੱਗ ਪਈਆਂ। ਬੁੜੀਏ, ਤੂੰ ਘਰ ਦੇ ਕੰਮ ਧੰਦੇ ਕਰਿਆ ਕਰੀ, ਮਾਸਟਰ ਨਹੀਂ ਮੇਰੀ ਬਣੂ, ਇਹਨੂੰ ਮੈਂ ਘਰ ਵਸਾ ਲੈਣਾ। ਸੋਹਣ ਦੀਆਂ ਲੱਤਾਂ ਡੋਲ ਰਹੀਆਂ ਸਨ। ਜੇ ਤੁਰ ਜਾਵੇਂ ਤਾਂ ਖੈਰ ਆ, ਨਹੀਂ ਮੈਂ ਤੇਰੀ ਇਹੋ ਜਿਹੀ ਭੁਗਤ ਸਵਾਰੂ, ਯਾਦ ਕਰੇਂਗਾ ਕੁੱਤਿਆ। ਆਖਦੀ ਜਸਬੀਰ ਅੰਦਰੋਂ ਬਾਹਰ ਨਿਕਲੀ ਸੀ ਤੇ ਉਹਨੇ ਕੰਧੋਲੀ ਨਾਲ ਪਿਆ ਘੋਟਣਾ ਚੱਕ ਲਿਆ ਸੀ। ਇੰਨੀ ਹਿੰਮਤ ਤੇਰੀ, ਇੰਨੀ? ਆ ਢਿੱਡ 'ਚ ਕਮੂਤ ਦਾ ਬੀ ਲੈ ਕੇ ਤੂੰ ਤੁਰਨ ਜੋਗੀ ਤਾਂ ਊਂ ਨਹੀਂ। ਕੋਈ ਗੱਲ ਨਹੀਂ, ਅਗਲੀ ਵਾਰੀ ਮੇਰਾ ਹੋਊ। ਤੇ ਤੂੰ ਅੱਗੇ ਪਤਾ ਨਹੀਂ ਉਹ ਕੀ ਆਖਦਾ। ਜਸਬੀਰ ਨੇ ਉਸ ਵੱਲ ਘੋਟਣਾ ਚਲਾਇਆ ਜੋ ਸੋਹਣ ਦੇ ਟੁੱਟਵਾਂ ਜਿਹਾ ਮੋਢੇ 'ਤੇ ਵੱਜਿਆ। ਸੋਹਣ ਨੇ ਘੋਟਣਾ ਫੜ ਜਸਬੀਰ ਨੂੰ ਧੱਕਾ ਮਾਰਿਆ ਤਾਂ ਉਹ ਸੰਭਲ ਨਾ ਸਕੀ ਤੇ ਢਿੱਡ ਪਰਨੇ ਜਾ ਡਿੱਗੀ ਤੇ ਨਾਲ ਦੀ ਨਾਲ ਹੀ ਉਹਦੀ ਚੀਕ ਨਿਕਲੀ। ਸੰਤੋ ਰੌਲਾ ਪਾਉਣ ਲੱਗ ਪਈ ਤਾਂ ਆਂਢ ਗੁਆਂਢ ਇਕੱਠਾ ਹੋ ਗਿਆ। ਸੋਹਣ ਛੋਟੇ ਗੇਟ ਨਿਕਲ ਗਿਆ। ਸੰਤੋ ਇੱਕੋ ਸਾਰ ਰੌਲਾ ਪਾ ਰਹੀ ਸੀ, ਨਹੀਂ ਸੰਭਾਲੋ ਮੇਰੀ ਧੀ ਨੂੰ, ਕੋਈ ਸੰਭਾਲੋ। ਤੀਵੀਆਂ ਨੇ ਚੱਕ ਜਸਬੀਰ ਨੂੰ ਮੰਜੇ 'ਤੇ ਪਾ ਲਿਆ। ਪਤਾ ਲੱਗਾ ਸੀ ਤਾਂ ਦਲੀਪ ਵੀ 1-2 ਜਣਿਆਂ ਨਾਲ ਆ ਗਿਆ। ਸੋਹਣ ਦੀ ਇਸ ਕਰਤੂਤ 'ਤੇ ਸਾਰੇ ਦੰਦੀਆਂ ਪੀ ਰਹੇ ਸਨ। ਜਸਬੀਰ ਨੂੰ ਸੁਰਤ ਤਾਂ ਆ ਗਈ, ਪਰ ਪੇਟ 'ਚ ਦਰਦਾਂ ਸ਼ੁਰੂ ਹੋ ਗਈਆਂ। ਉਹ ਦਰਦ ਨਾਲ ਪੀਲੀ ਭੂਖ ਹੁੰਦੀ ਗਈ। ਪਿੰਡ 'ਚੋਂ RMP ਡਾਕਟਰ ਤਾਂ ਲਿਆਂਦਾ, ਪਰ ਉਹ ਸਿਰ ਫੇਰ ਗਿਆ। ਉਹਦੇ ਸਮਝੋਂ ਬਾਹਰ ਗੱਲ ਸੀ। ਜਸਬੀਰ ਨੂੰ ਸ਼ਹਿਰ ਦੇ ਇੱਕ ਨਰਸਿੰਗ ਹੋਮ 'ਚ ਲਿਜਾਣਾ ਪਿਆ ਸੀ, ਜਿੱਥੇ ਰਾਤ ਨੂੰ 2 ਵਜੇ ਜਾ ਕੇ ਕਿਤੇ ਮੁਰਦੇ ਬੱਚੇ ਨੇ ਜਨਮ ਲਿਆ ਸੀ। ਜਸਬੀਰ ਦੀ ਜਾਨ ਹੀ ਮਸਾਂ ਬਚੀ ਸੀ। ਲੇਡੀ ਡਾਕਟਰ ਨੇ ਦੱਸਿਆ ਸੀ ਕਿ ਬੱਚੇ ਦੀ ਮੌਤ ਹੀ ਡਿੱਗਣ ਕਰਕੇ ਹੋਈ ਹੈ। ਸ਼ੁਕਰ ਕਰੋ ਜੱਚਾ ਦੀ ਜਾਨ ਬਚ ਗਈ। ਪਾਣੀ ਵਾਲੀ ਥੈਲੀ ਫੁੱਟਣ ਨਾਲ ਅੰਦਰ ਜ਼ਹਿਰ ਫੈਲ ਸਕਦਾ ਸੀ। ਸੁਖਦੇਵ ਨੇ ਦਲੀਪ ਨੂੰ ਆਖਿਆ ਸੀ ਕਿ ਸੋਹਣ ਤੇ ਪਰਚਾ ਕਟਵਾ ਦੇਈਏ। ਇਹ ਬਰਦਾਸ਼ਤ ਤੋਂ ਬਾਹਰੀ ਗੱਲ ਆ, ਹੱਦ ਹੁੰਦੀ ਹੈ ਹਰ ਚੀਜ਼ ਦੀ। ਉਹ ਹੁਣ ਹੱਦ ਲੰਘ ਗਿਆ, ਪਰ ਦਲੀਪ ਨਹੀਂ ਮੰਨਿਆ ਸੀ। ਉਹਦੀ ਆਪਣੀ ਸੋਚ ਸੀ। ਸੁਖਦੇਵ ਸਿਆਂ ਬਈ ਪਰਚਾ ਤਾਂ ਕਟਵਾ ਦੇਈਏ, ਮੈਂ ਕਿਹੜਾ ਨਿਆਣਾ, ਸਭ ਸਮਝਦਾ ਮੈਂ ਵੀ, ਪਰ ਜਸਬੀਰ ਦੀ ਇੱਜ਼ਤ ਕਚਹਿਰੀਆਂ ਰੋਲਣ ਵਾਲੀ ਗੱਲ ਹੋਊ। ਪੁਲਿਸ ਦੇ ਉਲਟੇ ਸਿੱਧੇ ਸਵਾਲ ਸੁਣਨੇ ਪੈਣਗੇ। ਫਿਰ ਵਕੀਲਾਂ ਦੀ ਕੁੱਕੜ ਲੜਾਈ 'ਚ ਜਿਹੜੀ ਖੇਹ ਉੱਡੂ ਉਹ ਵੱਖਰੀ। ਤੂੰ ਇਹੋ ਜਿਹੇ ਕੇਸਾਂ ਨੂੰ ਨਹੀਂ ਜਾਣਦਾ, ਦਲੀਪ ਨੇ ਸਮਝਾਇਆ। ਇਹ ਵੀ ਆਖਿਆ ਕਿ ਚਰਨ ਨੇ ਵੀ ਕੇਸ ਕਰਨ ਦੇ ਹੱਕ 'ਚ ਨਹੀਂ ਹੋਣਾ। ਉਹਨੇ ਤਾਂ ਇੱਥੋਂ ਤੱਕ ਵੀ ਆਖਿਆ ਸੀ ਕਿ ਚਰਨ ਤੋਂ ਇਹ ਘਟਨਾ ਅਜੇ ਲੁਕੋਈ ਜਾਵੇ। ਕੋਈ ਵੀ ਮੁਲਾਕਾਤ ਕਰਨ ਜਾਵੇ ਤਾਂ ਮੂੰਹ ਬੰਦ ਰੱਖੇ, ਪਰ ਇਹ ਹੋ ਨਹੀਂ ਸਕਿਆ ਸੀ। ਕਿਹਦਾ ਮੂੰਹ ਫੜਿਆ ਜਾ ਸਕਦਾ ਸੀ? ਕੱਦੀ ਮੁਲਾਕਾਤ ਕਰਨ ਗਿਆ, ਦੱਸ ਆਇਆ ਸੀ। ਚਰਨ ਤੇ ਕਰਤਾਰਾ ਧਾਹਾਂ ਮਾਰ ਰੋਏ ਸਨ। ਨਾਲ ਦਿਆਂ ਹਵਾਲਾਤੀਆਂ ਮਸਾਂ ਚੁੱਪ ਕਰਾਏ ਸਨ। ਬੈਰਕ 'ਚ ਸੋਗ ਛਾ ਗਿਆ ਸੀ। ਹਵਾਲਾਤੀ ਚਰਨ ਦਾ ਦਿਲ ਧਰਾਉਂਦੇ ਆਖ ਰਹੇ ਸਨ, ਲੈ ਵੀ ਜਵਾਨਾ, ਤੂੰ ਵੀ ਹਰਾਮ ਦਾ ਬੀ ਹੋਵੇਂ ਜੋ ਉਸ ਜੱਟ ਦੇ ਟੁਕੜੇ ਨਾ ਕਰੇ। ਆਹੋ ਠੀਕ ਕਹਿੰਦਾ ਭਾਊ, ਅੱਗੇ ਸੁੱਕਾ ਹੀ ਫਸਿਆ ਬੈਠਾ ਹੈ, ਗਿੱਲਾ ਹੋ ਗਿਆ। ਮਰਦਾ ਪੁੱਤਾਂ ਤਾਂ ਇੱਕ ਬਜ਼ੁਰਗ ਨੇ ਉਹਦਾ ਮੋਢਾ ਥਾਪੜ ਆਖਿਆ ਸੀ। ਸਾਰੇ ਹਵਾਲਾਤੀਆਂ ਨੇ ਆਪੋ ਆਪਣੀਆਂ ਸਕੀਮਾਂ ਦੱਸੀਆਂ ਸਨ। ਹਰ ਸਕੀਮ ਜਾ ਕੇ ਸੋਹਣ ਦੇ ਕਤਲ 'ਤੇ ਹੀ ਬਰੇਕ ਲਾਉਂਦੀ ਸੀ। ਕੰਮ ਜੁਗਤ ਨਾਲ ਕਰੀ, ਪੂਰੀ ਵਿਉਂਤ ਬਣਾ ਕੇ। 1 ਦਿਨ ਦੀ ਵੀ ਹੋ ਗਈ ਤਾਂ ਮੇਰੀ ਮੂਤ ਨਾਲ ਦਾੜੀ ਮੁੰਨਦੀ, ਕਹਿਣ ਵਾਲੇ ਕਹਿ ਰਹੇ ਸਨ। ਕਰਤਾਰਾ ਚੁੱਪ ਸੀ, ਕਿਸੇ ਡੂੰਘੀ ਸੋਚ ਵਿੱਚ। ਚਰਨ ਮੌਨਧਾਰੀ ਬੈਠਾ ਸੀ। ਜੀ ਕਰਦਾ ਸੀ ਉੱਡ ਕੇ ਜਾ ਵੜੇ ਜਸਬੀਰ ਕੋਲ, ਪਰ ਇਹ ਨਾਮੁਮਕਿਨ ਸੀ। ਉੱਚੀਆਂ ਅਸਮਾਨ ਵੱਲ ਝਾਕਦੀਆਂ ਕੰਧਾਂ ਕਿਸੇ ਦਿਓ ਵਾਂਗ ਰਾਹ ਰੋਕੀ ਖੜੀਆਂ ਸਨ। ਤਰੀਕ 'ਚ ਅਜੇ ਕਈ ਦਿਨ ਪਏ ਸਨ। ਅੱਗੇ ਅਦਾਲਤ ਦੀ ਮਰਜ਼ੀ, ਫੈਸਲਾ ਇਸ ਤਰੀਕ 'ਤੇ ਹੀ ਪੂਰਾ ਹੋ ਜਾਂਦਾ ਸੀ ਜਾਂ 1 ਤਰੀਕ ਪੈ ਜਾਣੀ ਸੀ, ਪਰ ਕੇਸ ਬਰੀ ਹੋ ਜਾਣ ਦੇ ਪੂਰੇ ਆਸਾਰ ਸਨ। ਅੰਗ 23ਵਾਂ। ਜਸਬੀਰ ਉੱਠਣ ਬੈਠਣ ਲੱਗ ਗਈ ਸੀ। ਕਈ ਦਿਨ ਤੋਂ ਰੋਂਦੀ ਧਾਰ ਨਹੀਂ ਧਰਦੀ ਰਹੀ ਸੀ, ਪਰ ਕਿੰਨਾ ਕੁ ਚਿਰ ਆਖਰ ਹੌਲੀ ਹੌਲੀ ਸੰਭਲਣਾ ਪਿਆ ਸੀ। ਇੱਕ ਦਿਨ ਕਮਿਕਰ ਆਇਆ।
ਤੇ ਸਿਰ ਤੇ ਹੱਥ ਰੱਖ ਹੌਸਲਾ ਦੇ ਤੁਰ ਗਿਆ। ਵੇਖ ਭੈਣ ਮੇਰੀਏ, ਦੁੱਖ ਸੁੱਖ ਸਰੀਰਾਂ ਦੇ ਨਾਲ ਹੀ ਹੁੰਦੇ ਆ। ਰੋ ਕੇ ਕੱਟ ਲਈਏ ਭਾਵੇਂ ਹੱਸ ਕੇ। ਆਉਣ ਵਾਲੀ ਤਰੀਕ ਤੇ ਚਰਨ ਹੋਣਾ ਬਰੀ ਹੋ ਹੀ ਜਾਣਾ। ਤੂੰ ਉਹਨੂੰ ਆਇਆਂ ਦਾ ਹੱਸ ਕੇ ਸਵਾਗਤ ਕਰਨਾ। ਮਰੂ ਮਰੂ ਕੀਤਿਆਂ ਕੁਝ ਨਹੀਂ ਬਣਨਾ। ਤੂੰ ਸਮਝ ਲੈ, ਇਸ ਨੇਕੀ ਤੇ ਬਦੀ ਦੀ ਜੰਗ ਦਾ ਅੰਤ ਬਹੁਤ ਨੇੜੇ ਆ। ਤੈਨੂੰ ਕਿਸੇ ਚੀਜ਼ ਦੀ ਲੋੜ ਆ, ਸੰਗੀ ਨਾ। ਮੈਨੂੰ ਭਰਾ ਸਮਝ ਦੱਸ ਦੇ, ਜੋ ਹੋ ਸਕਿਆ ਕਰੂੰ। ਹੁਣ ਵੀ ਮੈਂ ਲੁਕ ਛਿਪ ਕੇ ਆਇਆ, ਫਿਰ ਪਤਾ ਨਹੀਂ ਕਦੋਂ ਗੇੜਾ ਵੱਜੇ। ਪੁਲਿਸ ਮੇਰੇ ਮਗਰ ਆ। ਆਖ ਮਿੱਕਰ ਨੇ ਜਸਵੀਰ ਦਾ ਮੋਢਾ ਥਾਪੜਿਆ ਤੇ ਆਪਣਾ ਝੋਲਾ ਮੋਢੇ ਪਾ ਜੇਬ ਚੋਂ ਕੁਝ ਰੁਪਏ ਕੱਢ ਉਸ ਵੱਲ ਵਧਾਏ। ਬਸ ਵੀਰਾ, ਮੈਨੂੰ ਸਾਰਾ ਕੁਝ ਮਿਲ ਗਿਆ। ਜਦ ਕੋਈ ਭਰਾ ਭੈਣ ਨੂੰ ਹੌਸਲਾ ਹੀ ਦੇ ਦੇਵੇ, ਉਹ ਤੋਂ ਵੱਡਾ ਕੁਝ ਨਹੀਂ ਹੁੰਦਾ। ਬਾਕੀ ਸਭ ਨਿਗੂਣੀਆਂ ਚੀਜ਼ਾਂ। ਭੈਣ ਲਈ ਤਾਂ ਭਰਾ ਦਾ ਸਿਰ ਤੇ ਹੱਥ ਹੀ ਵੱਡਾ ਹੁੰਦਾ। ਇਹ ਰਹਿਣ ਦੇ। ਜਸਵੀਰ ਅੱਖਾਂ ਭਰ ਆਈ। ਨਹੀਂ, ਰੱਖ ਲੈ ਭੈਣ, ਆਖ ਕਮਿੱਕਰ ਤੁਰ ਗਿਆ। ਚਰਨ ਹੋਣਾ ਦੀ ਆਖਰੀ ਤਰੀਕ ਸੀ। ਜੱਜ ਨੇ ਫੈਸਲਾ ਦੇ ਦੇਣਾ ਸੀ। ਦਲੀਪ ਤੇ ਕੱਦੀ ਹੋਰ ਕਈ ਆਦਮੀਆਂ ਸਮੇਤ ਸਦਿਆਂ ਹੀ ਵਕੀਲ ਦੇ ਫੱਟੇ ਤੇ ਆ ਬੈਠੇ ਸਨ। ਸੋਹਣ ਵੀ ਨਾਜ਼ਰ ਖੋਜੀ ਹੋਣਾ ਨਾਲ ਆਪਣੇ ਵਕੀਲ ਦੇ ਫੱਟੇ ਤੇ ਸਿਰ ਸੁੱਟੀ ਬੈਠਾ ਸੀ। ਵਕੀਲ ਨੇ ਉਹਨੂੰ ਚਿੱਟਾ ਜਵਾਬ ਦੇ ਦਿੱਤਾ ਸੀ ਕਿ ਕੇਸ ਬਰੀ ਹੋ ਜਾਊ। ਸੋਹਣ ਅੱਗੇ ਦੀ ਸੋਚ ਬੋਲਿਆ ਸੀ, ਜੇ ਹਾਈ ਕੋਰਟ 'ਚ ਅਪੀਲ ਕਰ ਦਈਏ ਤਾਂ ਚੁੱਪ ਕਰਕੇ ਘਰੇ ਬਹਿ ਜੀ। ਮੁਕੱਦਮੇ 'ਚ ਤੇਰੇ ਗਵਾਹਾਂ ਜਾਣ ਨਹੀਂ ਰਹਿਣ ਦਿੱਤੀ। ਹਾਈ ਕੋਰਟ ਕੀ ਕਰੂ? ਆਖ ਵਕੀਲ ਕੱਛ 'ਚ ਫਾਈਲਾਂ ਤੁੰਨ ਕਿਸੇ ਹੋਰ ਅਦਾਲਤ ਨੂੰ ਤੁਰ ਗਿਆ ਸੀ। ਪਰ ਸੋਹਣ ਦੇ ਮਨ 'ਚ ਹੋਰ ਹੀ ਘੋੜ ਦੌੜ ਜੀ ਹੋਣ ਲੱਗ ਪਈ। ਮਨਾ ਗੱਲ ਤਾਂ ਹੁਣ ਚਰਨ ਦੇ ਕਤਲ ਨਾਲ ਹੀ ਮੁੱਕਣੀ ਆ। ਜਦ ਚਰਨ ਵਾਲੀ ਦੇ ਢਿੱਡ ਵਿਚਲਾ ਠੋਕ ਕੇ ਮੈਂ ਆਰਾਮ ਨਾਲ ਫਿਰਦਾ ਹਾਂ, ਕਿਸੇ ਨੇ ਚੂੰ ਤੱਕ ਨਹੀਂ ਕੀਤੀ। ਚਰਨ ਦੀ ਮੌਤ ਦੇ ਬਾਅਦ ਕਿਹਨੇ ਕੁਸਕਣਾ? ਉਹਦਾ ਧਿਆਨ ਪਲਟਿਆ ਸੀ ਜਦ ਹਾਕਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਜੱਜ ਸਾਹਿਬਾਨ ਅੱਧਾ ਘੰਟਾ ਲੇਟ ਆਏ ਸਨ ਤੇ ਬੈਠਣ ਸਾਰੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ। ਫਲਾਣਾ ਸਿੰਘ ਹਾਜ਼ਰ ਹੋ ਦੀ ਆਵਾਜ਼ ਦੂਰ ਤੱਕ ਸੁਣਦੀ। ਆਵਾਜ਼ ਪਈ ਵਾਲਾ ਆਪਣਾ ਵਕੀਲ ਦੇ ਫੱਟੇ ਵੱਲ ਭੱਜਦਾ। ਹਰ ਕੋਈ ਕਾਹਲੀ 'ਚ ਸੀ। ਲੋਕ ਭੌਣ 'ਚੋਂ ਨਿਕਲੇ ਕੀੜਿਆਂ ਵਾਂਗ ਫਿਰ ਰਹੇ ਸਨ। ਚਰਨ ਤੇ ਕਰਤਾਰੇ ਨੂੰ ਵੀ ਪਹਿਲੀਆਂ ਵਿੱਚ ਹੀ ਆਵਾਜ਼ ਪੈ ਗਈ। ਹਵਾਲਾ 'ਚੋਂ ਪੁਲਿਸ ਵਾਲੇ ਉਹਨਾਂ ਨੂੰ ਹੱਥਕੜੀਆਂ ਲਾ ਅਦਾਲਤ 'ਚ ਲੈ ਕੇ ਆ ਗਏ ਸਨ। ਪਰ ਜਦ ਥੋੜ੍ਹੀ ਦੇਰ ਬਾਅਦ ਉਹ ਅਦਾਲਤ 'ਚੋਂ ਬਾਹਰ ਆਏ ਸਨ ਤਾਂ ਆਜ਼ਾਦ ਸਨ। ਆਵਾਜ਼ਾਂ ਮਾਰਨ ਵਾਲਾ ਅਰਦਲੀ ਤੇ ਹੋਰ ਲੁਕਾ ਤੁਕਾ ਉਹਨਾਂ ਦੇ ਮੋਢਿਆਂ ਤੇ ਚੜ੍ਹਨ ਤੱਕ ਜਾਂਦੇ ਸਨ। ਸਾਡਾ ਵੀ ਕੁਝ ਕਰੋ ਯਾਰ, ਸੁੱਕੇ ਤੁਰੇ ਜਾਂਦੇ ਆ। ਨੈਬ ਕੋਟ ਬੋਲ ਹੀ ਪਿਆ। ਸਾਡੇ ਕੋਲ ਚੁੰਝਣ? ਖੜ੍ਹ ਜਾਓ, 10 ਮਿੰਟ ਦਵਾ ਦਿੰਦੇ ਆ ਆਪਦੇ ਬੰਦਿਆਂ ਤੋਂ। ਲੀੜੇ ਕਾਹਤੋਂ ਪਾੜਨ ਤੱਕ ਜਾਂਦੇ ਹੋ? ਕਰਤਾਰਾ ਭੱਜ ਕੇ ਪਿਆ ਸੀ। ਫਿਰ ਉਹਨਾਂ ਸੁਖਦੇਵ ਨੂੰ ਜਾ ਘੇਰਿਆ। ਉਹ ਸਭ ਜਾਣਦੇ ਸਨ ਕਿ ਕਿਹੜੇ ਤਿਲਾਂ 'ਚ ਤੇਲ ਸੀ। ਡੰਮ ਇਹਨਾਂ ਦਾ ਮੱਥਾ ਯਾਰ, ਐਵੇਂ ਨਹੀਂ ਖਹਿੜਾ ਛੱਡਣਾ ਇਹਨਾਂ ਨੇ। ਦਲੀਪ ਨੇ ਆਖਿਆ ਸੀ ਤਾਂ ਸੁਖਦੇਵ ਉਹਨਾਂ ਨੂੰ ਆਹ ਵੰਡ ਲਿਆ ਜੇ ਯਾਰ, 50 ਰੁਪਏ ਦੇ ਬੋਲਿਆ ਸੀ ਤੇ ਸੇਖੋਂ ਦੇ ਫੱਟੇ ਵੱਲ ਭੌਂ ਪਿਆ ਸੀ। ਫਿਰ ਉਹਨਾਂ ਸੇਖੋਂ ਦਾ ਸ਼ੁਕਰੀਆ ਅਦਾ ਕੀਤਾ। ਮੁਨਸ਼ੀ ਬਲਵੰਤ ਰਾਏ ਨੂੰ ਇਨਾਮ ਦੇ ਬਾਜ਼ਾਰ ਵੱਲ ਤੁਰ ਗਏ। ਸੁਣ ਹੋਣੇ ਦਾ ਪਤਾ ਹੀ ਨਹੀਂ ਲੱਗਾ ਸੀ ਕਿਹੜੇ ਵੇਲੇ ਪੱਤੇ ਵਾਹ ਗਏ। ਚਰਨ ਤੇ ਕਰਤਾਰਾ ਜਿਸ ਦਿਨ ਦੇ ਬਰੀ ਹੋ ਕੇ ਆਏ ਸਨ, ਦੋਵੇਂ ਉਖੜੇ ਜੇ ਰਹਿੰਦੇ ਸਨ, ਆਪੋ ਆਪਣੇ ਤਾਣੇ ਬਾਣੇ ਚੁਲਝੇ ਹੋਏ। ਕਰਤਾਰਾ ਨਿਆਣਾ ਨਹੀਂ ਸੀ। ਉਹ ਅੱਗੇ ਆਉਣ ਵਾਲੇ ਖਤਰੇ ਦੀ ਬੂ ਸੁੰਘ ਰਿਹਾ ਸੀ, ਪਰ ਉਹਨੂੰ ਇਸ ਦੁਸ਼ਮਣੀ ਦਾ ਹੱਲ ਕੁਝ ਨਹੀਂ ਦਿਸ ਰਿਹਾ ਸੀ। ਚਰਨ ਨੂੰ ਤਾਂ ਸਮਝਾਇਆ ਜਾ ਸਕਦਾ ਸੀ, ਰਾਜੀ ਬੰਦੇ ਲਈ ਤਿਆਰ ਕੀਤਾ ਜਾ ਸਕਦਾ ਸੀ, ਪਰ ਸੋਹਣ ਕੁੱਤੇ ਦੀ ਉਹ ਪੂਛ ਸੀ ਜਿਹੜੀ ਕਈ ਸਾਲ ਵੰਝਲੀ 'ਚ ਪਾਉਣ ਦੇ ਬਾਵਜੂਦ ਵੀ ਜਦ ਨਿਕਲਣੀ ਸੀ ਤਾਂ ਟੇਢੀ ਹੀ ਹੋਣੀ ਸੀ। ਚਰਨ ਵੀ ਇਸ ਕਹਾਣੀ ਦਾ ਅੰਤ ਸੋਹਣ ਦੀ ਮੌਤ ਨਾਲ ਹੀ ਸਮਝ ਰਿਹਾ ਸੀ। ਕੁਝ ਦਿਨਾਂ ਬਾਅਦ ਹੀ ਪਤਾ ਲੱਗਾ ਸੀ ਕਿ ਕਮਿੱਕਰ ਇੱਕ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ। ਕਮਿੱਕਰ ਦੀ ਲਾਸ਼ ਇੱਕ ਸੂਏ ਦੇ ਪੁਲ ਤੋਂ ਗੋਲੀਆਂ ਨਾਲ ਵਿੰਨ੍ਹੀ ਮਿਲੀ ਸੀ। ਤਿੰਨਾਂ ਜ਼ਿਲ੍ਹਿਆਂ ਦਿਆਂ ਸਕੂਲਾਂ ਕਾਲਜਾਂ ਦਿਆਂ ਵਿਦਿਆਰਥੀਆਂ ਇਸ ਕਤਲ 'ਤੇ ਆਪਣਾ ਰੋਸ ਵਿਖਾਉਂਦਿਆਂ ਸ਼ਹਿਰਾਂ 'ਚ ਜਲੂਸ ਕੱਢੇ ਸਨ। ਕਈ ਨੌਜਵਾਨ ਪੁਲਿਸ ਦੀਆਂ ਡਾਂਗਾਂ ਨਾਲ ਫੱਟੜ ਵੀ ਹੋਏ ਸਨ। ਕਮਿੱਕਰ ਦੀ ਲਾਸ਼ ਉਹਦੇ ਪਿੰਡ ਗਈ ਸੀ ਤਾਂ ਹਜੂਮ ਵੇਖਣ ਵਾਲਾ ਸੀ। ਇੰਨਾ ਵਿਰੋਧ ਸੀ ਲੋਕਾਂ ਵਿੱਚ ਕਿ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਚਰਨ ਤੇ ਜਸਵੀਰ ਕਮਿੱਕਰ ਦੀਆਂ ਗੱਲਾਂ ਕਰਦੇ ਕਰਦੇ ਗੱਲਾਂ ਦਾ ਰੁਖ ਬਦਲ ਗਏ। ਉਹ ਕਮਿੱਕਰ ਦੀ ਮੌਤ 'ਤੇ ਬਹੁਤ ਦੁਖੀ ਸਨ। ਗੱਲ ਭੌਂ ਚੌਂ ਕੇ ਉੱਥੇ ਹੀ ਫੇਰ ਆ ਜਾਂਦੀ। ਜਸਵੀਰ ਨੂੰ ਤਾਂ ਅਜੇ ਵੀ ਐਂ ਲੱਗ ਰਿਹਾ ਸੀ ਜਿਵੇਂ ਕਮਿੱਕਰ ਦਾ ਹੱਥ ਉਹਦੇ ਸਿਰ 'ਤੇ ਫਿਰ ਰਿਹਾ ਹੋਵੇ। ਵੀਰੀ, ਮੈਨੂੰ ਮਰਨ ਵਾਲੇ ਨੇ ਆਖਿਆ ਸੀ ਸੋਹਣ ਨੂੰ ਪਾਰ ਬੁਲਾ ਦਿੰਦੇ ਆ, ਪਰ ਮੈਂ ਹੀ ਨਹੀਂ ਮੰਨਿਆ ਸੀ। ਮੈਨੂੰ ਬਹੁਤ ਪਿਆਰ ਕਰਦਾ ਸੀ, ਸਕੀਆਂ ਭੈਣਾਂ ਤੋਂ ਵੀ ਵੱਧ। ਉਹ ਨਹੀਂ ਚਾਹੁੰਦਾ ਸੀ ਮੇਰੇ 'ਤੇ ਕੋਈ ਸੰਕਟ ਆਵੇ। ਜਸਵੀਰ ਫਿਰ ਅੱਖਾਂ ਭਰ ਆਈ। ਕੋਈ ਵੱਡੀ ਘਟਨਾ ਵਾਪਰੇ ਉਸ ਤੋਂ ਪਹਿਲਾਂ ਕਮਿੱਕਰ ਦੀ ਆਖੀ 'ਤੇ ਫੁੱਲ ਚੜਾਉਣੇ ਪੈਣਗੇ। ਨਹੀਂ, ਇਸ ਬੰਦੇ ਨੇ ਆਪਾਂ ਨੂੰ ਵਸਣ ਨਹੀਂ ਦੇਣਾ, ਚਰਨ ਬੋਲਿਆ। ਉਹ ਆਪਣੇ ਮਨ 'ਚ ਬਹੁਤ ਖਤਰਨਾਕ ਫੈਸਲਾ ਕਰ ਚੁੱਕਿਆ ਸੀ। ਮੈਂ ਹੁਣ ਕੀ ਆਖਾਂ, ਮੈਨੂੰ ਤਾਂ ਕੁਝ ਔੜ ਹੀ ਨਹੀਂ ਰਿਹਾ। ਜੀ ਤਾਂ ਕਰਦਾ ਤੈਨੂੰ ਆਖਾਂ ਕਿਤੇ ਹੋਰ ਜਾ ਕੇ ਵਸ ਜਾਈਏ। ਥੋੜ੍ਹੀ ਦੁਨੀਆ ਪਈ ਆ,
ਪਰ ਆਖਣ ਦਾ ਜੇਰਾ ਨਹੀਂ ਪੈਂਦਾ। ਜਸਬੀਰ ਬੋਲੇ, ਵੀਰੀ ਕਿਤੇ ਵੀ ਜਾ ਵੜੀਏ ਪਰ ਸੋਹਣ ਵਰਗਿਆਂ ਦੀ ਘਾਟ ਨਹੀਂ। ਇਹੋ ਜਿਹੇ ਭੇੜੀਏ ਹਰ ਜਗ੍ਹਾ ਮੌਜੂਦ ਆ। ਪਾਸੇ ਜਾ ਕੇ ਬੁਜ਼ਦਿਲ ਬਣਨਾ ਕਿਵੇਂ ਜਰਾਂਗੇ, ਮੈਥੋਂ ਨਹੀਂ ਹੋਣਾ। ਆਖ ਉਹਨਾਂ ਗੱਲਾਂ ਦਾ ਰੁੱਖ ਬਦਲ ਦਿੱਤਾ। ਜਿਸ ਦਿਨ ਦਾ ਚਰਨ ਜੇਲ੍ਹ 'ਚੋਂ ਆਇਆ ਸੀ, ਨਾ ਤਾਂ ਉਹਨੇ ਹੀ ਪੁੱਛਿਆ ਸੀ ਕਿ ਸੋਹਣ ਨੇ ਘਰੇ ਆ ਕੇ ਕੀ ਆਖਿਆ ਸੀ, ਜਸਬੀਰ ਡਿੱਗੀ ਕਿਵੇਂ ਸੀ, ਨਾ ਹੀ ਜਸਬੀਰ ਜਾਂ ਸੰਤੋ ਨੇ ਦੱਸਿਆ ਸੀ। ਦੁਬਾਰਾ ਗੱਲ ਕਰ ਉਹ ਦੁਖੀ ਨਹੀਂ ਹੋਣਾ ਚਾਹੁੰਦੇ ਸਨ। ਪਿੰਡ ਦੇ ਲੋਕ ਵੀ ਸੋਹਣ ਦੀਆਂ ਗੱਲਾਂ ਕਰਦੇ ਹੀ ਸੁਣਾਈ ਦਿੰਦੇ, ਯਾਰ ਇਹ ਤਾਂ ਟਿੱਡੀ ਵਾਲੇ ਬੀ ਤੇ ਚੜਾਈ ਫਿਰਦਾ ਸਾਰੇ ਪਿੰਡ ਨੂੰ, ਕਿਸੇ ਨੂੰ ਮੂੰਹ ਨਹੀਂ ਬੋਲਦਾ। ਨਿੱਕੇ ਨਿੱਕੇ ਜਵਾਕ ਗੋਲੀਆਂ ਤੇ ਲਾਤੇ ਆ, ਹਟਾ ਦਿਓ ਕੋਈ, ਤੂੰ ਵਹਿੰਦਾ ਜਾ, ਥੋੜ੍ਹੇ ਦਿਨ ਹੀ ਜਾਂਦੇ ਆ, ਅੱਤ ਦਾ ਤੇ ਰੱਬ ਦਾ ਵੈਰ ਹੁੰਦਾ। ਆਹੋ ਐਂ ਤਾਂ ਇਹਨੇ ਪਿੰਡ ਨਹੀਂ ਵਸਣ ਦੇਣਾ, ਕੋਈ ਕੱਢ ਦਿਓ ਕਪਾਹ ਚੋਂ ਕੁੱਤੀ। ਤੁਸੀਂ ਵੇਖ ਲਿਆ ਜੇ, ਇੱਥੇ ਦਿਨ ਹੀ ਜਾਂਦੇ ਆ, ਰੌਣ ਦੀ ਲੰਕਾ ਨਹੀਂ ਰਹੀ। ਇਹ ਕੌਣ ਵਿਚਾਰਾ? ਜਿਹੜੀ ਗੱਲ ਆ, ਹੁਣ ਤਾਂ ਧੀਆਂ ਭੈਣਾਂ ਦਾ ਘਰੋਂ ਨਿਕਲਣਾ ਔਖਾ ਹੋਇਆ ਪਿਆ। ਆਪਾਂ ਤਾਂ ਗੱਲਾਂ ਵਾਲੇ ਹੀ ਆ ਨਾ, ਹੋਰ ਹੁਣ ਕੀ ਕਰੀਏ? ਲੋਕੀ ਗੱਲਾਂ ਕਰਦੇ, ਮਾਨਾ ਸੱਥ 'ਚ ਪਿੱਪਲ ਦੇ ਮੁੱਢ ਨਾਲ ਇੱਕ ਪਾਸੇ ਬੈਠਾ ਸੁਣੀ ਜਾਂਦਾ। ਉਹਨੂੰ ਲੋਕ ਆਪਣੇ ਕੋਲ ਬਹਿਣ ਨਹੀਂ ਦਿੰਦੇ ਸਨ, ਦੂਰ ਹੋ ਕੇ ਬੈਠਾ ਰਹਿੰਦਾ। ਉਹਦੇ ਉੱਤੇ ਮੈਲ ਨਾਲ ਭਰੀ ਲੋਈ ਹੁੰਦੀ, ਕਦੀ ਕੱਛ 'ਚ ਦੇ ਲੈਂਦਾ। ਪਈ ਖੁਰਕਦੀ ਪਾਕ ਵਗ ਵਗ ਉਹਦੇ 'ਚ ਮੁਸ਼ਕ ਮਾਰਦਾ। ਲੋਈ ਜਦੋਂ ਲਾਲ ਮਰਿਆ ਸੀ, ਉਦੋਂ ਕਫਨ ਵਾਲੀ ਕਿਸੇ ਨੇ ਲਾਲ ਤੋਂ ਲੁਹਾ ਕੇ ਫੜਾਤੀ ਸੀ, ਬਈ ਆਹ ਤਾਂ ਮਾਨੇ ਨੂੰ ਦੇ ਦਿਓ। ਨਾਲੇ ਕੰਜਰ ਦੇ ਦਾ ਬੇਲੀ ਸੀ ਪੁਰਾਣਾ, ਕਿਸੇ ਨੇ ਭਾਵੇਂ ਟਿੱਚਰ ਹੀ ਕੀਤੀ ਸੀ, ਪਰ ਲੋਈ ਮਾਨੇ ਨੂੰ ਮਿਲ ਗਈ ਸੀ। ਇੱਕ ਜਣਾ ਤੇ ਇਉਂ ਵੀ ਆ ਗਿਆ ਸੀ, ਬੇਲੀ ਤਾਂ ਬਈ ਥੰਮਣ ਦਾ ਵੀ ਸੀ, ਪਰ ਅਗਲੇ ਨੇ ਚੂੰ ਨਹੀਂ ਨਿਕਲਣ ਦਿੱਤੀ। ਆਪਾਂ ਕੀ ਲੈਣਾ ਖਸਮਾਂ ਨੂੰ ਖਾਵੇ, ਪਤਾ ਤਾਂ ਹੁਣ ਹੈ ਹੀ। ਕੋਈ ਜਣਾ ਆਖਦਾ, ਮਾਨੇ ਦਾ ਘਰ ਹੁਣ ਸੱਥ ਵਾਲਾ ਪਿੱਪਲ ਹੀ ਸੀ। ਉਹ ਆਂਢ ਗੁਆਂਢ ਤੋਂ 2 ਮੰਨੀਆਂ ਮੰਗ ਢਿੱਡ ਨੂੰ ਝੁਲਕਾ ਦੇ ਲੈਂਦਾ। ਕਿਸੇ ਨਾ ਕਿਸੇ ਅਮਲੀ ਤੋਂ ਮਿੰਨਤ ਤਰਲਾ ਕਰਕੇ ਕੋਈ ਗੋਲੀ ਗੱਪਾ ਵੀ ਲੈ ਲੈਂਦਾ, ਮੂੰਹ 'ਚ ਪਾ ਲੈਂਦਾ। ਲੋਕ ਉਹਨੂੰ ਗਾਲਾਂ ਕੱਢਦੇ, ਕੀੜੇ ਪੈ ਕੇ ਮਰੇਗਾ ਕੰਜਰਾ, ਤੂੰ ਵੀ ਘੱਟ ਨਹੀਂ ਸੀ ਆਖਦੇ। ਬਾਈ ਰੱਜੋ ਮੰਗ ਦਿੱਤੀ ਆ ਉਹਨੇ, ਉਹਦੀ ਮਾਂ ਨੇ, ਹੁਣ ਮੈਂ ਕਿਵੇਂ ਕਰਾਂ? ਉਹ ਤਾਂ ਕਹਿੰਦੀ ਆ ਮੈਨੂੰ ਭਜਾ ਕੇ ਲੈ ਜਾ, ਜੇ ਲਿਜਾ ਸਕਦਾ ਤਾਂ। ਹੁਣ ਉਹਦਾ ਵਿਆਹ ਹੈ ਅਗਲੇ ਮਹੀਨੇ। ਇੱਕ ਦਿਨ ਕੱਦੀ ਨੇ ਚਰਨ ਨੂੰ ਦੱਸਿਆ ਸੀ। ਚਰਨ ਤਾਂ ਹੋਰ ਹੀ ਤਾਣੇ ਬਾਣੇ 'ਚ ਉਲਝਿਆ ਪਿਆ ਸੀ, ਕੋਈ ਗਲਤ ਕਦਮ ਨਾ ਚੱਕਿਆ ਜੇ ਉਹਦਾ ਵਿਆਹ ਬੱਝ ਗਿਆ ਤਾਂ ਤੂੰ ਰੱਜੋ ਨੂੰ ਸਮਝਾਈ। ਚਰਨ ਨੇ ਹੌਕਾ ਲੈ ਆਖਿਆ ਸੀ ਤਾਂ ਉਹ ਤਾਂ ਸੋਹਣ ਦੇ ਖਿਆਲਾਂ 'ਚ ਉਲਝਿਆ ਪਿਆ ਸੀ। ਹੁਣ ਤਾਂ ਸਮਝਾਤੀ ਆ ਮੈਂ ਵੀ ਇਸ ਹੱਕ 'ਚ ਨਹੀਂ ਸੀ ਦਿਲੋਂ। ਬਾਈ ਜੇ ਆਪਦੀ ਧੀ ਭੈਣ ਨੂੰ ਕੋਈ ਲੈ ਜੇ ਫੇਰ? ਮੈਂ ਤਾਂ ਇਹ ਸੋਚ ਹੀ ਦੜ ਵੱਟ ਗਿਆ। ਕੱਦੀ ਨੇ ਆਖਿਆ ਸੀ। ਇਹ ਹੁਣ ਇਹੋ ਸੋਚਣ ਲੱਗ ਪਿਆ ਸੀ ਕਿ ਗੁਆਂਢ ਮੱਥਿਓਂ ਪਿੰਡ ਦੀ ਧੀ ਭੈਣ ਕੱਢ ਕੇ ਲਿਜਾਣੀ ਸੂਰਮਗਤੀ ਵਾਲਾ ਕੰਮ ਨਹੀਂ। ਫਿਰ ਉਹ ਕਦੋਂ ਸੋਹਣ ਨੂੰ ਮਾਰਨ ਦੀਆਂ ਸਕੀਮਾਂ ਘੜਨ ਲੱਗ ਪਏ ਸਨ, ਉਹਨਾਂ ਨੂੰ ਵੀ ਨਹੀਂ ਪਤਾ ਲੱਗਾ ਸੀ। ਉਹ 2-3 ਦਿਨ ਵਿਉਂਤਾਂ ਬਣਾਉਂਦੇ ਰਹੇ ਸਨ। ਉਹਨਾਂ ਇੱਕ ਰਾਤ ਸੋਹਣ ਵਾਲਾ ਕੰਡਾ ਕੱਢਣ ਦੀ ਠਾਣ ਹੀ ਲਈ ਸੀ। ਸੋਹਣ ਦੇ ਘਰ ਦੇ ਕੰਮ ਕਰਨ ਵਾਲਾ ਅਮਲੀ ਘਰ ਦੇ ਕੰਮ ਮੁਕਾ ਅੱਡੇ ਤੇ ਹਾਕੂ ਭਾਈ ਕੋਲ ਜਾ ਸੌਂਦਾ ਸੀ। ਰਹਿ ਜਾਂਦੇ ਸਨ ਸੋਹਣ ਤੇ ਕਰਮੋ। ਸੋਹਣ ਰੱਜਿਆ ਸ਼ਰਾਬ ਦਾ ਅੱਡੇ ਤੋਂ ਆਉਂਦਾ ਤੇ ਛੇਤੀ ਘਰਾੜੇ ਮਾਰਨ ਲੱਗ ਪੈਂਦਾ। ਕਰਮੋ ਆਪਣੀ ਕੋਠੜੀ 'ਚ ਪਈ ਰਹਿੰਦੀ ਜਾਂ ਵਿਹੜੇ 'ਚ ਤੁਰੀ ਫਿਰਦੀ, ਬੋਲਣ ਦੀ ਕੋਸ਼ਿਸ਼ ਕਰਦੀ, ਪਰ ਬੋਲਣਾ ਹੁੰਦਾ, ਅੰਦਰੋਂ ਆਵਾਜ਼ ਹੀ ਨਾ ਨਿਕਲਦੀ। ਪਹਿਲਾਂ ਕੱਦੀ ਨੇ ਕੰਧ ਟੱਪ ਕੇ ਬਾਹਰ ਖੋਲ੍ਹਿਆ। ਚਰਨ ਵੀ ਅੰਦਰ ਲੰਘ ਆਇਆ। ਉਹ ਜਿਉਂ ਸ਼ਾਮੋਂ ਮਰੀ ਤੋਂ ਝੱਟ ਆਇਆ ਸੀ ਤੇ ਸੋਹਣ ਨੇ ਸਿੜੀ ਨੂੰ ਹੱਥ ਨਹੀਂ ਪਾਉਣ ਦਿੱਤਾ ਸੀ। ਉਸ ਦਿਨ ਤੋਂ ਬਾਅਦ ਇਸ ਘਰੇ ਨਹੀਂ ਆਇਆ ਸੀ। ਉਹਨਾਂ ਨੂੰ ਵੇਖ ਕਰਮੋ ਠੋਡੀ ਜਿਹੀ ਤੇ ਹੱਥ ਰੱਖ ਉਹਨਾਂ ਵੱਲ ਬਿਟਰ ਬਿਟਰ ਵੇਖਣ ਲੱਗ ਪਈ। ਹਨੇਰੇ 'ਚ ਫਿਰਦੀ ਉਹ ਕਿਸੇ ਭੂਤ ਪ੍ਰੇਤ ਵਰਗੀ ਲੱਗਦੀ ਸੀ। ਤੂੰ ਐਂ ਕਰ, ਇਹਨੂੰ ਇਹਦੀ ਕੋਠੜੀ 'ਚ ਬੰਦ ਕਰਿਆ, ਮੈਂ ਵੀ ਇੱਕ ਕੰਮ ਕਰਦਾ। ਆਲਾ ਮੈਥੋਂ ਕਿਰਪਾਨ ਫੜ, ਮੈਨੂੰ ਇਹਦੀ ਲੋੜ ਨਹੀਂ ਪੈਣੀ, ਚਰਨ ਨੇ ਆਖਿਆ। ਕੱਦੀ ਕਰਮੋ ਨੂੰ ਬਾਹੋਂ ਫੜ ਉਹਦੇ ਕਮਰੇ ਵੱਲ ਲੈ ਗਿਆ। ਚਰਨ ਨੇ ਪਸ਼ੂਆਂ ਵਾਲੇ ਵਰਾਂਡੇ 'ਚ ਲਾਈਟ ਜਗਾਈ, ਜਿੱਥੇ ਕਦੇ ਗੱਡਾ ਖੜਾ ਹੁੰਦਾ ਸੀ। ਧਿਆਨ ਮਾਰਿਆ, ਗੱਡਾ ਤਾਂ ਨਹੀਂ ਸੀ। ਉਹਦੇ ਬਾਬੇ ਭਾਗ ਦੇ ਪੱਥਾਂ ਦੀਆਂ ਬਣਵਾਈਆਂ ਪੱਟੀਆਂ ਅਜੇ ਵੀ ਕੰਧ ਨਾਲ ਗੱਡਿਆਂ ਕੀਲਿਆਂ ਤੇ ਪੂਣੀ ਬਣਾ ਕੇ ਰੱਖੀਆਂ ਹੋਈਆਂ ਸਨ। ਚਰਨ ਦੇ ਦਿਲ ਨੂੰ ਘੇਰ ਜਿਹੀ ਚੜੀ, ਪਰ ਸੰਭਲ ਗਿਆ। ਇਹ ਵੇਲਾ ਭਾਵੁਕ ਹੋਣ ਦਾ ਨਹੀਂ ਸੀ। ਫਿਰ ਧਿਆਨ ਖੁਰਲੀ ਦੀ ਇੱਕ ਗੁੱਠ 'ਚ ਘਰ ਦੇ ਕੰਮਾਂ ਵਾਸਤੇ ਰੱਖਿਆ ਸੰਦਾਂ ਦਾ ਬਕਸਾ ਪਿਆ ਦਿਸਿਆ, ਜੋ ਅੱਜ ਵੀ ਉਵੇਂ ਹੀ ਪਿਆ ਸੀ ਜਿਵੇਂ ਕਿਤੇ ਕਾਫੀ ਸਮਾਂ ਪਹਿਲਾਂ ਚਰਨ ਨੇ ਰੱਖਿਆ ਸੀ। ਚਰਨ ਨੇ ਢੱਕਣ ਚੱਕ ਵਿੱਚੋਂ ਥੋੜਾ ਕੱਢਿਆ ਤੇ ਬਾਹਰ ਲਿਆ ਕੇ ਚੱਕੀ ਦੇ ਪੁੜ 'ਤੇ ਰੱਖ ਦਿੱਤਾ। ਪੁੜ ਤੋਂ ਪੱਟੜੇ ਦਾ ਕੰਮ ਲਿਆ ਜਾਂਦਾ ਸੀ। ਕੱਦੀ ਵੀ ਕਰਮੋ ਨੂੰ ਅੰਦਰ ਤਾੜ ਕੁੰਡੀ ਲਾ ਆਇਆ ਸੀ। ਇੱਥੇ ਲੈ ਕੇ ਆਉਣੇ ਆ ਉਹਨੂੰ ਆਪਾਂ, ਚਰਨ ਨੇ ਆਖਿਆ ਤਾਂ ਕੱਦੀ ਨੇ ਸਿਰ ਹਿਲਾਤਾ। ਉਹ ਸਾਰੀ ਗੱਲ ਸਮਝ ਗਿਆ ਸੀ।
ਚਰਨ ਨੇ ਕੱਦੀ ਨੂੰ ਤਖਤਾ ਚੂਥੀ ਚੋਂ ਕੱਢਦਿਆਂ ਚਿਰ ਨਹੀਂ ਲੱਗਾ ਸੀ। ਸੋਹਣ ਘਰਾੜੇ ਤੇ ਘਰਾੜਾ ਮਾਰ ਰਿਹਾ ਸੀ, ਜਿਵੇਂ ਘੋੜੇ ਵੇਚ ਕੇ ਸੁੱਤਾ ਹੁੰਦਾ ਪਿਆ। ਤਾਂ ਵੇਖ ਕਿਵੇਂ ਆ। ਕੱਦੀ ਗਾਲ ਕੱਢਦਾ ਕੱਢਦਾ ਮੂੰਹ ਘੁੱਟ ਗਿਆ। ਸੋਚਿਆ ਮਨਾਂ, ਗਾਲ ਤਾਂ ਚਰਨ ਨੂੰ ਵੀ ਆਊ। ਇਹਨਾਂ ਦਾ ਹੋਰ ਭਾਵੇਂ ਕੁਛ ਨਾ ਸਾਂਝਾ ਹੋਵੇ, ਪਰ ਦਿੱਤੀ ਗਾਲ ਜ਼ਰੂਰ ਸਾਂਝੀ ਹੋਊ। ਲੱਤਾਂ ਫੜੇ ਦੀਆਂ ਇੱਧਰੋਂ, ਆਖ ਚਰਨ ਨੇ ਸੋਹਣ ਦੀਆਂ ਕੱਛਾਂ 'ਚ ਹੱਥ ਦੇ ਲਏ। ਸੋਹਣ ਨੇ ਅੱਖਾਂ ਖੋਲੀਆਂ। ਲਾਈਟ ਦੇ ਚਾਨਣੇ ਆਪਣੇ ਸਾਹਮਣੇ ਕੱਦੀ ਨੂੰ ਵੇਖ ਉਛਲ ਵੱਟਾ ਜਿਹਾ ਲਿਆ। ਤਾਂ ਨੂੰ ਝਾਕਿਆ। ਸਿਰ ਵਾਲੇ ਪਾਸੇ ਚਰਨ ਨੂੰ ਆਪਣੀਆਂ ਕੱਛਾਂ 'ਚ ਹੱਥ ਦੇ ਉਗਾਸਾ ਦਿੰਦਿਆਂ ਵੇਖ ਉਹਦੀ ਬਾਂਹ ਨਿਕਲ ਗਈ। ਚਰਨ ਤੇ ਕੱਦੀ ਨੇ ਉਹਨੂੰ ਬਾਹਰ ਚੱਕੀ ਦੇ ਪੁੜ ਤੇ ਲਿਆ ਰੱਖਿਆ ਤਾਂ ਸੋਹਣ ਦੀਆਂ ਚੀਕਾਂ ਨਿਕਲ ਗਈਆਂ। ਕੱਦੀ ਨੇ ਉਹਨੂੰ ਹਿੱਲਣ ਤੱਕ ਨਾ ਦਿੱਤਾ। ਚਰਨ ਨੇ ਹਥੌੜਾ ਚੱਕ ਲਿਆ। ਵੱਡੇ ਭਾਈ, ਹੁਣ ਦੱਸ, ਤੇਰਾ ਮੈਂ ਕੀ ਵਿਗਾੜਿਆ ਸੀ, ਛੋਟੇ ਹੁੰਦਿਆਂ ਤੋਂ ਲਾ ਕੇ ਹੁਣ ਤੱਕ? ਇੱਕ ਵੀ ਉਹ ਦਿਨ ਦੱਸ ਦੇ ਜਿਸ ਦਿਨ ਤੂੰ ਛੋਟਾ ਭਰਾ ਤਾਂ ਛੱਡ, ਇਸ ਘਰ ਦਾ ਸੀਰੀ ਵੀ ਸਮਝਿਆ ਹੋਵੇ। ਪਰ ਨਹੀਂ, ਸੀਰੀ ਨੂੰ ਤਾਂ ਤੂੰ ਘਰ ਦਾ ਮੈਂਬਰ ਸਮਝਿਆ ਜਾਂਦਾ। ਤੇਰੇ ਲਈ ਤਾਂ ਮੈਂ ਕੁਝ ਵੀ ਨਹੀਂ ਸੀ, ਨਾ ਹੀ ਮੈਨੂੰ ਆਪਣੇ ਬਾਪੂ ਨੇ ਆਪਣਾ ਪੁੱਤ ਸਮਝਿਆ। ਮੇਰੀ ਮਾਂ ਨੂਰਾ ਆਪ ਨਹੀਂ ਆਈ ਸੀ ਉੱਧੜ ਕੇ, ਲੁੱਟ ਦਾ ਮਾਲ ਸਮਝ ਲੁੱਟੀ ਸੀ। ਮੇਰੀ ਮਾਂ ਦਾ ਕੀ ਦੋਸ਼ ਸੀ? ਇਹੋ ਨਾ ਕਿ ਉਹਨੇ ਆਪਣੇ ਭੂਆ ਕਰਮੋਂ ਨੂੰ ਥੰਮਣ ਨਾਲ ਮੂੰਹ ਕਾਲਾ ਕਰਦਿਆਂ ਵੇਖ ਲਿਆ ਸੀ। ਚੱਲ ਇਹ ਛੱਡ, ਸਾਰੀਆਂ ਤੇਰੀਆਂ ਕੀਤੀਆਂ ਵਧੀਕੀਆਂ ਮਾਫ਼। ਪਰ ਮੇਰੀ ਜਸਬੀਰ ਦੇ ਪੇਟ 'ਚ ਪਲ ਰਹੇ ਬੱਚੇ ਦਾ ਕੀ ਕਸੂਰ ਸੀ, ਜਿਹੜਾ ਅੱਗੇ ਚਰਨ ਤੋਂ ਜਿਵੇਂ ਬੋਲਿਆ ਨਾ ਗਿਆ। ਸੰਗ 'ਚ ਜਿਵੇਂ ਕੁਝ ਅੜ ਗਿਆ। ਥੋੜੇ ਵਾਲਾ ਹੱਥ ਉੱਪਰ ਉੱਠਿਆ ਤੇ ਸੋਹਣ ਦਾ ਗੋਡਾ ਖਖੜੀਏ ਹੁੰਦਾ ਗਿਆ। ਚਰਨ ਫੇਰ ਨਹੀਂ ਰੁਕਿਆ। ਸੋਹਣ ਦੇ ਰੰਗਾਟ ਨਿਕਲ ਰਹੇ ਸਨ। ਹੱਡ ਟੁੱਟਣ ਦੀ ਆਵਾਜ਼ ਆ ਰਹੀ ਸੀ। ਹੌਲੀ ਹੌਲੀ ਸੋਹਣ ਦਾ ਰੰਗਾਟ ਮੱਧਮ ਪੈਂਦਾ ਗਿਆ। ਕੱਦੀ ਨੇ ਕੋਲ ਪਈ ਇੱਟ ਚੱਕ ਮਤੀਰੇ ਅੰਗ ਸਿਰ ਫੇਰਤਾ। ਜੋ ਰੰਗਾਟ ਪਿੰਡੋਂ ਬਾਹਰ ਸੁਣਦਾ ਸੀ, ਉਹ ਹੁਣ ਲੋਪ ਹੋ ਚੁੱਕਾ ਸੀ। ਜਦ ਚਰਨ ਤੇ ਕੱਦੀ ਆਪਣਾ ਕੰਮ ਖਤਮ ਕਰ ਬਾਹਰ ਗਲੀ 'ਚ ਆਏ ਤਾਂ ਉਹਨਾਂ ਨੇ ਵੇਖਿਆ ਕਿ ਲੋਕ ਕੋਠਿਆਂ ਦੀਆਂ ਛੱਤਾਂ 'ਤੇ ਖੜੇ ਸਾਰਾ ਮੰਜ਼ਰ ਵੇਖ ਰਹੇ ਸਨ। ਸਿਵਿਆਂ ਵੱਲੋਂ ਕੁੱਤਿਆਂ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਬਿਜਲੀ ਦੀਆਂ ਤਾਰਾਂ 'ਤੇ ਬੈਠੀਆਂ ਕੁਚਰੀਆਂ ਦੀ ਅੱਤ ਚੁੱਕੀ ਹੋਈ ਸੀ। ਚਰਨ ਤੇ ਕੱਦੀ ਹਨੇਰੇ 'ਚ ਲੋਪ ਹੁੰਦੇ ਗਏ ਸਨ, ਪਰ ਉਹਨਾਂ ਨੂੰ ਮਗਰੋਂ ਦਲੀਪ ਦੀ ਆਵਾਜ਼ ਸੁਣੀ ਸੀ, ਜੋ ਲੋਕਾਂ ਨੂੰ ਆਖ ਰਿਹਾ ਸੀ, ਆਜੋ ਆਜੋ, ਆਪਾਂ ਵੀ ਪੁੰਨ ਦੇ ਕੰਮ 'ਚ ਸੀਰ ਪਾ ਦਈਏ, ਆਜੋ। ਆਖ ਦਲੀਪ ਆਪਣੇ ਘਰੋਂ ਮਿੱਟੀ ਦੇ ਤੇਲ ਦੀ ਪੀਪੀ ਚੱਕ ਲਿਆਇਆ ਸੀ। ਲੋਕ ਵੀ ਛੱਤਾਂ ਤੋਂ ਉਤਰ ਆਏ ਸਨ। ਉਹਨਾਂ ਸੋਹਣ ਦੀ ਤੋੜੀ ਭੰਨੀ ਲਾਸ਼ ਚੱਕ ਅੰਦਰ ਰੱਖੀ, ਉੱਤੇ ਮਿੱਟੀ ਦਾ ਤੇਲ ਪਾਇਆ ਤੇ ਦਲੀਪ ਨੇ ਸੀਖ ਘਸਾਤੀ। ਇੱਕ ਜਣੇ ਨੇ ਦੂਜੇ ਅੰਦਰੋਂ ਕੁੰਡੀ ਖੋਲ੍ਹ ਕਰਮੋਂ ਨੂੰ ਬਾਹਰ ਕੱਢਿਆ। ਉਹ ਬਿਟਰ ਬਿਟਰ ਸੜ ਰਹੇ ਘਰ ਵੱਲ ਦੇਖ ਰਹੀ ਸੀ। ਅੱਗ ਦੀਆਂ ਲਪਟਾਂ ਉੱਚੀਆਂ ਉੱਠ ਰਹੀਆਂ ਸਨ। ਦਲੀਪ ਗੱਲ ਸੁਣਾਉਂਦਾ ਸੁਣਾਉਂਦਾ ਚੁੱਪ ਕਰ ਗਿਆ। ਸਾਰੇ ਜਣੇ ਉਹਦੇ ਮੂੰਹ ਵੱਲ ਝਾਕੇ। ਇੰਨੀ ਚੁੱਪ ਸੀ ਕਿ ਇੱਕ ਦੂਜੇ ਦੇ ਸਾਹਾਂ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ। ਦਲੀਪ ਨੂੰ ਤਾਂ ਪਤਾ ਵੀ ਨਹੀਂ ਲੱਗਾ ਸੀ ਕਦ ਕੱਦੀ ਵੀ ਆਣ ਬੈਠਾ ਸੀ। ਫੇਰ ਕੀ ਹੋਇਆ? ਇੱਕ ਜਣਾ ਬੋਲਿਆ। ਫਿਰ ਕੀ ਹੋਣਾ ਸੀ ਭਾਈ? ਮੈਂ ਤੇ ਚਰਨਾ ਕੇਰਾਂ ਤਾਂ ਸੋਹਣ ਦਾ ਖਾਤਮਾ ਕਰਕੇ ਖੇਤਾਂ ਵੱਲ ਨਿਕਲ ਗਏ ਸੀ। ਸੋਚਿਆ ਸੀ 2 ਦਿਨ ਟਾਲਾ ਕਰ ਜਾਵਾਂਗੇ, ਵੇਖਾਂਗੇ ਕੀ ਬਣਦਾ। ਪਰ ਇਹ ਸਾਡੀ ਸਕੀਮ ਸਿਰੇ ਨਹੀਂ ਚੜ੍ਹੀ ਸੀ। ਚਰਨੇ ਨੇ ਤਾਂ ਮੈਨੂੰ ਆਖਿਆ ਸੀ ਟਲ ਕੇ ਜਾਵਾਂਗੇ ਕਿਤੇ, ਜੋ ਹੋਊ ਵੇਖੀ ਜਾਊ, ਆ ਘਰ ਨੂੰ ਮੁੜ। ਤੇ ਅਸੀਂ ਚਰਨੇ ਦੇ ਘਰ ਨੂੰ ਮੁੜ ਆਏ ਸਾਂ। ਪਿੰਡ ਵਾਲਿਆਂ ਇਸ ਹੋਏ ਕਤਲ ਦੀ ਚੂੰ ਨਹੀਂ ਬਾਹਰ ਨਿਕਲਣ ਦਿੱਤੀ ਸੀ। ਸੋਹਣ ਸਿਗਰਟ ਪੀਣ ਲੱਗ ਗਿਆ। ਰਜਾਈ ਨੂੰ ਅੱਗ ਲਾ ਬੈਠਾ। ਆਖ ਗੱਲ ਨੱਪ ਦਿੱਤੀ ਸੀ, ਕੱਦੀ ਨੇ ਦੱਸਿਆ। ਦਿਨ ਛਿਪਣ ਵਾਲਾ ਸੀ। ਸੱਥ ਵਾਲੇ ਸਾਰੇ ਜਣੇ ਆਪੋ ਆਪਣੇ ਘਰਾਂ ਨੂੰ ਖਿਸਕਣੇ ਸ਼ੁਰੂ ਹੋ ਗਏ ਸਨ ਤਾਂ ਦਲੀਪ ਤੇ ਕੱਦੀ ਹੌਲੀ ਹੌਲੀ ਚਰਨ ਕੇ ਘਰ ਵੱਲ ਵਿੱਕੀ ਦਾ ਪਤਾ ਲੈਣ ਤੁਰ ਗਏ। ਅੰਗ 24। ਵਿੱਕੀ ਦਿਨੋਂ ਦਿਨ ਠੀਕ ਹੋ ਰਿਹਾ ਸੀ। ਹੁਣ ਉਹਦਾ ਜ਼ਿਆਦਾਤਰ ਸਮਾਂ ਆਪਣੇ ਦਾਦੇ ਚਰਨ ਵਾਲੀ ਬੈਠਕ 'ਚ ਹੀ ਗੁਜ਼ਰਦਾ ਸੀ। ਜਿਸ ਵਿੱਕੀ ਨੇ ਆਪਣੇ ਘਰ ਸਾਹਿਤਕ ਕਿਤਾਬਾਂ ਦਾ ਭਾਰੀ ਖਜ਼ਾਨਾ ਹੋਣ ਦੇ ਬਾਵਜੂਦ ਵੀ ਕਦੇ ਕਿਸੇ ਕਿਤਾਬ ਦਾ ਵਰਕਾ ਥਲ ਕੇ ਨਹੀਂ ਵੇਖਿਆ ਸੀ, ਹੁਣ ਉਹ ਵੀ ਵਿੱਕੀ ਹਰ ਵੇਲੇ ਪੜ੍ਹਦਾ ਹੀ ਨਜ਼ਰ ਆਉਂਦਾ। ਉਹਦੇ ਐਕਸੀਡੈਂਟ ਹੋਏ ਨੂੰ 3 ਮਹੀਨੇ ਬੀਤ ਚੁੱਕੇ ਸਨ। ਡਾਂਗ ਦਾ ਮਾੜਾ ਮੋਟਾ ਆਸਰਾ ਲੈ ਕੇ ਹੁਣ ਤੁਰ ਫਿਰ ਵੀ ਆਉਂਦਾ। ਜਸਬੀਰ ਤੇ ਗੇਜੋ ਖੁਸ਼ ਰਹਿੰਦੀਆਂ ਸਨ। ਉਹਨਾਂ ਨੂੰ ਲੱਗਦਾ ਜਿਵੇਂ ਉਹਨਾਂ ਦੇ ਦਿਨ ਫਿਰ ਰਹੇ ਹੋਣ, ਸਾਰੇ ਦੁੱਖਾਂ ਦਾ ਨਾਸ ਹੋ ਗਿਆ ਹੋਵੇ। ਪਰ ਵਿੱਕੀ ਦੇ ਅੰਦਰ ਕੁਝ ਸੂਲ ਵਾਂਗ ਚੁੱਭਦਾ ਰਹਿੰਦਾ। ਉਹਨੂੰ ਹਸਪਤਾਲ 'ਚੋਂ ਆਇਆਂ 2 ਮਹੀਨੇ ਹੋ ਗਏ ਸਨ। ਉਹ ਇਹਨਾਂ 2 ਮਹੀਨਿਆਂ 'ਚ ਹਸਪਤਾਲ ਜਾ ਕੇ ਲੱਤ ਚੈੱਕ ਵੀ ਕਰਵਾ ਆਇਆ ਸੀ, ਪਰ ਬਬਲੀ ਦੀ ਕੋਈ ਉੱਗ ਸੁੱਗ ਨਹੀਂ ਸੀ ਕਿ ਉਹ ਕਿੱਥੇ ਸੀ। ਹਸਪਤਾਲ 'ਚੋਂ ਹੀ ਪਤਾ ਲੱਗਾ ਸੀ ਕਿ ਉਹ ਕਾਫੀ ਦਿਨਾਂ ਤੋਂ ਡਿਊਟੀ 'ਤੇ ਹੀ ਨਹੀਂ ਆਈ ਸੀ। ਕਿੱਥੇ ਸੀ ਕੋਈ ਪਤਾ ਨਹੀਂ ਸੀ। ਪਹਿਲਾਂ ਤਾਂ ਵਿੱਕੀ ਦੀ ਉਸ ਨਾਲ ਫੋਨ 'ਤੇ ਗੱਲਬਾਤ ਚੱਲਦੀ ਰਹੀ, ਫਿਰ ਉਹਦਾ ਫੋਨ ਬੰਦ ਆਉਣ ਲੱਗ ਪਿਆ। ਵਿੱਕੀ ਹਸਪਤਾਲ 'ਚੋਂ ਹੀ ਉਹਦੇ ਘਰ ਦਾ ਪਤਾ ਲੈ ਘੋਗੇ ਨਾਲ ਬਬਲੀ ਦੇ ਘਰ ਗਿਆ ਸੀ ਤਾਂ ਅੱਗੇ ਲੱਗਾ ਜੰਦਾ ਉਹਨਾਂ ਦੇ ਮੂੰਹ ਚੜਾ ਰਿਹਾ ਸੀ।
ਆਂਢ ਗੁਆਂਢੋਂ ਵੀ ਕੋਈ ਸੂਹ ਨਹੀਂ ਮਿਲੀ ਸੀ। ਵਿੱਕੀ ਨੂੰ ਐਂ ਲੱਗਦਾ ਸੀ ਬਬਲੀ ਤਾਂ ਇੱਕ ਛਾਇਆ ਸੀ ਜੋ ਉਹਨੂੰ ਨਵੀਂ ਜ਼ਿੰਦਗੀ ਤੇ ਛਾਈ ਮਾਈ ਹੋ ਗਈ ਸੀ। ਵਿੱਕੀ ਆਪਣੀ ਮਾਂ ਤੇ ਦਾਦੀ ਸਾਹਮਣੇ ਉਦਾਸ ਹੋਣ ਦੇ ਬਾਵਜੂਦ ਵੀ ਸਾਵਾਂ ਹੀ ਰਹਿੰਦਾ ਸੀ। ਪਰ ਜਸਬੀਰ ਨੇ ਇੱਕ ਦਿਨ ਸਹਿਜ ਹੀ ਗੱਲ ਛੇੜ ਲਈ ਸੀ। ਵਿੱਕੀ ਸ਼ੇਰਾ, ਨਰਸ ਬੱਬਲ ਹਸਪਤਾਲ 'ਚ ਤਾਂ ਵੱਡੇ ਵੱਡੇ ਵਾਅਦੇ ਕਰਦੀ ਸੀ, ਮੁੜ ਉਹਨੇ ਬੱਤੀ ਵੀ ਨਹੀਂ ਬਾਈ। ਤੇਰਾ ਪਤਾ ਲੈਣ ਤੱਕ ਨਹੀਂ ਆਈ ਕਿ ਫੋਨ ਤੇ ਹੁੰਦੀ ਰਹਿੰਦੀ ਆ ਗੱਲ ਉਹਦੇ ਨਾਲ। ਸੱਚ ਹਸਪਤਾਲ ਗਿਆ, ਮਿਲ ਕੇ ਤਾਂ ਆਇਆ ਹੀ ਹੋਏਗਾ। ਗੱਲ ਅੱਗੇ ਤੋਰੀਏ ਕੋਈ ਆਪਾਂ? ਜਸਬੀਰ ਨੇ ਪੁੱਛਿਆ ਸੀ ਤਾਂ ਵਿੱਕੀ ਦੀਆਂ ਅੱਖਾਂ ਛਲਕਾਈਆਂ ਜਿਵੇਂ ਵਗਣ ਲਈ ਪਹਿਲਾਂ ਹੀ ਤਿਆਰ ਬੈਠੀਆਂ ਸਨ। ਕਿਸੇ ਗੱਲੋਂ ਝਗੜ ਤਾਂ ਨਹੀਂ ਪਿਆ ਉਹਦੇ ਨਾਲ, ਪਰ ਉਹ ਝਗੜਾ ਕਰਨ ਵਾਲੀ ਤਾਂ ਕੁੜੀ ਲੱਗਦੀ ਨਹੀਂ ਸੀ। ਕਿ ਕੋਈ ਹੋਰ ਗੱਲ ਆ? ਜੇ ਸੱਚ ਪੁੱਛੇ ਤਾਂ ਸ਼ੇਰਾ ਤੈਨੂੰ ਬੰਦਾ ਬਣਾਉਣ ਵਾਲੀ ਉਹੀ ਕੁੜੀ ਆ। ਅਸੀਂ ਤਾਂ ਸਾਰੀ ਉਮਰ ਨਾ ਦੇਣ ਦਈਏ ਉਹਦਾ। ਜਸਬੀਰ ਬੋਲੀ ਸੀ। ਗੇਜੋ ਵੀ ਕੋਲ ਹੀ ਸੀ। ਉਹਨੂੰ ਵੀ ਵਿੱਕੀ ਦੀਆਂ ਵਗਦੀਆਂ ਅੱਖਾਂ ਆਪਣਾ ਕਾਲਜਾ ਵਲੂੰਦਰ ਦੀਆਂ ਲੱਗਦੀਆਂ ਸਨ। ਪੁੱਤ ਤਾਂ ਵੀ ਗੱਲ ਕੀ ਆ ਵਿੱਚੋਂ? ਸਾਨੂੰ ਵੀ ਤਾਂ ਪਤਾ ਲੱਗੇ। ਐਵੇਂ ਤਾਂ ਤੂੰ ਜਵਾਕਾਂ ਵਾਂਗ ਰੋਣ ਲੱਗ ਨਹੀਂ ਪਿਆ। ਫਿਕਰ ਨਾ ਕਰ, ਗੱਲ ਤੋਰ ਹੀ ਲੈਣੀ ਆ ਉਹਦੀ ਬੀਬੀ ਨਾਲ। ਹੁਣ ਤਾਂ ਤੂੰ ਡਾਂਗ ਦੇ ਆਸਰੇ ਤੋਂ ਬਿਨਾਂ ਵੀ ਤੁਰ ਪੈਣਾ। ਹੱਥ ਤਾਂ ਪੂਰਾ ਕੰਮ ਕਰਦਾ। ਹੋਰ ਮਹੀਨੇ 20 ਦਿਨਾਂ 'ਚ ਜਮਾਂ ਠੀਕ ਹੋ ਜਾਏਗਾ। ਗੇਜੋ ਨੇ ਵੀ ਦਿਲ ਧਰਾਇਆ। ਗੱਲ ਦਾ ਬੀਬੀ ਮੈਨੂੰ ਵੀ ਨਹੀਂ ਪਤਾ। ਜਿਉਂ ਹਸਪਤਾਲ 'ਚੋਂ ਆਏ ਹਾਂ 2-4 ਦਿਨ ਪਹਿਲਾਂ ਹੀ ਗੱਲ ਹੋਈ ਸੀ। ਉਹ ਪਤਾ ਲੈਣ ਆਈ ਸੀ, ਪਰ ਅਚਾਨਕ ਪਤਾ ਨਹੀਂ ਕੀ ਹੋ ਗਿਆ। ਨਾ ਉਹਨੇ ਫੋਨ ਲਾਇਆ, ਨਾ ਹੀ ਇੱਧਰੋਂ ਲੱਗਾ। ਜਿਸ ਦਿਨ ਹੁਣ ਲੱਤ ਵਿਖਾ ਕੇ ਆਇਆ ਉਸ ਦਿਨ ਹਸਪਤਾਲ 'ਚੋਂ ਹੀ ਪਤਾ ਲੱਗਾ ਉਹ ਤਾਂ ਡਿਊਟੀ 'ਤੇ ਵੀ ਨਹੀਂ ਆ ਰਹੀ। ਮੈਂ ਤੇ ਘੋਗਾ ਘਰ ਪੁੱਛ ਕੇ ਗਏ ਤਾਂ ਅੱਗੇ ਜੰਦਾ ਲੱਗਾ ਸੀ। ਆਂਢ ਗੁਆਂਢ ਨੂੰ ਵੀ ਕਿਸੇ ਨੂੰ ਕੋਈ ਪਤਾ ਨਹੀਂ। ਵਿੱਕੀ ਫੇਰ ਫੁੱਟ ਪਿਆ। ਇਹ ਸੁਣ ਜਸਬੀਰ ਤੇ ਗੇਜੋ ਦਾ ਵੀ ਉਦਾਸ ਹੋ ਜਾਣਾ ਕੁਦਰਤੀ ਸੀ, ਪਰ ਉਹਨਾਂ ਨੂੰ ਆਪਣੇ ਨਾਲੋਂ ਵਿੱਕੀ ਦਾ ਬਹੁਤਾ ਫਿਕਰ ਸੀ, ਜਿਹੜਾ ਮਸਾਂ ਲੀਹ 'ਤੇ ਚੜ੍ਹਿਆ ਸੀ ਤੇ ਇਸ ਹਾਲਤ ਵਿੱਚ ਕਿਸੇ ਵੀ ਨਸ਼ੇ ਦਾ ਆਸਰਾ ਲੈ ਸਕਦਾ ਸੀ। ਹੁਣ ਲੋੜ ਸੀ ਤਾਂ ਉਹਨੂੰ ਹੌਸਲਾ ਦੇਣ ਦੀ। ਤੂੰ ਐਡੀ ਛੇਤੀ ਢੇਰੀ ਨਾ ਢਾਹ, ਮੈਂ ਪਤਾ ਕਰਦੀ ਹਾਂ ਅੱਜ ਭਲਕ ਹਸਪਤਾਲ ਜਾ ਕੇ। ਅਕਸਰ ਕਿਸੇ ਨਾ ਕਿਸੇ ਕੁੜੀ ਕਤਰੀ ਨਾਲ ਤਾਂ ਉਹ ਦਿਲ ਦੀ ਗੱਲ ਸਾਂਝੀ ਕਰਦੀ ਹੋ। ਕਿਸੇ ਨਾ ਕਿਸੇ ਨਾਲ ਤਾਂ ਹਰ ਆਦਮੀ ਦੀ ਨੇੜਤਾ ਹੁੰਦੀ ਹੈ। ਉਹਦੀ ਵੀ ਜ਼ਰੂਰ ਹੋ। ਮੈਂ ਕੱਲ੍ਹ ਨੂੰ ਹੀ ਜਾਊਂ। ਜਸਬੀਰ ਨੇ ਵਿੱਕੀ ਦੇ ਮੋਢੇ 'ਤੇ ਹੱਥ ਰੱਖਿਆ। ਤੂੰ ਕਿੱਥੇ ਤੁਰੀ ਫਿਰੇਂਗੀ ਮਾਂ ਬੁੱਢੇ ਬਾਰੇ? ਮੈਂ ਹੀ ਕੱਢੂੰ ਕਿਸੇ ਦਿਨ ਗੇੜਾ। ਤੇਰੀ ਕੋਈ ਉਮਰ ਆ ਹੁਣ ਕਿਤੇ ਸ਼ਹਿਰੀ ਕੋਟੀ ਜਾਣ ਦੀ? ਆਖ ਵਿੱਕੀ ਨੇ ਟਾਲਾ ਜਿਹਾ ਮਾਰਨਾ ਚਾਹਿਆ। ਉਹ ਨਹੀਂ ਚਾਹੁੰਦਾ ਸੀ ਕਿ ਉਹਦੀ ਦਾਦੀ ਮਾਂ ਜਾਂ ਬੀਬੀ ਐਵੇਂ ਸ਼ਹਿਰ ਦੀ ਖਾਕ ਛਾਣਦੀਆਂ ਫਿਰਨ। ਉਹਨੂੰ ਤਾਂ ਫਿਰ ਪਤਾ ਵੀ ਨਹੀਂ ਲੱਗਾ ਸੀ ਇੱਕ ਦਿਨ ਕਦ ਉਹਦੀ ਦਾਦੀ ਟੈਂਪੂ 'ਤੇ ਚੜ੍ਹ ਸ਼ਹਿਰ ਨੂੰ ਤੁਰ ਗਈ ਸੀ। ਜਸਬੀਰ ਨੇ ਹਸਪਤਾਲ 'ਚੋਂ ਬਬਲੀ ਬਾਰੇ ਪਤਾ ਕੀਤਾ ਤਾਂ ਉਹਦੀ ਕੁਝ ਵੀ ਪੱਲੇ ਨਾ ਪਿਆ। ਉਹਨੇ ਕਈ ਨਰਸਾਂ ਤੋਂ ਪੁੱਛ ਪੜਤਾਲ ਕੀਤੀ, ਪਰ ਕਿਤੋਂ ਸੂਹ ਨਾ ਲੱਗੀ। ਹੰਬ ਹਾਰ ਕੇ ਉਹ ਵਰਾਂਡੇ 'ਚ ਇੱਕ ਬੈਂਚ 'ਤੇ ਜਾ ਬੈਠੀ। ਨਰਸਾਂ ਉਹਦੇ ਕੋਲੋਂ ਦੀ ਇੱਧਰੋਂ ਉੱਧਰੋਂ ਬਰਸੀਨ ਦੇ ਖੇਤ 'ਤੇ ਘੁੰਮ ਰਹੀਆਂ ਤਿਤਲੀਆਂ ਵਾਂਗ ਲੰਘ ਜਾਂਦੀਆਂ। ਉੱਠ ਮਣਾ, ਹੁਣ ਇੱਥੇ ਬੈਠੀ ਕੀ ਕਰਦੀਆਂ? ਉਹ ਤਾਂ ਕੋਈ ਨਰਸ ਦੇ ਰੂਪ 'ਚ ਦੇਵੀ ਸੀ ਜੋ ਤੇਰੇ ਘਰ ਦੇ ਚਿਰਾਗ ਨੂੰ ਰੌਸ਼ਨ ਕਰਨ ਆਈ ਸੀ ਤੇ ਆਪਣੀ ਜ਼ਿੰਮੇਵਾਰੀ ਨਿਭਾ ਤੁਰਦੀ ਬਣੀ। ਉਹ ਤਾਂ ਇੱਕ ਛਲਾਵਾ ਸੀ ਜੋ ਛਲ ਗਈ। ਆਂਟੀ ਜੀ, 1 ਮਿੰਟ ਮੇਰੀ ਗੱਲ ਸੁਣੋਗੇ? ਇੱਕ ਨਰਸ ਉਹਦੇ ਕੋਲ ਆ ਬੋਲੀ ਸੀ ਤਾਂ ਜਸਬੀਰ ਉਹਦੇ ਮੂੰਹ ਵੱਲ ਝਾਕੀ ਸੀ। ਪੱਕੇ ਜਿਹੇ ਰੰਗ 'ਚ ਤਿੱਖੇ ਨੈਣ ਨਕਸ਼ਾਂ ਵਾਲੀ ਲੰਮੀ ਲੰਜੀ ਦੁੱਧ ਧੋਤੀ ਵਰਦੀ 'ਚ ਜੋ ਉਹਦੇ ਕੋਲ ਖੜੀ ਸੀ। ਮੈਨੂੰ ਆਖਿਆ ਬੇਟਾ ਕੁਝ? ਜਸਬੀਰ ਮਰੀ ਜੀ ਆਵਾਜ਼ 'ਚ ਬੋਲੀ। ਜੀ ਤੁਸੀਂ ਬੱਬਲ ਬਾਰੇ ਪੁੱਛ ਰਹੇ ਸੀ ਨਾ? ਮੇਰੇ ਨਾਲ ਆਓ, ਉਸ ਨਰਸ ਕੁੜੀ ਨੇ ਆਖਿਆ ਤਾਂ ਜਸਬੀਰ ਬੈਂਚ ਦੇ ਹੌਸਲੇ ਜਿਹੇ ਨਾਲ ਉੱਠੀ ਸੀ। ਉਹਨੂੰ ਉਸ ਕੁੜੀ ਦੇ ਚਿਹਰੇ 'ਤੇ ਆਸ ਦੀ ਕਿਰਨ ਝਲਕੀ ਸੀ। ਜਸਬੀਰ ਉਹਦੇ ਮਗਰ ਲੱਗ ਤੁਰੀ ਸੀ ਤਾਂ ਉਹ ਕੁੜੀ ਉਹਨੂੰ ਇੱਕ ਵਾਰਡ ਦੇ ਨਾਲ ਬਣੇ ਰੂਮ 'ਚ ਲੈ ਆਈ, ਜਿੱਥੇ 2 ਬੈੱਡ ਲੱਗੇ ਸਨ। ਇੱਕ ਮੇਜ਼ 'ਤੇ 2 ਕੁਰਸੀਆਂ ਪਈਆਂ ਸਨ। ਇੱਕ ਪਾਸੇ ਹੈਂਗਰ 'ਤੇ ਕੁਝ ਸੂਟ ਵੀ ਟੰਗੇ ਪਏ ਸਨ। ਇੱਕ ਅਲਮਾਰੀ ਵੀ ਪਈ ਸੀ। ਜਸਬੀਰ ਨੂੰ ਸਮਝਦਿਆਂ ਚਿਰ ਨਾ ਲੱਗਾ ਕਿ ਰੂਮ ਦੂਰੋਂ ਆਉਂਦੀਆਂ ਕੁੜੀਆਂ ਦੇ ਰਹਿਣ ਲਈ ਸੀ, ਜਿਨ੍ਹਾਂ ਦੀ ਡਿਊਟੀ ਵੇਲੇ ਕੁ ਵੇਲੇ ਸ਼ੁਰੂ ਜਾਂ ਖਤਮ ਹੁੰਦੀ ਸੀ। ਆਂਟੀ ਜੀ ਬੈਠੋ, ਮੈਂ ਚੇਂਜ ਕਰ ਆਵਾਂ। ਪਹਿਲਾਂ ਤੁਹਾਨੂੰ ਪਾਣੀ ਦਿੰਨੀ ਆ, ਫਿਰ ਚਾਹ ਵੀ ਬਣਾਉਣੇ ਆ। ਪਿਆਲੀ ਆਖੋ। ਜਸਬੀਰ ਨੂੰ ਪਾਣੀ ਦਾ ਗਲਾਸ ਫੜਾ ਹੈਂਗਰ ਤੋਂ ਕੱਪੜੇ ਚੱਕ ਬਾਥਰੂਮ 'ਚ ਵੜ ਗਈ ਤੇ ਛੇਤੀ ਬਾਹਰ ਆ ਗਈ ਤੇ ਹੀਟਰ ਬਾਲ ਚਾਹ ਦਾ ਪਾਣੀ ਰੱਖ ਦਿੱਤਾ। ਧੀਏ, ਤੂੰ ਮੈਨੂੰ ਇਹ ਦੱਸ ਬੱਬਲ ਕਿਉਂ ਨਹੀਂ ਆ ਰਹੀ ਡਿਊਟੀ 'ਤੇ ਤੇ ਨਾ ਹੀ ਉਹ ਘਰ? ਦੱਸਦੀ ਹਾਂ ਜੀ, ਚਾਹ ਲਾ ਲਵਾਂ? ਆਖੋ। ਸੋਨੀ ਨਾਂ ਦੀ ਕੁੜੀ ਨੇ ਪਿਆਲੀਆਂ 'ਚ ਚਾਹ ਪਾਈ, ਇੱਕ ਪਲੇਟ 'ਚ ਬਿਸਕਿਟ ਰੱਖੇ ਤੇ ਟੇਬਲ 'ਤੇ ਰੱਖਦੀ ਬੋਲੀ, ਆਂਟੀ ਜੀ ਪਹਿਲਾਂ ਇਹ ਦੱਸੋ ਬਬਲੀ ਨਾਲ ਤੁਹਾਡੀ ਕੀ ਰਿਸ਼ਤੇਦਾਰੀ ਹੈ? ਗੱਲ ਫੇਰ ਹੀ ਅੱਗੇ ਤੁਰ ਸਕਦੀ ਹੈ। ਆਖ ਸੋਨੀ ਜਸਬੀਰ ਦੇ ਮੂੰਹ ਵੱਲ ਝਾਕੀ। ਜਸਬੀਰ ਦਾ ਪ੍ਰਭਾਵਸ਼ਾਲੀ ਚਿਹਰਾ ਉਹਨੂੰ ਪ੍ਰਭਾਵਿਤ ਕਰ ਰਿਹਾ ਸੀ। ਬੇਟਾ ਜੀ, 2-2.5 ਮਹੀਨੇ ਪਹਿਲਾਂ 5 ਨੰਬਰ ਵਾਰਡ 'ਚ ਇੱਕ ਵਿਕਰਮ ਨਾਂ ਦਾ ਮਰੀਜ਼ ਮਹੀਨਾ ਭਰ ਰਿਹਾ ਸੀ। ਹਾਂ ਯਾਦ ਆ, ਮੈਨੂੰ ਚੰਗੀ ਤਰ੍ਹਾਂ ਯਾਦ ਆ। ਕੁਝ ਦਿਨ ਪਹਿਲਾਂ ਆਇਆ ਸੀ। ਉਹ ਬਬਲੀ ਬਾਰੇ ਪੁੱਛਦਾ ਸੀ। ਕੀ ਤੁਸੀਂ ਵਿਕਰਮ ਦੇ ਰਿਸ਼ਤੇਦਾਰ ਹੋ? ਸੋਨੀ ਨੇ ਪੁੱਛਿਆ। ਹਾਂ ਧੀਏ, ਮੈਂ ਵਿੱਕੀ ਦੀ ਦਾਦੀ ਹਾਂ। ਅਸਲ 'ਚ ਤੈਥੋਂ ਕਾਹਦਾ ਲੁਕੋਆ? ਬਬਲੀ ਸਾਨੂੰ ਵਿੱਕੀ ਲਈ ਪਸੰਦ ਆ।
ਜਸਵੀਰ ਨੇ ਦੱਸਿਆ ਤਾਂ ਸੋਨੀ ਨੇ ਇੱਕ ਹੌਕਾ ਜਿਹਾ ਲਿਆ। ਚਾਹ ਪੀਓ ਪਹਿਲਾਂ, ਫਿਰ ਕਰਦੇ ਆਂ ਗੱਲ। ਸੋਨੀ ਨੇ ਚਾਹ ਦੀ ਪਿਆਲੀ ਜਸਵੀਰ ਅੱਗੇ ਕਰ ਬਿਸਕਟਾਂ ਵਾਲੇ ਵੱਲ ਹੱਥ ਕਰਤਾ। ਖਾਓ ਤੁਸੀਂ, ਸਵੇਰੇ ਸਦਿਆਂ ਹੀ ਰੋਟੀ ਖਾਧੀ ਹੋਊ। ਜਿੰਨਾ ਚਿਰ ਉਹ ਚਾਹ ਪੀਂਦੀਆਂ ਰਹੀਆਂ ਉਹਨਾਂ 'ਚ ਇੱਕ ਚੁੱਪ ਜਿਹੀ ਤਣੀ ਰਹੀ। ਚਾਹ ਤੋਂ ਵਿਹਲੀਆਂ ਹੋਈਆਂ ਤਾਂ ਸੋਨੀ ਨੇ ਦੱਸਿਆ, ਬਬਲੀ ਨਾਲ ਇੱਕ ਬਹੁਤ ਵੱਡਾ ਹਾਦਸਾ ਵਾਪਰ ਗਿਆ ਆਂਟੀ, ਜਿਹਦਾ ਮੈਥੋਂ ਬਗੈਰ ਇਸ ਹਸਪਤਾਲ 'ਚ ਕਿਸੇ ਨੂੰ ਵੀ ਨਹੀਂ ਪਤਾ। ਮੇਰੀ ਬਬਲੀ ਨਾਲ ਕਾਫੀ ਨੇੜਤਾ ਹੈ। ਮੈਥੋਂ ਕਦੀ ਉਹਨੇ ਭੋਰਾ ਭਰ ਗੱਲ ਵੀ ਨਹੀਂ ਲੁਕੋਈ। ਇਸ ਹਾਦਸੇ ਬਾਰੇ ਉਹਦੀ ਮਾਂ ਨੂੰ ਜਾਂ ਮੈਨੂੰ ਹੀ ਪਤਾ ਹੈ ਬਸ। ਆਖ ਸੋਨੀ ਚੁੱਪ ਧਾਰ ਗਈ। ਗੱਲ ਕੀ ਹੋਈ ਪੁੱਤ? ਜਸਵੀਰ ਦਾ ਦਿਲ ਸੁਣਨ ਲਈ ਕਾਹਲਾ ਪੈਣ ਲੱਗ ਪਿਆ। ਇੱਕ ਦਰਿੰਦਾ ਬਬਲੀ ਦਾ ਬਲਾਤਕਾਰ ਕਰ ਗਿਆ, ਜ਼ਿੰਦਗੀ ਬਰਬਾਦ ਕਰਕੇ ਰੱਖਤੀ ਵਿਚਾਰੀ ਦੀ। ਮੈਂ ਤਾਂ ਆਖਿਆ ਸੀ ਕੇਸ ਕਰ ਉਸ ਕੰਜਰ 'ਤੇ, ਕੈਦ ਕਰਾ ਉਹਨੂੰ, ਉਹਦੇ ਧੀਆਂ ਪੁੱਤਾਂ ਨੂੰ ਵੀ ਤਾਂ ਪਤਾ ਲੱਗੇ ਉਹਦੀ ਕਰਤੂਤ ਦਾ। ਪਰ ਬਬਲੀ ਨਹੀਂ ਮੰਨੀ। ਕਹਿੰਦੀ ਕੇਸ ਕਰਕੇ ਹੋਊਗੀ ਕੀ, ਮੇਰੀ ਰਹਿੰਦੀ ਖੁੰਦੀ ਇੱਜ਼ਤ ਦੀਆਂ ਵੀ ਧੱਜੀਆਂ ਉੱਡ ਜਾਣਗੀਆਂ। ਉਹਦਾ ਵਿਗੜਨਾ ਕੁਝ ਨਹੀਂ। ਉਹ ਤਾਂ ਜਿਸ ਦਿਨ ਜੇਲ੍ਹ 'ਚੋਂ ਆਇਆ ਢੋਲ ਦੇ ਡੱਗੇ ਨਾਲ ਆਊ। ਉਹ ਵੀ ਤਾਂ ਜੇ ਕਿਸੇ ਦੇ ਹੱਥ ਪਾ ਲਿਆ ਜੇਲ੍ਹ ਘੱਲਣ ਜੋਗਾ। ਉਦੋਂ ਤੱਕ ਤਾਂ ਮੇਰੇ 'ਤੇ ਹੀ ਪਤਾ ਨਹੀਂ ਕਿਹੜੇ ਇਲਜ਼ਾਮ ਲੱਗ ਚੁੱਕੇ ਹੋਣਗੇ। ਮੇਰੇ ਕੋਲ ਫਿਰ ਆਤਮ ਹੱਤਿਆ ਕੀਤੇ ਬਿਨਾਂ ਕੋਈ ਚਾਰਾ ਨਹੀਂ ਰਹਿਣਾ। ਮੈਂ ਹੀ ਆਖਿਆ ਸੀ ਉਹਨੂੰ। ਹੁਣ ਤਾਂ ਉਹ ਘਰੋਂ ਬਾਹਰ ਹੀ ਨਹੀਂ ਨਿਕਲਦੀ। ਹੈ ਕੌਣ ਸੀ ਉਹ ਦੁਸ਼ਟ? ਨਾਲੇ ਘਰ ਨੂੰ ਤਾਂ ਜਾਂਦਾ। ਉਹ ਮਕਾਨ ਵਿਕਾਊ ਕਰ ਕੇਰਾਂ ਹੋਰ ਕਿਤੇ ਕਿਰਾਏ 'ਤੇ ਜਾ ਬੈਠਿਆ। ਹੋਰ ਮਕਾਨ ਲਏ, ਉੱਥੇ ਉਹਦੇ ਆਦਮੀ ਦਬਾ ਦਿੰਦੇ ਸੀ ਆ ਕੇ, ਤਾਂ ਘਰ ਹੀ ਛੱਡ ਗਈਆਂ ਉਹ। ਸੋਨੀ ਨੇ ਦੱਸਿਆ। ਸੀ ਕੌਣ ਉਹ ਕੀੜੇ ਪੈਣਾ? ਦੁਆਰਕਾ ਆਸ਼ਰਮ ਦਾ ਕਰਤਾ ਧਰਤਾ ਨਸੀਬ ਚੰਦ, ਜਿਹਨੂੰ ਸਾਰਾ ਸ਼ਹਿਰ ਹੀ ਰੱਬ ਦਾ ਰੂਪ ਸਮਝਦਾ। ਉਸ ਰੱਬ ਦੇ ਰੂਪ ਦੀ ਹੀ ਕਰਤੂਤ ਆ। ਸਰਕਾਰੀ ਦਰਬਾਰੀ ਤੂਤੀ ਬੋਲਦੀ ਆ ਉਸ ਕੰਜਰ ਦੀ। ਨੌਕਰੀ 'ਤੇ ਤਾਂ ਆਉਂਦੀ ਰਹਿੰਦੀ, ਡਿਊਟੀ ਕਾਹਨੂੰ ਛੱਡਣੀ ਸੀ? ਨਾਲੇ ਉਹਦਾ ਕਸੂਰ ਵੀ ਕੀ ਸੀ ਇਹਦੇ 'ਚ? ਡਿਊਟੀ ਛੱਡ ਤਾਂ ਆਪਣੇ ਆਪ ਨੂੰ ਸਜ਼ਾ ਦੇਣ ਵਾਲੀ ਗੱਲ ਆ। ਹੁਣ ਆਂਟੀ ਜੀ ਉਸ ਨੌਕਰੀ 'ਤੇ ਵੀ ਕਿਵੇਂ ਰਹਿੰਦੀ ਜੋ ਕਦੀ ਉਸ ਕੰਜਰ ਨੇ ਲੈ ਕੇ ਦਿੱਤੀ ਸੀ ਆਪਣੀ ਸਿਫਾਰਿਸ਼ ਨਾਲ। ਮੈਂ ਤਾਂ ਬਥੇਰਾ ਆਖਿਆ ਸੀ ਬਬਲੀ ਮਹੀਨੇ 20 ਦਿਨ ਦੀ ਛੁੱਟੀ ਲੈ, ਨੌਕਰੀ ਛੱਡਿਆਂ ਕੀ ਬਣੂ? ਤੁਹਾਡਾ ਮਾਵਾਂ ਧੀਆਂ ਦਾ ਨੌਕਰੀ ਨਾ ਛੱਡ। ਪਰ ਉਹਨੇ ਮੇਰੀ ਵੀ ਇੱਕ ਨਹੀਂ ਮੰਨੀ। ਉਸ ਦਿਨ ਤੋਂ ਬਾਅਦ ਹਸਪਤਾਲ ਨਹੀਂ ਆ ਕੇ ਬੜੀ। ਤੂੰ ਐਂ ਕਰਦੀ ਏ, ਮੈਨੂੰ ਪਤਾ ਦੇ ਬਬਲੀ ਦਾ। ਰੋਜ਼ ਮੈਥੋਂ ਵੀ ਨਹੀਂ ਆ ਹੋਣਾ। ਮੈਂ ਉਹਨੂੰ ਮਿਲਣਾ ਚਾਹੁੰਦੀ ਹਾਂ। ਫੋਨ ਨੰਬਰ ਵੀ ਨਵਾਂ ਲਿਖਾ ਉਹਦਾ। ਨਾਲੇ ਮੈਨੂੰ ਇਹ ਤਾਂ ਦੱਸ, ਇਹ ਕਹਾਣੀ ਵਾਪਰੀ ਕਿਵੇਂ? ਹੋਇਆ ਕੀ? ਆਂਟੀ ਜੀ, ਨਸੀਬ ਚੰਦ ਦੀ ਸ਼ਹਿਰੋਂ ਬਾਹਰ ਕੋਠੀ ਆ, ਜਿੱਥੇ ਉਹ ਆਪਣੇ ਘਰ ਵਾਲੀ ਤੇ 2 ਮੁਟਿਆਰ ਧੀਆਂ ਨਾਲ ਰਹਿੰਦਾ। ਇੱਕ ਮੁੰਡਾ ਹੈ, ਉਹ ਦਿੱਲੀ ਆ, ਉੱਥੇ ਕਾਰੋਬਾਰ ਆ ਕੋਈ ਉਹਦਾ। ਐਤਵਾਰ ਦਾ ਦਿਨ ਸੀ ਜਦ ਬਬਲੀ ਦੇ ਫੋਨ ਦੀ ਘੰਟੀ ਖੜਕੀ। ਹੈਲੋ, ਕੌਣ ਜੀ? ਬਬਲੀ ਨੇ ਪੁੱਛਿਆ। ਬਬਲੀ ਆਪਣੇ ਘਰ ਹੀ ਸੀ। ਬਬਲ, ਮੈਂ ਨਸੀਬ ਚੰਦ ਬੋਲਦਾ। ਨਸੀਬ ਚੰਦ ਦੀ ਆਵਾਜ਼ ਰੁਕ ਆ ਰਹੀ ਸੀ। ਹਾਂ ਅੰਕਲ ਦੱਸੋ। ਭਾਈ ਬੀਬੀਆ, ਮੇਰੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ। ਜੇ ਆ ਕੇ ਵੇਖ ਜਾਏ ਤਾਂ ਤਕਲੀਫ ਜ਼ਿਆਦਾ ਹੈ। ਛਾਤੀ 'ਚ ਦਰਦ ਆ। ਨਸੀਬ ਚੰਦ ਦੀ ਆਵਾਜ਼ ਆਈ ਸੀ। ਤਾਂ ਬਬਲੀ ਨੇ ਮੈਂ ਹੁਣੇ ਆਈ ਆਖਦਿਆਂ ਸਕੂਟਰੀ ਨੂੰ ਜਾ ਹੱਥ ਪਾਇਆ। ਕੁੜੀਏ ਤੂੰ? ਬਬਲੀ ਦੀ ਮਾਂ ਪਿਆਰੋ ਨੇ ਪੁੱਛਿਆ ਸੀ। ਐਤਵਾਰ ਕਰਕੇ ਬਬਲੀ ਨੇ ਕਿਤੇ ਜਾਣਾ ਹੀ ਤਾਂ ਹੈ ਹੀ ਨਹੀਂ ਸੀ। ਮੰਮੀ, ਨਸੀਬ ਚੰਦ ਅੰਕਲ ਦਾ ਫੋਨ ਸੀ, ਉਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ, ਮੈਨੂੰ ਸੱਦਿਆ। ਉਹਨਾਂ ਆ ਜਾਂਦੀ ਆ। ਜਾਇਆ ਬੇਟੀ, ਪਰ ਆ ਜਾਈ ਛੇਤੀ। ਗੁਰਦੁਆਰਾ ਸਾਹਿਬ ਵੀ ਜਾਣਾ ਅੱਜ, ਪਿਛਲੇ ਐਤਵਾਰ ਵੀ ਨਹੀਂ ਜਾ ਹੋਇਆ, ਪਿਆਰੋ ਨੇ ਚੇਤਾ ਕਰਾਇਆ। ਮੈਂ ਗਈ ਤੇ ਆਈ। ਆਖ ਬਬਲੀ ਨੇ ਸਕੂਟਰੀ ਘਰੋਂ ਬਾਹਰ ਕੱਢ ਲਈ। ਉਹ ਨਸੀਬ ਚੰਦ ਦੀ ਕੋਠੀ ਆਈ ਤਾਂ ਬੈਲ ਮਾਰਨ ਦੀ ਲੋੜ ਨਹੀਂ ਪਈ। ਗੇਟ ਖੁੱਲ੍ਹਾ ਹੀ ਸੀ। ਬਬਲੀ ਸਕੂਟਰੀ ਬਾਹਰ ਖਲਿਆਰ ਅੰਦਰ ਲੰਘ ਗਈ। ਘਰ ਸੁੰਨਾ ਜਿਹਾ ਲੱਗਿਆ। ਕੋਠੀ 'ਚ ਕੋਈ ਦਿਸਿਆ ਨਹੀਂ। ਕੋਠੀ ਕਾਫੀ ਵੱਡੀ ਸੀ, ਕਈ ਕਮਰੇ ਸਨ। ਬਬਲੀ ਪਹਿਲਾਂ ਵੀ ਕਈ ਵਾਰ ਆ ਚੁੱਕੀ ਸੀ। ਅੰਕਲ ਜੀ ਇੱਧਰ ਆ, ਮੈਂ ਆ ਜਾਓ। ਇੱਕ ਕਮਰੇ 'ਚੋਂ ਆਵਾਜ਼ ਆਈ। ਬਬਲੀ ਨਸੀਬ ਚੰਦ ਦੇ ਬੈੱਡਰੂਮ 'ਚ ਜਾ ਵੜੀ ਤਾਂ ਨਸੀਬ ਚੰਦ ਬੈੱਡ 'ਤੇ ਪਿਆ ਹਾਏ ਕਰ ਰਿਹਾ ਸੀ। ਕੀ ਗੱਲ ਹੋ ਗਿਆ ਅੰਕਲ? ਵੱਖੀ 'ਚ ਦਰਦ ਆ। ਘਰ ਵੀ ਕੋਈ ਨਹੀਂ ਸੀ। ਤੇਰੀ ਆਂਟੀ ਤੇ ਕੁੜੀਆਂ ਇੱਕ ਸ਼ਾਦੀ 'ਤੇ ਗਈਆਂ, ਕੋਈ ਨੌਕਰ ਵੀ ਨਹੀਂ ਅੱਜ ਘਰ ਪਰਤਿਆ ਆ। ਗਰਮ ਪਾਣੀ ਹੋਵੇ ਤਾਂ ਮੈਂ ਟਕੋਰ ਕਰ ਲਵਾਂ। ਨਸੀਬ ਚੰਦ ਬੋਲਿਆ। ਪਹਿਲਾਂ ਵੀ ਰਹਿੰਦੀ ਹੈ ਤਕਲੀਫ? ਹੋ ਜਾਂਦੀ ਹੈ ਕਦੀ। ਗਰਮ ਪਾਣੀ ਦੀ ਟਕੋਰ ਹੀ ਰਾਮਬਾਣ ਸਾਬਤ ਹੁੰਦੀ ਹੈ। ਸਟੂਲ 'ਤੇ ਸ਼ਰਬਤ ਪਿਆ ਗਲਾਸ 'ਚ, ਆਪਣੇ ਲਈ ਬਣਾਇਆ ਸੀ, ਛੇਤੀ ਨਹੀਂ ਮੰਨਿਆ। ਤੂੰ ਭਰ ਲੈ 2 ਘੁੱਟਾਂ, ਆਓ ਭਗਤ ਸਮਝ। ਨਹੀਂ ਅੰਕਲ, ਸ਼ਰਬਤ ਨੂੰ ਤਾਂ ਕੀ ਹੈ, ਮੈਂ ਪਾਣੀ ਗਰਮ ਕਰਦੀ ਹਾਂ, ਇੰਜੈਕਸ਼ਨ ਵੀ ਲਿਆਈਆਂ ਜੇ ਆਖੋ ਤਾਂ। ਨਹੀਂ ਕਾਹਨੂੰ, ਤੂੰ ਆਹ 2 ਘੁੱਟਾਂ ਭਰ ਲੈ ਪਹਿਲਾਂ। ਹੁਣ ਖਰਾਬ ਕਾਹਨੂੰ ਕਰਨਾ? ਨਾਲੇ ਸਕੂਟਰੀ ਅੰਦਰ ਕਰ, ਗੇਟ ਭੇੜ ਆਵੇਂ। ਕੰਮਾਂ ਧੰਦਾਂ ਵਾਲੇ ਮੂੰਹ ਚੱਕੀ ਆਉਂਦੇ ਆ, ਇਹਨਾਂ ਨੂੰ ਢਿੱਲ ਮਿਸ ਨਾਲ ਕੀ? ਆਖ ਨਸੀਬ ਚੰਦ ਨੇ ਫਿਰ ਗਲਾਸ ਵੱਲ ਹੱਥ ਕਰਤਾ। ਬਬਲੀ ਸ਼ਰਬਤ ਪੀ, ਸਕੂਟਰੀ ਅੰਦਰ ਕਰ, ਗੇਟ ਭੇੜ ਆਈ। ਉਹਦੇ ਆਉਂਦੀ ਨੂੰ ਨਸੀਬ ਚੰਦ ਬੈੱਡ ਦੀ ਦਰਾਜ਼ 'ਚੋਂ ਵਿਸਕੀ ਦੀ ਬੋਤਲ ਕੱਢ ਮੂੰਹ ਲਾ 2-4 ਘੁੱਟਾਂ ਭਰ ਚੁੱਕਿਆ ਸੀ।
ਬਬਲੀ ਕੀ ਜਾਣਦੀ ਸੀ ਕਿ ਜਿਹੜਾ ਸ਼ਰਬਤ ਉਹ ਪੀ ਚੁੱਕੀ ਸੀ ਉਸ 'ਚ ਬੇਹੋਸ਼ੀ ਦੀ ਦਵਾ ਮਿਲੀ ਸੀ। ਬਬਲੀ ਨੇ ਗਰਮ ਪਾਣੀ ਦੀ ਬੋਤਲ ਭਰ ਲਿਆਂਦੀ। ਨਸੀਬ ਚੰਦ ਪਾਸਾ ਲੈ ਆਪਣੀ ਟੀ-ਸ਼ਰਟ ਉੱਪਰ ਚੱਕ ਵੱਖੀ ਨੰਗੀ ਕਰ ਗਿਆ। ਫਿਰ ਹੌਲੀ-ਹੌਲੀ ਉਹਦਾ ਹੱਥ ਬਬਲੀ ਦਾ ਹੱਥ ਫੜ ਆਪਣੀਆਂ ਜਾਂਘਾਂ ਵੱਲ ਗਿਆ। ਬਬਲੀ ਤਰਬਕੀ ਸੀ। ਅੰਕਲ, ਉਹਨੂੰ ਨਸੀਬ ਚੰਦ ਦੀਆਂ ਅੱਖਾਂ 'ਚ ਰਾਕਸ਼ ਨੱਚਦਾ ਨਜ਼ਰ ਆਇਆ ਸੀ। ਉਹ ਅੱਗੇ ਹੋਰ ਕੁਝ ਬੋਲ ਪਾਉਂਦੀ ਉੱਤੇ ਬੇਹੋਸ਼ੀ ਸਵਾਰ ਹੁੰਦੀ ਗਈ ਸੀ। ਫਿਰ ਜੋ ਕੁਝ ਉਸ ਨਾਲ ਹੁੰਦਾ ਰਿਹਾ ਸੀ ਉਹਦੇ ਕਿਆਸ ਤੋਂ ਵੀ ਦੂਰ ਸੀ। ਉਹਨੂੰ ਹੋਸ਼ ਆਈ ਸੀ ਤਾਂ ਉਹ ਲੁੱਟ ਚੁੱਕੀ ਸੀ। ਇੱਕ ਵਾਰ ਨਹੀਂ, ਕਈ ਵਾਰ ਲੁੱਟ ਚੁੱਕੀ ਸੀ। ਆਪਣੇ ਆਪ ਨੂੰ ਨੰਗ ਧੜੰਗੀ ਵੇਖ ਉਹਦੀਆਂ ਅੱਖਾਂ ਭਰਦੀਆਂ ਗਈਆਂ ਸਨ। ਕਮਰੇ 'ਚੋਂ ਕੱਲੀ ਸੀ ਤੇ ਬਾਹਰ ਹਨੇਰਾ ਫੈਲਦਾ ਜਾ ਰਿਹਾ ਸੀ। ਬਬਲੀ ਆਪਣੇ ਕੱਪੜੇ ਪਾ ਥਿੜਕਦੀਆਂ ਲੱਤਾਂ ਨਾਲ ਕਮਰੇ 'ਚੋਂ ਬਾਹਰ ਨਿਕਲੀ ਤਾਂ ਨਸੀਬ ਚੰਦ ਕੋਠੀ ਦੇ ਵਿਹੜੇ 'ਚ ਘਾਹ 'ਤੇ ਇੱਕ ਕੁਰਸੀ 'ਤੇ ਬੈਠਾ ਨਜ਼ਰ ਆਇਆ, ਜੋ ਉਹਨੂੰ ਵੇਖ ਉੱਠ ਖਲੋਤਾ ਸੀ। ਜੋ ਹੋਇਆ, ਆਪਣੀ ਨੌਕਰੀ ਦੀ ਕੀਮਤ ਸਮਝ, ਭੁੱਲ ਜਾ। ਜ਼ਬਾਨ ਖੋਲ੍ਹੇਂਗੀ ਤਾਂ ਕੁਝ ਨਹੀਂ ਹੋਣ ਵਾਲਾ। ਵਾਧੂ ਆਪਣੀ ਬਦਨਾਮੀ ਕਰਵਾਏਂਗੀ। ਸਰਕਾਰੀ ਦਰਬਾਰੇ ਮੇਰੀ ਪਹੁੰਚ ਬਾਰੇ ਤੂੰ ਜਾਣਦੀ ਹੈ। ਤੇਰੀ ਕਿਸੇ ਨੇ ਗੱਲ ਹੀ ਨਹੀਂ ਸੁਣਨੀ। ਹਾਂ, ਇੱਕ ਤੇਰੀ ਤਾਰੀਫ ਕਰਦਾ, ਸਰੀਰ ਬੜਾ ਸਾਂਭਿਆ ਸੀ ਤੂੰ। ਆਖ ਨਸੀਬ ਚੰਦ ਗੇਟ ਵੱਲ ਵਧਿਆ ਸੀ ਤੇ ਅਰਲ ਕੋਲ ਬਬਲੀ ਨੂੰ ਬਾਹਰ ਦਾ ਰਸਤਾ ਵਿਖਾਤਾ। ਸੋਨੀ ਦੱਸਦੀ ਦੱਸਦੀ ਚੁੱਪ ਹੋ ਗਈ। ਦੋਹਾਂ 'ਚੋਂ ਕਿਸੇ ਤੋਂ ਵੀ ਕਿੰਨਾ ਚਿਰ ਬੋਲਿਆ ਨਾ ਗਿਆ। ਜਸਬੀਰ ਤਾਂ ਊਂ ਹੀ ਬੌਂਦਲ ਜੀ ਗਈ ਸੀ। ਆਂਟੀ ਜੀ ਇਹ ਸਭ ਜਾਣਦੇ ਹੋਏ ਵੀ ਬਬਲੀ ਨਾਲ ਹਮਦਰਦੀ ਰੱਖਦੇ ਹੋਏ ਉਹਨੂੰ ਮਿਲਣਾ ਚਾਹੁੰਦੇ ਹੋ ਤਾਂ ਮੈਂ ਘਰ ਦਾ ਪਤਾ ਤੇ ਨੰਬਰ ਦੇ ਦਿੰਦੀ ਹਾਂ। ਨਹੀਂ, ਉਹ ਆਪਦੇ ਘਰੇ, ਤੁਸੀਂ ਆਪਦੇ ਘਰੇ ਜਾ ਕੇ ਉਹਦਾ ਮਨ ਦੁਖਾਉਣ ਦਾ ਕੋਈ ਫਾਇਦਾ ਨਹੀਂ। ਸੋਨੀ ਨੇ ਆਪਣੇ ਜਾਣੇ ਸਪਸ਼ਟ ਗੱਲ ਕੀਤੀ। ਵੇਖਦੀ ਏ, ਇਹ ਘਟਨਾ ਹੁਣ ਵਿੱਕੀ ਤੋਂ ਤਾਂ ਲੁਕੋਈ ਨਹੀਂ ਜਾਣੀ, ਦੱਸਣਾ ਹੀ ਪੈਣਾ। ਮੈਨੂੰ ਹਮਦਰਦੀ ਹੈ ਬਬਲੀ ਨਾਲ। ਇਹੋ ਜਿਹਾ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ। ਪਰ ਧੀਏ, ਤੂੰ ਉਹਦਾ ਪਤਾ ਟਿਕਾਣਾ ਦੇ। ਅੱਗੇ ਕੀ ਹੋਊ ਮੈਂ ਕੀ ਜਾਣਾ। ਗਰੀਸ ਨਗਰ 'ਚ ਗਲੀ ਨੰਬਰ 7, ਮਕਾਨ ਨੰਬਰ 845 ਹੈ। ਆਖ ਸੋਨੀ ਨੇ ਫੋਨ ਨੰਬਰ ਵੀ ਇੱਕ ਪਰਚੀ 'ਤੇ ਝਰੀਟ ਦਿੱਤਾ। ਅੱਜ ਤਾਂ ਧੀਏ ਮੇਰੇ ਕੋਲ ਵਕਤ ਨਹੀਂ ਰਿਹਾ। ਕਿਰਾਂ ਤਾਂ ਮੈਂ ਪਿੰਡ ਜਾਂਦੀ ਹਾਂ। ਆਖ ਜਸਬੀਰ ਉੱਠ ਖਲੋਤੀ ਤੇ ਆਪਣੇ ਪਰਸ 'ਚੋਂ 100 ਦਾ ਨੋਟ ਕੱਢ ਹੁੰਨੀ ਵੱਲ ਵਧਾਇਆ। ਇਹ ਕੀ ਆਂਟੀ, ਚਾਹ ਦਾ ਮੁੱਲ ਮੋੜਨ ਲੱਗਿਓ? ਨਾ ਨਾ ਧੀਏ, ਇਉਂ ਨਹੀਂ ਆਖੀਦਾ। ਇਹੀ ਤਾਂ ਆਪਣੇ ਪੰਜਾਬੀਆਂ ਕੋਲ ਇੱਕ ਸਾਂਝ ਬਚੀ ਆ। ਆਖ ਜਸਬੀਰ ਨੇ ਬੈੱਡ 'ਤੇ ਨੋਟ ਰੱਖ ਦਿੱਤਾ ਤੇ ਕਮਰੇ 'ਚੋਂ ਬਾਹਰ ਨਿਕਲ ਆਈ। ਜਦ ਜਸਬੀਰ ਸ਼ਹਿਰੋਂ ਮੁੜੀ ਤਾਂ ਆਥਣ ਹੋ ਚੁੱਕਾ ਸੀ। ਘਰੇ ਵਿੱਕੀ ਕੋਲ ਦਲੀਪ ਬੈਠਾ ਸੀ। ਦੋਹਾਂ ਦੀਆਂ ਕੁਰਸੀਆਂ ਧੁੱਪੇ ਡਾਹੀਆਂ ਸਨ। ਵਿੱਕੀ ਦਿਆਂ ਪੱਟਾਂ 'ਤੇ ਇੱਕ ਮੋਟੀ ਕਿਤਾਬ ਪਈ ਸੀ। ਦਲੀਪ ਦੂਜੇ ਚੌਥੇ ਦਿਨ ਸੱਥ ਵੱਲੋਂ ਤੁਰਦਾ ਫਿਰਦਾ ਗੇੜਾ ਮਾਰ ਹੀ ਜਾਂਦਾ ਸੀ। ਲੈ ਵੀ ਜਵਾਨਾ, ਆਪਾਂ ਚੱਲੇ। ਮੈਂ ਤਾਂ ਆ ਕੇ ਤੇਰੀ ਪੜ੍ਹਾਈ 'ਚ ਹੀ ਵਿਘਨ ਪਾਇਆ ਹੋਊ। ਉਹ ਬੱਲੇ, ਦਲੀਪ ਆਪਣੀ ਖੂੰਡੀ 'ਤੇ ਭਾਰ ਪਾਉਂਦਾ ਬੋਲਿਆ। ਉਦੋਂ ਹੀ ਘਰੇ ਜਸਬੀਰ ਵੜੀ ਸੀ। ਤਾਇਆ ਜੀ ਚਾਹ ਪੀ ਕੇ ਜਾਂਦੇ? ਧਰੀ ਸੀ, ਗੇਜੋ ਨੇ ਆਵਾਜ਼ ਦਿੱਤੀ। ਨਾ ਪੁੱਤਰਾ, ਇਸ ਵੇਲੇ ਤਾਂ ਚਾਹ ਪੀ ਕੇ ਊਂ ਭੁੱਖ ਮਰ ਜਾਂਦੀ ਹੈ। ਫਿਰ ਰਾਤ ਦੀ ਰੋਟੀ ਖਾ ਨਹੀਂ ਹੁੰਦੀ। ਆ ਲਓ, ਭਰਜਾਈ ਆ ਗਈ ਆ, ਇਹਨੂੰ ਪਿਆਓ ਮੇਰੇ ਵੰਡੇ ਦੀ। ਦਲੀਪ ਜਿਵੇਂ ਘਰ ਵੜਦੀ ਜਸਬੀਰ ਨਾਲ ਮਸ਼ਕਰੀ ਕਰ ਗਿਆ। ਜਸਬੀਰ ਕੁਛ ਨਾ ਬੋਲੀ, ਚੁੱਪ ਕਰਕੇ ਕੋਲ ਦੀ ਲੰਘ ਗਈ। ਚਿਹਰਾ ਉਤਰਿਆ ਸੀ। ਉਹ ਅੱਗੇ ਜਾ ਕੇ ਬਰਾਂਡੇ 'ਚ ਪਏ ਮੰਜੇ 'ਤੇ ਧੜਕ ਦੇਣੇ ਡਿੱਗ ਪਈ। ਗੇਜੋ ਗਲਾਸ ਪਾਣੀ ਦਾ ਭਰ ਕੇ ਲਿਆਈ ਸੀ ਤਾਂ ਜਸਬੀਰ ਨੇ ਇੱਕੋ ਸਾਹ ਗਲਾਸ ਖਾਲੀ ਕਰਤਾ। ਗੇਜੋ ਨੇ ਕੁਝ ਨਹੀਂ ਪੁੱਛਿਆ ਸੀ। ਉਹ ਇੰਨਾ ਤਾਂ ਸਮਝ ਹੀ ਗਈ ਸੀ ਕਿ ਖੈਰ ਸੱਲਾ ਨਹੀਂ ਸੀ, ਕੋਈ ਗੱਲ ਸੀ ਜ਼ਰੂਰ। ਜਾਂ ਤਾਂ ਬਬਲੀ ਮਿਲੀ ਨਹੀਂ, ਜੇ ਮਿਲੀ ਸੀ ਤਾਂ ਉਹਨੀ ਅੱਖੀਂ ਨਹੀਂ ਮਿਲੀ ਸੀ। ਲੱਗਾ ਕੋਈ ਪਤਾ ਦਾਦੀ ਜੀ? ਦਾਦੀ, ਜਾਂ ਮੇਰੇ ਵਾਂਗ ਬਰਾਂਗੀ ਵਾਪਸ ਆਈ ਹੈ? ਕਿਤਾਬ ਰੱਖ ਵਿੱਕੀ ਆਪਣੀ ਦਾਦੀ ਦੇ ਮੰਜੇ 'ਤੇ ਹੀ ਆ ਬੈਠਾ ਸੀ। ਚਾਹ ਤਾਂ ਪੀ ਲੈਣ ਦੇ ਵਿੱਕੀ ਬੇਜੀ ਨੂੰ, ਥੱਕੀ ਆਈ ਹੈ ਸਵੇਰ ਦੀ। ਗੇਜੋ ਨੇ ਜਸਬੀਰ ਅੱਗੇ ਚਾਹ ਲਿਆ ਰੱਖੀ ਤੇ ਵਿੱਕੀ ਨੂੰ ਵੀ ਪੁੱਛਿਆ ਵੀ ਤੂੰ ਵੀ ਲਏਂਗਾ 2 ਘੁੱਟਾਂ? ਨਹੀਂ ਬੀਬੀ ਜੀ, ਆਖ ਵਿੱਕੀ ਜਸਬੀਰ ਦੇ ਚਿਹਰੇ ਤੋਂ ਆਪਣੀ ਤਕਦੀਰ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗ ਪਿਆ। ਪਰ ਨਿਰਾਸ਼ਾ ਤੋਂ ਬਿਨਾਂ ਕੁਝ ਨਹੀਂ ਪੱਲੇ ਪਿਆ ਸੀ। ਜਸਬੀਰ ਨੇ ਚਾਹ ਪੀ ਖਾਲੀ ਬਾਟੀ ਥੱਲੇ ਰੱਖ ਦਿੱਤੀ। ਜੋ ਸੋਨੀ ਤੋਂ ਸੁਣਿਆ ਸੀ ਦੱਸ ਦਿੱਤਾ। ਗੇਜੋ ਵੀ ਲਸਣ ਛਿੱਲਣ ਲਈ ਕੋਲ ਰੱਖ ਪਟਰੀ ਖਿੱਚ ਬੈਠ ਗਈ ਸੀ। ਤਿੰਨਾਂ 'ਚੋਂ ਕਿੰਨਾ ਚਿਰ ਕੋਈ ਨਹੀਂ ਬੋਲਿਆ ਸੀ। ਪਰ ਨੂੰਹ ਸੱਸ ਵਿੱਕੀ ਵੱਲ ਝਾਕੀਆਂ ਸਨ ਤਾਂ ਉਹ ਤੋਂ ਡਰ ਜਿਹਾ ਆਇਆ ਸੀ। ਅੱਖਾਂ 'ਚੋਂ ਲਹੂ ਹੀ ਚਿਓ ਰਿਹਾ ਸੀ। ਚੁੱਪ ਤਣੀ ਰਹੀ ਸੀ। ਅਖੀਰ ਗੇਜੋ ਨੇ ਮੂੰਹ ਖੋਲ੍ਹਿਆ ਸੀ। ਵਿੱਕੀ ਬੇਟੇ, ਅੱਖੀਂ ਵੇਖ, ਮੱਖੀ ਤਾਂ ਨਿਗਲਣੀ ਔਖੀ ਹੋ ਜਾਊ। ਇੱਕ ਸੁਪਨਾ ਸਮਝ ਭੁੱਲ ਜਾਓ, ਹੋਰ ਕੋਈ ਰਾਹ ਹੀ ਨਹੀਂ ਰਹਿ ਜਾਂਦਾ। ਉਹਦਾ ਕੋਈ ਕਸੂਰ ਹੈ ਤਾਂ ਭੁੱਲ ਜਾਂਦਾ। ਨਾਲੇ ਕੀ ਉਹ ਦਰਿੰਦਾ ਬਬਲੀ ਨਾਲ ਹੀ ਗੰਦੀ ਖੇਡ ਖੇਡ ਕੇ ਉਸ ਲਈ ਸਾਰੇ ਰਾਹ ਤਾਂ ਨਹੀਂ ਬੰਦ ਕਰ ਗਿਆ? ਕਿਸੇ ਦੀ ਕੀਤੀ ਬਬਲੀ ਸਿਰ ਮੜਨੀ ਕਿੱਧਰਲੀ ਸਿਆਣਪ ਹੋਊ? ਨਸ਼ੇ ਦੀ ਹਾਲਤ 'ਚ ਆਪਣੇ ਵੱਲੋਂ ਵਰਤਾਏ ਕਈ ਭਾਣੇ ਵੀ ਉਹਦੀਆਂ ਅੱਖਾਂ ਮੂਹਰੇ ਆਈ। ਐਂ ਲੱਗਾ ਜਿਵੇਂ ਇਹ ਵੀ ਉਹਦੇ ਪਾਪਾਂ ਦਾ ਸਿੱਟਾ ਹੀ ਹੋਵੇ। ਐਂ ਸੋਚ ਹੀ ਉਹਨੇ ਆਪਣੀ ਗੱਲ ਅੱਗੇ ਵਧਾਈ। ਤੁਸੀਂ ਇਹ ਦੇਖੋ,
ਮੈਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਕੀ ਸੀ, ਮੈਥੋਂ ਵੀ ਖਬਰੇ ਕੀ ਭੁੱਲਾਂ ਹੋਈਆਂ ਹੋਣਗੀਆਂ ਜੋ ਤੁਹਾਡੇ ਨਾਲ ਸਾਂਝੀਆਂ ਵੀ ਨਹੀਂ ਕਰ ਸਕਦਾ। ਜੇ ਤੁਸੀਂ ਮੇਰੇ ਲਈ ਕਿਸੇ ਭਲੇ ਘਰ ਦੀ ਕੁੜੀ ਦਾ ਰਿਸ਼ਤਾ ਮੰਗੋ ਵੀ ਤਾਂ ਅਗਲਾ ਮੇਰੇ ਨਾਲ ਧੀ ਵਿਆਹੁਣ ਨਾਲੋਂ ਖੂਹ 'ਚ ਧੱਕਾ ਦੇਣਾ ਬਿਹਤਰ ਸਮਝੂ। ਮੈਨੂੰ ਬੰਦਾ ਬਣਾਉਣ ਵਾਲਾ ਪਹਿਲਾ ਇਨਸਾਨ ਉਹ ਧੀਰਜ ਕੁਮਾਰ ਆ ਜਿਹਨੇ ਮੈਨੂੰ ਹਸਪਤਾਲ ਪਹੁੰਚਦਾ ਕੀਤਾ। ਦੂਜੀ ਬਬਲੀ ਆ। ਤੀਜੀਆਂ ਉਹ ਕਿਤਾਬਾਂ ਜਿਨ੍ਹਾਂ ਨੂੰ ਮੈਂ 2 ਮਹੀਨੇ ਪਹਿਲਾਂ ਦਾਦੇ ਦਾ ਘਰੇ ਕੂੜ ਕਬਾੜ ਇਕੱਠਾ ਕੀਤਾ ਹੀ ਸਮਝਦਾ ਰਿਹਾ ਸੀ। ਇਹ ਸਮਝ ਤਾਂ ਹੁਣ ਪੈ ਰਹੀ ਹੈ ਕਿ ਜੋ ਸਾਹਿਤ ਮੇਰੇ ਅੰਦਰਲਾ ਜਾਨਵਰ ਮਾਰ ਕੇ ਇੱਕ ਨਵੇਂ ਇਨਸਾਨ ਨੂੰ ਜਨਮ ਦਿੱਤਾ ਹੈ, ਬਬਲੀ ਦੇ ਦੁੱਖ 'ਚ ਸ਼ਾਮਲ ਹੋਣਾ ਆਪਣਾ ਪਹਿਲਾ ਫਰਜ਼ ਆ। ਦਾਦੀ ਮੈਂ ਕੱਲ੍ਹ ਨੂੰ ਹੀ ਜਾਣਾ, ਮੈਨੂੰ ਉਹਦਾ ਥਾਂ ਟਿਕਾਣਾ ਦੱਸ, ਵਿੱਕੀ ਨੇ ਆਖਿਆ ਤਾਂ ਗੇਜੋ ਉਹਦੇ ਮੂੰਹ ਵੱਲ ਝਾਕੀ। ਉਹਦੇ ਚਿਹਰੇ 'ਤੇ ਸਹਿਮਤੀ ਨਹੀਂ ਸੀ, ਉਹਦੀ ਹਾਲਤ ਤਾੜੀ ਤਾਂ ਜਸਬੀਰ ਨੇ ਆਖਿਆ ਸੀ, ਧੀਏ ਬਬਲੀ ਨੂੰ ਇਨਸਾਨੀਅਤ ਦੇ ਨਾਤੇ ਵੀ ਤਾਂ ਮਿਲਣਾ ਹੀ ਪਊ। ਇਹੋ ਜਿਹੇ ਹਾਦਸੇ ਕਦੇ ਵੀ ਕਿਤੇ ਵੀ ਕਿਸੇ ਨਾਲ ਵੀ ਵਾਪਰ ਸਕਦੇ ਆ, ਨਾਲੇ ਤੈਥੋਂ ਕਿਹੜਾ ਭੁੱਲ ਆ। ਜਸਬੀਰ ਨੂੰ ਆਪਣਾ ਉਹ ਵੇਲਾ ਯਾਦ ਆਇਆ ਸੀ ਜਦ ਸੋਹਣ ਨੇ ਘਰ ਆ ਕੇ ਉਹਦੇ ਨਾਲ ਜੱਗੋਂ 13ਵੀਂ ਕੀਤੀ ਸੀ। ਬੇਜੀ ਮੇਰਾ ਮਨ ਨਹੀਂ ਮੰਨਦਾ, ਕਈ ਵਾਰ ਭਾਵੁਕਤਾ 'ਚ ਲਏ ਫੈਸਲੇ ਅੱਗੇ ਜਾ ਕੇ ਵਿਕਰਾਲ ਰੂਪ ਧਾਰਨ ਕਰ ਲੈਂਦੇ ਆ। ਐਂ ਤਾਂ ਮੈਨੂੰ ਵੀ ਪਤਾ ਤੁਸੀਂ ਵਿੱਕੀ ਲਈ ਮਾੜਾ ਤਾਂ ਨਹੀਂ ਸੋਚੋਗੇ, ਗੇਜੋ ਬੋਲੀ। ਵਿੱਕੀ ਡਾਂਗ ਤੋਂ ਬਿਨਾਂ ਹੌਲੀ ਹੌਲੀ ਤੁਰਦਾ ਬਰਾਂਡੇ ਵੱਲ ਗਿਆ। ਜਿੱਥੇ ਮੋਟਰਸਾਈਕਲ ਖੜਾ ਸੀ ਉਹਨੂੰ ਯਾਦ ਆਇਆ ਜੇ ਐਕਸੀਡੈਂਟ ਵਾਲੇ ਦਿਨ ਉਸ ਕੋਲ ਬੱਲੀ ਵਾਲਾ ਮੋਟਰਸਾਈਕਲ ਨਾ ਹੁੰਦਾ ਤਾਂ ਇਹ ਵੀ ਨਹੀਂ ਹੋਣਾ ਸੀ। ਇਹ ਤੂੰ ਕਿਵੇਂ ਮੋਟਰਸਾਈਕਲ ਨੂੰ ਹੱਥ ਜਾ ਪਾਇਆ? ਗੇਜੋ ਨੇ ਸੈਲਫ ਮਾਰਦਿਆਂ ਵੇਖ ਪੁੱਛਿਆ। ਪਰ ਵਿੱਕੀ ਨੇ ਕੋਈ ਉੱਤਰ ਨਹੀਂ ਦਿੱਤਾ ਸੀ। ਜਸਬੀਰ ਉਹਦੇ ਅੰਦਰਲੀ ਬੁੱਝ ਗਈ ਸੀ। ਵਿੱਕੀ 10-15 ਮਿੰਟਾਂ 'ਚ ਹੀ ਬਾਹਰੋਂ ਗੇੜਾ ਕੱਢ ਮੁੜ ਆਇਆ। ਉਹਨੂੰ ਮੋਟਰਸਾਈਕਲ ਚਲਾਉਣ 'ਚ ਕੋਈ ਦਿੱਕਤ ਨਹੀਂ ਆਈ ਸੀ ਤੇ ਦੂਜੇ ਦਿਨ ਹੀ ਬਬਲੀ ਨੂੰ ਮਿਲਣ ਦਾ ਮਨ ਬਣਾ ਲਿਆ ਸੀ। ਪਹਿਲਾਂ ਸੋਚਿਆ ਸੀ ਆਪਣੀ ਦਾਦੀ ਤੋਂ ਲਿਆ ਨੰਬਰ ਲਾ ਗੱਲ ਕਰ ਲਵੇ, ਪਰ ਇਹ ਸੋਚ ਕੇ ਬਬਲੀ ਟਾਲਾ ਨਾ ਕਰ ਜਾਏ ਦੜ ਵੱਟ ਗਿਆ। ਅੰਗ 25ਵਾਂ। ਬਬਲੀ ਤੇ ਉਹਦੀ ਮਾਂ ਜਿਸ ਬਸਤੀ 'ਚ ਰਹਿ ਰਹੀਆਂ ਸਨ ਉੱਥੇ ਮੱਧ ਵਰਗ ਦੇ ਲੋਕ ਹੀ ਰਹਿੰਦੇ ਸਨ। ਇਹ ਬਸਤੀ ਪਿਛਲੇ ਕੁਝ ਸਾਲਾਂ 'ਚ ਹੀ ਹੋਂਦ 'ਚ ਆਈ ਸੀ। ਪਿੰਡਾਂ ਤੋਂ ਸ਼ਹਿਰਾਂ ਵੱਲ ਆਏ ਲੋਕਾਂ ਨੇ ਧੜਾ ਧੜ ਪਲਾਟ ਲੈ ਕੋਠੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਵਹਿੰਦਿਆਂ ਹੀ ਇਸ ਬਸਤੀ 'ਚ ਕਾਫੀ ਰੌਣਕ ਹੋ ਗਈ। ਛੋਟੀਆਂ ਮੋਟੀਆਂ ਦੁਕਾਨਾਂ ਵੀ ਹੋਂਦ 'ਚ ਆ ਗਈਆਂ ਸਨ। ਜਿਸ ਮਕਾਨ 'ਚ ਬਬਲੀ ਤੇ ਉਹਦੀ ਮਾਂ ਰਹਿੰਦੀਆਂ ਸਨ ਉਹ ਵਿਕਾਊ ਸੀ। ਹੁਣ ਕੇਰਾਂ ਤਾਂ ਉਹਨਾਂ ਨੇ ਕਿਰਾਏ 'ਤੇ ਗੱਲ ਕੀਤੀ ਸੀ, ਪਰ ਜਦ ਆਪਣਾ ਮਕਾਨ ਵਿਕ ਜਾਂਦਾ ਸੀ ਤਾਂ ਉਹਨਾਂ ਇਸ ਮਕਾਨ ਦੀ ਰਜਿਸਟਰੀ ਕਰਵਾ ਲੈਣੀ ਸੀ। ਇਹ ਗੱਲ ਮਾਲਕ ਮਕਾਨ ਨਾਲ ਹੋ ਚੁੱਕੀ ਸੀ। ਇਸ ਮਕਾਨ ਦਾ ਮਾਲਕ ਇੱਥੋਂ ਟਿੰਡ ਫੌੜੀ ਚੱਕ ਕਿਸੇ ਹੋਰ ਸ਼ਹਿਰ ਜਾ ਵਸਿਆ ਸੀ। ਵੇਖਦੀ ਏ ਜੋ ਵਾਪਰ ਗਿਆ ਉਹ ਤਾਂ ਹੁਣ ਵਾਪਸ ਆਉਂਦਾ ਨਹੀਂ। ਤੂੰ ਆਪਣੇ ਆਪ ਨੂੰ ਸੰਭਾਲ। ਮੈਂ ਘਰੇ ਬੈਠਿਆਂ ਕੀ ਬਣੂ? ਜਿਹੜੀ ਜਮ੍ਹਾਂ ਪੂੰਜੀ ਸੀ ਉਹ ਵਿਹਲਿਆਂ ਬੈਠਿਆਂ ਕਿੰਨਾ ਕੁ ਚਿਰ ਚੱਲੂ? ਕੱਢੀ ਜਾਈਏ ਤਾਂ ਖੂਹ ਵੀ ਖਾਲੀ ਹੋ ਜਾਂਦਾ। ਕੁਛ ਨਵਾਂ ਨਾ ਪਵੇ ਤਾਂ ਬੈਂਕ ਵਾਲੀ ਪੂੰਜੀ ਹੈ ਕਿਹੜੀ ਜੋ ਆਪਣੇ ਕੋਲ ਆ? ਆਖਰ ਤੇਰੇ ਵਿਆਹ ਬਾਰੇ ਵੀ ਤਾਂ ਸੋਚਣਾ। ਬਬਲੀ ਦੀ ਮਾਂ ਮੱਤਾਂ ਦੇ ਰਹੀ ਸੀ, ਪਰ ਬਬਲੀ ਨੂੰ ਐਂ ਲੱਗ ਰਿਹਾ ਸੀ ਜਿਵੇਂ ਉਹਦੇ ਸਰੀਰ 'ਤੇ ਤਾਂ ਲੱਖਾਂ ਕੀੜੇ ਕੁਰਬਲ ਕਰ ਰਹੇ ਹੋਣ। ਤੂੰ ਕੋਈ ਉੱਤਰ ਨਹੀਂ ਦਿੱਤਾ ਧੀਏ। ਉਹਦੀ ਮਾਂ ਪਿਆਰੋ ਫਿਕਰਮੰਦ ਸੀ। ਬਬਲੀ ਦੇ ਪਿਓ ਦੀ ਮੌਤ ਤੋਂ ਬਾਅਦ ਉਹੀ ਜਾਣਦੀ ਸੀ ਕਿ ਉਹਨੇ ਕਿੰਨੇ ਤਸੀਹੇ ਝੱਲ ਬਬਲੀ ਤੇ ਮਰਨ ਵਾਲੇ ਛੋਰ ਨੂੰ ਪਾਲਿਆ ਸੀ। ਬਬਲੀ ਨੂੰ ਪੜ੍ਹਾਇਆ ਸੀ, ਲਿਖਾਇਆ ਸੀ, ਨੌਕਰੀ ਲਵਾਇਆ ਸੀ। ਨੌਕਰੀ ਕਿਹੜਾ ਪੋਲੇ ਪੈਰੀ ਮਿਲ ਗਈ ਸੀ। ਨੌਕਰੀ ਲਈ ਜੋ ਉਹਨੂੰ ਸਹਿਣਾ ਪਿਆ ਸੀ ਉਹੀ ਜਾਣਦੀ ਸੀ। ਨਸੀਬ ਚੰਦ ਦੀ ਸਿਫਾਰਿਸ਼ ਪਵਾਈ ਸੀ ਤੇ ਉਸ ਸਿਫਾਰਿਸ਼ ਤੱਕ ਕੱਪੜਨ ਲਈ ਉਹਨੂੰ ਆਪਣੀ ਇੱਜ਼ਤ ਦਾਅ 'ਤੇ ਲਾਉਣੀ ਪਈ ਸੀ। ਹੁਣ ਇੱਕ ਪਛਤਾਵਾ ਉਹਨੂੰ ਦੱਬੀ ਆ ਰਿਹਾ ਸੀ ਕਿ ਸਭ ਕੁਝ ਨਸੀਬ ਚੰਦ ਬਾਰੇ ਜਾਣਦਿਆਂ ਹੋਇਆਂ ਵੀ ਕੱਲੀ ਕੁੜੀ ਨੂੰ ਉਸ ਕੋਲ ਜਾਣ ਹੀ ਕਿਉਂ ਦਿੱਤਾ ਸੀ। ਪਰ ਉਹ ਇਹ ਨਹੀਂ ਜਾਣਦੀ ਸੀ ਕਿ ਇੱਕ ਘਰ ਡੈਣ ਤਾਂ ਛੱਡ ਸਕਦੀ ਹੈ, ਪਰ ਨਸੀਬ ਚੰਦ ਦੀ ਰਾਖਸ਼ੀ ਬੁੱਧੀ ਤਾਂ ਆਪਣੇ ਖੂਨ ਨੂੰ ਬਖਸ਼ਣ ਵਾਲੀ ਨਹੀਂ ਸੀ। ਮੈਂ ਕੀ ਉੱਤਰ ਦੇਵਾਂ? ਮੇਰੇ ਕੋਲ ਉੱਤਰ ਦੇਣ ਨੂੰ ਮਾਂ ਮੇਰੀ ਇਹ ਬਚਿਆ ਹੀ ਕੀ ਹੈ? ਬਬਲੀ ਨੇ ਆਖਿਆ ਸੀ। ਧੀਏ ਵਕਤ ਵੱਡੇ ਜ਼ਖਮ ਭਰ ਦਿੰਦਾ, ਇਹ ਵੀ ਭਰ ਜਾਓ ਸਮੇਂ ਨਾਲ। ਬਬਲੀ ਦੀ ਮਾਂ ਅੱਗੇ ਕੁਝ ਕਹਿੰਦੀ ਉਦੋਂ ਹੀ ਘੰਟੀ ਨੇ ਟਰਨ ਕੀਤੀ ਸੀ। ਜਾ ਉੱਠ ਕੇ ਵੇਖਾਂ ਕੌਣ ਆ, ਬਬਲੀ ਦੀ ਮਾਂ ਨੇ ਆਖਿਆ ਤਾਂ ਬਬਲੀ ਨੇ ਗਲੀ ਵਾਲਾ ਬੂਹਾ ਜਾ ਖੋਲ੍ਹਿਆ। ਸਾਹਮਣੇ ਵਿੱਕੀ ਨੂੰ ਵੇਖ ਉਹ ਹੈਰਾਨ ਰਹਿ ਗਈ। ਤੁਸੀਂ ਇੱਥੇ ਕਿਉਂ? ਮੈਂ ਨਹੀਂ ਆ ਸਕਦਾ ਸੀ? ਇੰਨੀ ਵੀ ਕੀ ਹੈਰਾਨਗੀ ਵਾਲੀ ਗੱਲ ਆ? ਵਿੱਕੀ ਉਸ ਵੱਲ ਗੌਰ ਨਾਲ ਝਾਕਿਆ। ਉਹਨੂੰ ਪਹਿਲਾਂ ਵਾਲੀ ਬਬਲੀ ਨਜ਼ਰ ਨਾ ਆਈ। ਨਹੀਂ ਇਹ ਗੱਲ ਤਾਂ ਨਹੀਂ। ਖੜ ਕਿਉਂ ਗਏ? ਆਓ ਨਾ। ਕੌਣ ਆ ਬੱਬਲ? ਅੰਦਰੋਂ ਬਬਲੀ ਦੀ ਮੰਮੀ ਦੀ ਆਵਾਜ਼ ਆਈ ਤਾਂ ਬਬਲੀ ਕੁਝ ਕਹਿਣ ਦੀ ਬਜਾਏ ਵਿੱਕੀ ਨੂੰ ਹੀ ਅੰਦਰ ਲੈ ਆਈ। ਇਹ ਵਿਕਰਮ ਆ ਮੰਮੀ, ਮੈਂ ਤੁਹਾਡੇ ਕੋਲ ਜ਼ਿਕਰ ਵੀ ਕੀਤਾ ਸੀ। ਬਬਲੀ ਨੇ ਜਾਣ ਪਛਾਣ ਕਰਾਈ ਤਾਂ ਵਿੱਕੀ ਨੇ ਦੋਵੇਂ ਹੱਥ ਜੋੜ ਫਤਿਹ ਬੁਲਾਤੀ। ਤੁਸੀਂ ਹੁਣ ਦੱਸੋ ਤੁਹਾਡੀ ਲੱਤ ਕਿਵੇਂ ਆ? ਬਬਲੀ ਨੇ ਆ ਕੇ ਬੈਠਣ ਲਈ ਸੋਫੇ ਵੱਲ ਇਸ਼ਾਰਾ ਵੀ ਕੀਤਾ। 9 ਪਰ 9
ਅੱਜ ਪਹਿਲੀ ਵਾਰ ਮੋਟਰਸਾਈਕਲ ਦੀ ਸਵਾਰੀ ਕੀਤੀ ਆ ਸੱਟ ਤੋਂ ਬਾਅਦ। ਕਈ ਦਿਨ ਹੋ ਗਏ ਹਸਪਤਾਲ ਆਇਆ ਸਾਂ ਤਾਂ ਤੁਸੀਂ ਹੈ ਨਹੀਂ ਸੀ, ਵਿੱਕੀ ਬੋਲਿਆ। ਬਬਲੀ ਦੀ ਮਾਂ ਪਾਣੀ ਦਾ ਗਲਾਸ ਫੜਾ ਚਾਹ ਦਾ ਪਾਣੀ ਧਰਨ ਤੁਰ ਗਈ। ਤੁਹਾਨੂੰ ਘਰ ਦਾ ਪਤਾ ਕਿੱਥੋਂ ਮਿਲਿਆ? ਬਬਲੀ ਨੇ ਪੁੱਛਿਆ। ਸੋਨੀ ਤੋਂ ਬਿਨ ਇਸ ਘਰ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ। ਤੂੰ ਇਹ ਛੱਡ ਕੇ ਮੈਨੂੰ ਘਰ ਦਾ ਕਿੱਥੋਂ ਪਤਾ ਲੱਗਿਆ? ਇਹ ਦੱਸ, ਤੂੰ ਲੰਮੇ ਸਮੇਂ ਤੋਂ ਡਿਊਟੀ ਕਿਉਂ ਨਹੀਂ ਗਈ? ਵਿੱਕੀ ਨੇ ਉਹਦੇ ਤੇ ਸਵਾਲ ਦਾਗ ਦਿੱਤਾ। ਨੌਕਰੀ ਛੱਡਣ ਦਾ ਮਨ ਬਣਾ ਲਿਆ ਮੈਂ, ਆਖ ਬਬਲੀ ਨੀਵੀਂ ਪਾ ਗਈ। ਜੋ ਬਬਲੀ ਮੈਨੂੰ ਹਸਪਤਾਲ 'ਚ ਦੇਵੀ ਸ਼ਕਤੀ ਬਣ ਟੱਕਰੀ ਸੀ ਤੇ ਮੇਰੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ, ਮੈਂ ਅੱਜ ਉਸ ਬਬਲੀ ਨੂੰ ਨਹੀਂ ਮਿਲ ਰਿਹਾ। ਦੋਹਾਂ 'ਚ ਲੱਖਾਂ ਕੁਆਂ ਦਾ ਅੰਤਰ ਹੈ। ਵਿੱਕੀ ਬਬਲੀ ਦੀਆਂ ਅੱਖਾਂ 'ਚ ਸਿੱਧਾ ਝਾਕਦਾ ਬੋਲਿਆ। ਬਬਲੀ ਨੀਵੀਂ ਪਾ ਗਈ। ਬਬਲੀ ਦੀ ਮੰਮੀ ਚਾਹ 'ਚ ਦੁੱਧ ਪਾ ਉੱਲੇ ਖੜੀ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ। ਬਸ ਤੁਸੀਂ ਐਂ ਸਮਝ ਲਓ ਕਿ ਜਿਸ ਬਬਲੀ ਨੂੰ ਤੁਸੀਂ ਮਿਲੇ ਸੀ ਉਹ ਮੈਂ ਨਹੀਂ ਹਾਂ। ਉਹ ਬਬਲੀ ਤਾਂ ਮਰ ਚੁੱਕੀ, ਆਖਦਿਆਂ ਬਬਲੀ ਦੀਆਂ ਅੱਖਾਂ ਭਰ ਆਈਆਂ। ਮੈਂ ਤਾਂ ਸਮਝਿਆ ਸੀ ਤੂੰ ਬਹੁਤ ਸ਼ਕਤੀਸ਼ਾਲੀ ਕੁੜੀ ਹੈ, ਪਰ ਮੈਨੂੰ ਇਹ ਪਤਾ ਨਹੀਂ ਸੀ ਕਿ ਤੇਰੇ 'ਚ ਵੀ ਆਮ ਕੁੜੀਆਂ ਵਾਂਗ ਬਹੁਤ ਕਮਜ਼ੋਰੀਆਂ ਨੇ। ਕਮਜ਼ੋਰੀਆਂ ਉਹ ਕਿਵੇਂ? ਵੇਖ ਬਬਲੀ, ਕੋਈ ਵੀ ਹਾਦਸਾ ਕਦੋਂ ਵੀ ਕਿਤੇ ਵੀ ਕਿਸੇ ਨਾਲ ਵੀ ਵਾਪਰ ਸਕਦਾ ਹੈ। ਤੂੰ ਮੇਰੇ ਲਈ ਪਹਿਲਾਂ ਵਾਂਗ ਹੀ ਦੇਵੀ ਹੈ, ਜਿਸ ਦੇਵੀ ਨੇ ਮੇਰੀ ਜ਼ਿੰਦਗੀ ਬਦਲਣ ਲਈ ਅਹਿਮ ਭੂਮਿਕਾ ਨਿਭਾਈ। ਤੁਹਾਨੂੰ ਇਹ ਸਭ ਕੁਝ ਪਤਾ ਕਿੱਥੋਂ ਲੱਗਿਆ? ਕਿਤੇ ਸੋਨੀ ਕੋਲ ਮੇਰੀ ਦਾਦੀ ਆਈ ਸੀ ਜਦੋਂ ਤੂੰ ਵੀ ਨਾ ਮਿਲੀ ਤੇ ਤੇਰਾ ਕਿਸੇ ਨੇ ਪਤਾ ਵੀ ਨਾ ਦੱਸਿਆ, ਤਾਂ ਸੋਨੀ ਨੇ ਮੇਰੀ ਦਾਦੀ ਦੀ ਹਾਲਤ ਵੇਖ ਹੀ ਦੱਸਿਆ। ਸੋ ਨੇ ਕੋਈ ਮਾੜਾ ਨਹੀਂ ਕੀਤਾ ਜਿਹਦੀ ਬਦੌਲਤ ਮੈਂ ਅੱਜ ਇੱਥੇ ਹਾਂ। ਤੂੰ ਹੀ ਦੱਸ। ਵਿੱਕੀ ਅੱਗੇ ਕੁਝ ਨਾ ਆਖ ਸਕਿਆ। ਉਹਦਾ ਧਿਆਨ ਟੇਬਲ ਤੇ ਪਏ ਅਖਬਾਰ ਤੇ ਗਿਆ। ਬਗੀਚਾ ਸਿੰਘ ਥਾਣੇਦਾਰ ਦੀ ਫੋਟੋ ਵੇਖ ਉਹਨੇ ਅਖਬਾਰ ਚੁੱਕ ਲਿਆ। ਅਖਬਾਰ ਕੁਝ ਦਿਨ ਪਹਿਲਾਂ ਦੀ ਤਰੀਕ 'ਚ ਸੀ। ਬਗੀਚਾ ਸਿੰਘ ਦੇ ਘਰੋਂ CBI ਨੇ ਰੇਡ ਮਾਰ ਕੇ ਵੱਡੀ ਮਾਤਰਾ 'ਚ ਹੈਰੋਇਨ ਦੀ ਖੇਪ ਫੜੀ ਸੀ। ਬਗੀਚਾ ਸਿੰਘ ਅੰਦਰ ਸੀ। ਜ਼ਮਾਨਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਉਹ ਨੌਕਰੀ ਤੋਂ ਕੱਢਿਆ ਜਾ ਚੁੱਕਾ ਸੀ। ਵਿੱਕੀ ਨੂੰ ਖਬਰ ਪੜ੍ਹ ਰਾਹਤ ਜੀ ਮਿਲੀ ਸੀ। ਬਗੀਚਾ ਉਹਦੇ ਸਿਰ ਤੇ ਨੰਗੀ ਤਲਵਾਰ ਵਾਂਗ ਲਟਕਦਾ ਸੀ, ਪਰ ਹੁਣ ਜੇ ਉਹ ਜੇਲ੍ਹ 'ਚ ਆ ਕੇ ਕਿਸੇ ਹਿਸਾਬ ਬਹਾਲ ਵੀ ਹੁੰਦਾ ਸੀ ਤਾਂ ਗੱਲ ਕਿਤੇ ਦੀ ਕਿਤੇ ਜਾ ਪੈਣੀ ਸੀ। ਤੁਸੀਂ ਕੀ ਕਹਿਣ ਲੱਗੇ ਸੀ? ਹਾਂ, ਮੈਂ ਕਹਿਣ ਲੱਗਾ ਸੀ, ਤੂੰ ਇਹ ਦੱਸ, ਮੈਂ ਆਪਣੀ ਦਾਦੀ ਨੂੰ ਤੇਰਾ ਹੱਥ ਮੰਗਣ ਕਦ ਘੱਲਾਂ? ਪਰ ਜੇ ਆਂਟੀ ਸਾਡੇ ਪਿੰਡ ਪਹਿਲਾਂ ਆ ਕੇ ਘਰ-ਬਾਰ ਵੇਖ ਲਵੇ, ਨਾਲੇ ਗੱਲਬਾਤ ਵੀ ਹੋ ਜਾਊ ਤਾਂ ਉਸ ਤੋਂ ਵੀ ਬਿਹਤਰ ਆ। ਨਹੀਂ, ਮੇਰੇ ਤੇ ਲੱਗਾ ਦਾਗ ਧੋਤਿਆਂ ਵੀ ਨਹੀਂ ਧੁੱਲ ਜਾਣਾ। ਮੈਨੂੰ ਤੇਰੇ ਤੇ ਬਾਕੀ ਤੇਰੇ ਪਰਿਵਾਰ ਦੇ ਸਾਹਮਣੇ ਸਾਰੀ ਉਮਰ ਹੀਣ ਭਾਵਨਾ 'ਚ ਜਿਉਣਾ ਪਊ, ਜੋ ਮੈਨੂੰ ਗਵਾਰਾ ਨਹੀਂ ਹੋਣਾ। ਬਸ ਗੱਲ ਇੱਥੇ ਹੀ ਠੱਪੀ ਜਾਵੇ, ਚੰਗੀ ਗੱਲ ਆ, ਬਬਲੀ ਨੇ ਆਖਿਆ। ਉਦੋਂ ਹੀ ਬਬਲੀ ਦੀ ਮੰਮੀ ਪਿਆਰੂ ਚਾਹ ਦੀ ਟਰੇ ਲਈ ਅੰਦਰ ਵੜੀ। ਉਹ ਲੁੱਕ ਕੇ ਸੁਣੀਆਂ ਗੱਲਾਂ 'ਚੋਂ ਕਾਫੀ ਕੁਝ ਸਮਝ ਗਈ ਸੀ। ਮਾਂ ਜੀ, ਤੁਹਾਨੂੰ ਸ਼ਾਇਦ ਬਬਲੀ ਨੇ ਦੱਸਿਆ ਨਹੀਂ ਹੋਣਾ। ਵਿੱਕੀ ਪਿਆਰੂ ਵੱਲ ਭੌਂ ਪਿਆ। ਕੀ ਬੇਟਾ? ਮੇਰੀ ਦਾਦੀ ਜੀ ਬਬਲੀ ਨੂੰ ਪਸੰਦ ਕਰ ਚੁੱਕੇ ਆ। ਬਬਲੀ ਹੁਣ ਟਾਲ ਮਟੋਲ ਕਰਦੀ ਹੈ। ਜੇ ਇਹ ਹਾਂ ਆਖੇ ਤਾਂ ਤੁਸੀਂ ਸਾਡਾ ਘਰ-ਬਾਰ ਆ ਕੇ ਵੇਖ ਸਕਦੇ ਹੋ। ਬਾਕੀ ਮੇਰੇ ਬਾਰੇ ਬਬਲੀ ਦੱਸ ਹੀ ਦਿਓ, ਆਖ ਵਿੱਕੀ ਬਬਲੀ ਦੀ ਮੰਮੀ ਪਿਆਰੂ ਦੇ ਮੂੰਹ ਵੱਲ ਝਾਕਿਆ। ਜੇ ਬਬਲੀ ਰਾਜੀ ਏ ਸ਼ੇਰਾ, ਤਾਂ ਮੇਰੀ ਕੀ ਲੱਤ ਅੜਦੀ ਏ? ਕੋਈ ਹੋਏ ਹਾਦਸੇ ਨੂੰ ਲੈ ਕੇ ਕੱਲ ਕਲੋਤਰ ਨੂੰ ਮਿਹਣਾ ਨਾ ਦੇਵੇ। ਨਹੀਂ ਮਾਂ ਜੀ, ਤੁਸੀਂ ਇਸ ਗੱਲ ਦੀ ਤਾਂ ਚਿੰਤਾ ਹੀ ਨਾ ਕਰੋ। ਘਰ 'ਚ ਦਾਦੀ ਤੇ ਮੇਰੀ ਮਾਂ ਤੋਂ ਬਿਨਾਂ ਹੈ ਹੀ ਕੌਣ? ਮੇਰੇ ਪਰਿਵਾਰ ਬਾਰੇ ਜਿੱਥੋਂ ਮਰਜ਼ੀ ਪੁੱਛਿਆ ਜਾ ਸਕਦਾ ਹੈ। ਇਲਾਕੇ ਭਰ 'ਚੋਂ। ਮੇਰੇ ਦਾਦਾ ਜੀ ਮੰਨੇ ਪ੍ਰਮੰਨੇ ਬੰਦੇ ਸਨ, ਪਰ ਮੈਨੂੰ ਹੀ ਹੁਣ ਸਮਝ ਆਈ ਹੈ, ਮੇਰੇ 'ਚ ਬਥੇਰੇ ਖੋਟ ਸਨ ਜੋ ਗਹਿਰੀ ਖੱਡ 'ਚ ਮੈਂ ਸੁੱਟ ਚੁੱਕਿਆ। ਆਖ ਵਿੱਕੀ ਕੁਰਸੀ ਤੋਂ ਉੱਠ ਖਲੋਤਾ। ਜਾਣੇ ਆ, ਆਖ। ਬਬਲੀ ਨੇ ਆਪਣਾ ਨਵਾਂ ਮੋਬਾਈਲ ਨੰਬਰ ਨੋਟ ਕਰਵਾ ਦਿੱਤਾ। ਜਾਣਾ ਤਾਂ ਪਊ ਹੀ, ਤੁਸੀਂ ਮਾਂ ਜੀ ਨੂੰ ਭੇਜ ਦਿਆ ਜੇ। ਜੁਬਲੀ ਸਿਨੇਮੇ ਕੋਲ ਟੈਂਪੂ ਜਾਂਦੇ ਆ। ਜੇ ਸਕੂਟਰੀ ਜਾਣਦੇ ਆ ਤਾਂ ਫਿਰ ਪੁੱਛਣਾ ਹੀ ਕੀ ਆ। ਮੈਂ ਲੰਬੀ ਚੌੜੀ ਗੱਲ ਨਹੀਂ ਕਰਦਾ, ਦੋ ਹਰਫੀ ਗੱਲ ਆ ਕਿ ਮੇਰੇ ਵੱਲੋਂ ਹਾਂ ਹੈ। ਆਖ ਵਿੱਕੀ ਤੁਰਿਆ ਸੀ ਤਾਂ ਬਬਲੀ ਉਸ ਨਾਲ ਬਾਹਰ ਤੱਕ ਆਈ ਸੀ। ਕਾਹਲੀ 'ਚ ਕੀਤੇ ਫੈਸਲੇ ਕਈ ਵਾਰ ਬਬਲੀ ਫਿਰ ਵਿੱਕੀ ਨੂੰ ਟਣਕਾ ਗਈ ਸੀ, ਪਰ ਵਿੱਕੀ ਨੇ ਜਿਵੇਂ ਕੁਝ ਸੁਣਿਆ ਹੀ ਨਹੀਂ ਸੀ। ਅੰਗ 26। ਧੀਏ, ਜਿਵੇਂ ਤੂੰ ਦੱਸਿਆ ਵਿੱਕੀ ਇੱਕ ਨਸ਼ੇੜੀ ਸੀ, ਫਿਰ ਇਹ ਤਾਂ ਤੇਰੀ ਅੱਗ 'ਚ ਛਾਲ ਮਾਰਨ ਵਾਲੀ ਗੱਲ ਆ। ਸਭ ਕੁਝ ਜਾਣਦਿਆਂ ਬੁੱਝਦਿਆਂ ਵੀ ਬਬਲੀ ਦੀ ਮੰਮੀ ਵਿੱਕੀ ਦੇ ਪਿੰਡ ਜਾਣ ਲਈ ਤਿਆਰ ਬੈਠੀ ਸੀ, ਪਰ ਦਿਲ ਨਹੀਂ ਮੰਨ ਰਿਹਾ ਸੀ। ਉਹਨੂੰ ਐਂ ਲੱਗ ਰਿਹਾ ਸੀ ਜਿਵੇਂ ਬਬਲੀ ਜਾਣ-ਬੁੱਝ ਕੇ ਇਸ ਦਲਦਲ 'ਚ ਆਪਣੇ ਆਪ ਨੂੰ ਸੁੱਟਣ ਦਾ ਯਤਨ ਕਰ ਰਹੀ ਹੋਵੇ। ਉਹਨੇ ਬਥੇਰੇ ਨਸ਼ੇੜੀ ਵੇਖੇ ਸਨ ਜੋ ਕਈ ਮਹੀਨੇ ਨਸ਼ਾ ਛੱਡ ਫਿਰ ਉਸ ਖੂਹ 'ਚ ਜਾ ਡਿੱਗੇ ਸਨ ਜਿੱਥੇ ਮੌਤ ਦੇ ਸਿਵਾਏ ਕੁਝ ਵੀ ਨਹੀਂ ਸੀ। ਉਹਦੇ ਇਕਲੌਤੇ ਪੁੱਤ ਦੀ ਜਾਨ ਵੀ ਤਾਂ ਨਸ਼ਿਆਂ ਨੇ ਹੀ ਲਈ ਸੀ। ਤੂੰ ਬਹੁਤੀਆਂ ਸੋਚਾਂ 'ਚ ਨਾ ਪੈ ਮਾਂ ਮੇਰੀਏ, ਕੇਰਾਂ ਜਾ ਤਾਂ ਸਹੀ। ਖਾਂ ਅੱਗੇ ਜੋ ਭਾਵੇਂ ਕਰਤਾਰ, ਆਖ ਬਬਲੀ ਨੇ ਜਿਵੇਂ ਉੱਪਰ ਵਾਲੇ ਤੇ ਹੀ ਡੋਰੀਆਂ ਸੁੱਟ ਦਿੱਤੀਆਂ। ਬਬਲੀ ਦੀ ਮੰਮੀ ਅੰਦਰ ਗਈ। ਗੁਰੂ ਨਾਨਕ ਦੇਵ ਜੀ ਦੀ ਤਸਵੀਰ ਅੱਗੇ ਸਿਰ ਨਿਵਾ ਸਕੂਟਰੀ ਨੂੰ ਸੈਲਫ ਜਾ ਮਾਰੀ ਤੇ ਬਬਲੀ ਨਹਾਉਣ ਲਈ ਬਾਥਰੂਮ 'ਚ ਵੜ ਗਈ।
ਬਬਲੀ ਦੀ ਮੰਮੀ ਪਿਆਰੋ ਨੂੰ ਗਿਆ ਅਜੇ ਘੰਟਾ ਕੋਈ ਹੋਇਆ ਸੀ ਜਦ ਉਹਨਾਂ ਦੇ ਗੇਟ ਅੱਗੇ ਇੱਕ ਕਾਲਿਆਂ ਸ਼ੀਸ਼ਿਆਂ ਵਾਲੀ ਕਾਰ ਆ ਰੁਕੀ। ਬੈਲ ਦੀ ਆਵਾਜ਼ ਸੁਣ ਬਬਲੀ ਨੇ ਆਪਣੇ ਮੋਢਿਆਂ ਤੇ ਤੌਲੀਆ ਸੁੱਟ ਕੇਸ ਪਿੱਛੇ ਸੁੱਟੇ ਤੇ ਗੇਟ ਜਾ ਖੋਲ੍ਹਿਆ। ਵੇਖ ਕੇ ਦੰਗ ਰਹਿ ਗਈ। ਉਹਦੇ ਸਾਹਮਣੇ ਨਸੀਬ ਚੰਦ ਖੜਾ ਸੀ। ਮਿੰਟ ਮਾਰਿਆ ਮਕਾਨ ਬਦਲਣ ਲਈ। ਮੈਨੂੰ ਆਖਿਆ ਹੁੰਦਾ ਵਧੀਆ ਕੋਠੀ ਲੈ ਕੇ ਦੇਣੀ ਸੀ। ਆਖ ਨਸੀਬ ਚੰਦ ਸਿੱਧਾ ਅੰਦਰ ਵੱਲ ਨੂੰ ਹੀ ਧੁੱਸਦੇ ਹੀ ਗਿਆ ਸੀ, ਜਿਵੇਂ ਘਰ ਬਾਰ ਹੀ ਉਹਦਾ ਹੋਵੇ। ਬਬਲੀ ਗੁੱਸੇ ਨਾਲ ਉਹਦੇ ਬੁੱਲ੍ਹ ਚੀਥਲਦੀ ਉਹਦੇ ਮਗਰ ਆਈ ਸੀ। ਖੜਿਆ ਤਾਂ ਸਰਨਾ ਹੀ ਨਹੀਂ ਸੀ। ਆਈ ਬਲਾ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ ਸੀ। ਨਸੀਬ ਚੰਦ ਅੰਦਰ ਸੋਫੇ 'ਤੇ ਫੈਲਰ ਕੇ ਬੈਠ ਗਿਆ। ਤੇਰੀ ਮੰਮੀ? ਨਸੀਬ ਚੰਦ ਦੀਆਂ ਅੱਖਾਂ 'ਚ ਵਾਸ਼ਨਾ ਨੱਚ ਰਹੀ ਸੀ। ਤੁਸੀਂ ਚਲੇ ਜਾਓ ਇੱਥੋਂ, ਬਬਲੀ ਨੇ ਗੁੱਸੇ ਨਾਲ ਆਖਿਆ। ਅੱਖਾਂ 'ਚ ਕ੍ਰੋਧ ਅੰਗਿਆਰ ਬਣ ਉਤਰ ਰਿਹਾ ਸੀ। ਚਲਾ ਜਾਵਾਂ? ਕਿਉਂ? ਇਹੋ ਜਿਹਾ ਮੌਕਾ ਜਾਈਂ ਗੁਆ ਕੇ ਤੁਰ ਜਾਵਾਂ। ਉਸ ਦਿਨ ਤਾਂ ਤੂੰ ਬੇਹੋਸ਼ ਸੀ, ਅੱਜ ਹੀ ਤਾਂ। ਆਖ ਨਸੀਬ ਚੰਦ ਕੁਰਸੀ ਤੋਂ ਉੱਠਿਆ ਤੇ ਕਮਰੇ ਦਾ ਬੂਹਾ ਭੇੜਨ ਲੱਗਾ ਸੀ ਜਦ ਬਬਲੀ ਨੇ ਅੱਗੇ ਪਿੱਛੇ ਵੇਖਦਿਆਂ ਕਮਰੇ 'ਚ ਧਿਆਨ ਮਾਰਿਆ ਸੀ। ਉਹਨੂੰ ਆਪਣੀ ਇੱਜ਼ਤ ਅੱਜ ਫੇਰ ਲੁੱਟਦੀ ਦਿਸ ਰਹੀ ਸੀ। ਉਹਦਾ ਧਿਆਨ ਪੇਟੀ 'ਤੇ ਪਈ ਸਿਲਾਈ ਮਸ਼ੀਨ ਕੋਲ ਕੈਂਚੀ 'ਤੇ ਗਿਆ। ਨਸੀਬ ਚੰਦ ਕੁੰਡੀ ਲਾ ਕੇ ਉਸ ਵੱਲ ਭੌਣ ਹੀ ਲੱਗਾ ਸੀ ਜਦ ਬਬਲੀ ਨੇ ਹੱਥ ਵਧਾ ਕੇ ਕੈਂਚੀ ਚੱਕ ਲਈ। ਨਸੀਬ ਚੰਦ ਨੇ ਜੱਫਾ ਪਾਉਣ ਲਈ ਆਪਣੀਆਂ ਬਾਹਾਂ ਉਸ ਵੱਲ ਵਧਾਈਆਂ ਤੇ ਉੱਧਰੋਂ ਕੱਪ ਕੈਂਚੀ ਦਾ ਭਰਵਾਂ ਵਾਰ ਨਸੀਬ ਚੰਦ ਦਾ ਕਾਲਜੇ ਵਾਲਾ ਥਾਂ ਚੀਰ ਗਿਆ। ਬਬਲੀ ਨੇ ਧਸੀ ਕੈਂਚੀ ਮਸਾਂ ਹੀ ਪੱਟੀ। ਨਸੀਬ ਚੰਦ ਗੇੜਾ ਖਾ ਕੇ ਡਿੱਗ ਪਿਆ। ਬਬਲੀ 2 ਵਾਰ ਡਿੱਗੇ ਪਏ ਤੇ ਵੀ ਵਾਰ ਕਰ ਗਈ। ਉਹ ਘਰਕ ਰਹੀ ਸੀ ਜਦ ਬਬਲੀ ਨੂੰ ਪਤਾ ਲੱਗਾ ਕਿ ਉਹ ਤੋਂ ਨਸੀਬ ਚੰਦ ਦਾ ਖੂਨ ਹੋ ਚੁੱਕਿਆ ਤੇ ਬਬਲੀ ਕੁੰਡਾ ਖੋਲ੍ਹ ਕਮਰੇ 'ਚੋਂ ਬਾਹਰ ਨਿਕਲੀ। ਉਹਦਾ ਦਿਲ ਲੋਹਾਰ ਦੀ ਧੌਂਕੜੀ ਵਾਂਗ ਹੇਠ ਉੱਤੇ ਹੋ ਰਿਹਾ ਸੀ। ਉਹਨੂੰ ਕੁਝ ਵੀ ਨਹੀਂ ਔੜ ਰਿਹਾ ਸੀ। ਕਰੇ ਤਾਂ ਕੀ ਕਰੇ, ਪਰ ਕੁਝ ਤਾਂ ਕਰਨਾ ਹੀ ਪੈਣਾ ਸੀ। ਬਬਲੀ ਨੇ ਆਪਣਾ ਫੋਨ ਚੁੱਕਿਆ ਤੇ ਵਿੱਕੀ ਦਾ ਨੰਬਰ ਡਾਇਲ ਕੀਤਾ। ਬਬਲੀ ਦੀ ਮੰਮੀ ਪਿਆਰੋ ਵਿੱਕੀ ਦਾ ਘਰ ਪੁੱਛ ਕੇ ਆਈ ਤਾਂ ਅੱਗੇ ਉਹਦੀ ਉਡੀਕ ਹੋ ਰਹੀ ਸੀ। ਜਸਵੀਰ ਤੇ ਗੇਜੋ ਪੱਬਾਂ ਭਾਰ ਹੋਈਆਂ ਬੈਠੀਆਂ ਸਨ। ਪਿਆਰੋ ਦੀਆਂ ਅੱਖਾਂ ਵੀ ਅੰਦਰ ਬਾਹਰ ਤਾੜ ਰਹੀਆਂ ਸਨ। ਭੈਣ ਜੀ, ਸਾਡੇ ਘਰ 'ਤੇ ਤਾਂ ਬਹੁਤ ਹੀ ਵਾਹ ਵੱਗੀ ਹੈ ਹੁਣ ਤੱਕ, ਪਰ ਲੋਕ ਪਹਿਲਾਂ ਵਾਂਗ ਹੀ ਸਤਿਕਾਰ ਕਰਦੇ ਆ। ਆਪਣੇ ਮੂੰਹ ਕੀ ਤਾਰੀਫ ਕਰਾਂ। ਵਿੱਕੀ ਦੇ ਦਾਦੇ ਦੀ ਇਲਾਕੇ ਭਰ 'ਚ ਚਰਚਾ ਹੁੰਦੀ ਸੀ। ਕਿਸੇ ਜ਼ਮਾਨੇ 'ਚ ਲੋਕ ਅੱਜ ਵੀ ਪਿੰਡ ਦੀ ਸਰਪੰਚੀ ਮੇਰੇ ਹੱਥ ਸੌਂਪਣ ਨੂੰ ਜ਼ੋਰ ਪਾਈ ਆਉਂਦੇ ਆ, ਪਰ ਹੁਣ ਇਹਨਾਂ ਝੰਬੇਲਿਆਂ 'ਚ ਮੈਂ ਹੀ ਨਹੀਂ ਪੈਣਾ ਚਾਹੁੰਦੀ। 15 ਘੁਮਾਣ ਜ਼ਮੀਨ ਆ, ਘਰ-ਬਾਰ ਤੇਰੇ ਸਾਹਮਣੇ ਆ। ਇਹ ਗੱਲ ਕਹਿਣ ਦੀ ਮੈਨੂੰ ਕੋਈ ਸੰਕੋਚ ਨਹੀਂ ਸੀ ਕਿ ਕੁਝ ਸਮੇਂ ਲਈ ਵਿੱਕੀ ਦੇ ਪੈਰ ਜ਼ਰੂਰ ਉਖੜ ਗਏ ਸਨ, ਪਰ ਹੁਣ ਠੀਕ ਆ। ਉਹ ਵੀ ਤੇਰੀ ਧੀ ਦਾ ਬਹੁਤ ਵੱਡਾ ਹੱਥ ਆ। ਜਸਵੀਰ ਨੇ ਭੋਰਾ ਪਰ ਲੁਕੋ ਨਹੀਂ ਰੱਖਿਆ ਸੀ। ਮਾਤਾ ਜੀ, ਇਹ ਗੱਲਾਂ ਬਬਲੀ ਨਾਲ ਮੇਰੀਆਂ ਪਹਿਲਾਂ ਹੀ ਹੋ ਚੁੱਕੀਆਂ, ਪਰ ਤੁਹਾਨੂੰ ਮੇਰੀ ਧੀ ਬਾਰੇ ਸਭ ਮਾਲੂਮ ਹੈ ਨਾ? ਹਾਂ, ਮਾਲੂਮ ਹੈ। ਜ਼ਿੰਦਗੀ 'ਚ ਅਕਸਰ ਹੀ ਹਾਦਸੇ ਹੋ ਜਾਂਦੇ ਆ। ਇਹ ਵੀ ਇੱਕ ਹਾਦਸਾ ਹੀ ਸੀ ਸਾਡੇ ਵੱਲੋਂ ਇਸ ਰਿਸ਼ਤੇ ਲਈ। ਹਾਂ, ਗੇਜੋ ਬੋਲੀ। ਉਹਦੀ ਵੀ ਆਪਣੇ ਸੱਸ ਦੀ ਹਾਂ 'ਚ ਹਾਂ ਸੀ। ਵਿੱਕੀ ਉਹਨਾਂ ਕੋਲੋਂ ਆਪਣੇ ਦਾਦੇ ਵਾਲੀ ਬੈਠਕ 'ਚ ਜਾ ਬੈਠਾ ਸੀ। ਮੇਰੇ ਕੋਲ ਬਬਲੀ ਤੋਂ ਬਿਨਾਂ ਦੇਣ ਲਈ ਕੁਝ ਵੀ ਨਹੀਂ। ਇਹ ਗੱਲ ਦਿਮਾਗ 'ਚ ਜ਼ਰੂਰ ਰੱਖਣੀ ਹੈ ਤੁਸੀਂ। ਕੱਲ੍ਹ ਕਲੋਤਰ ਨੂੰ ਦਾਜ ਦਹੇਜ ਦੀ ਗੱਲ ਉੱਠ ਖੜੇ। ਪਿਆਰੋ ਇਸ ਗੱਲੋਂ ਡਰ ਰਹੀ ਸੀ। ਆਸੇ-ਪਾਸੇ ਲੈਣ ਦੇਣ ਪਿੱਛੋਂ ਟੁੱਟਦੇ ਰਿਸ਼ਤੇ ਉਹ ਆਮ ਹੀ ਵੇਖਦੀ ਸੀ। ਭੈਣ ਜੀ, ਕਿਉਂ ਸ਼ਰਮਿੰਦਾ ਕਰਦੇ ਹੋ? ਗੇਜੋ ਨੇ ਆਖਿਆ ਸੀ ਜਦੋਂ ਬੈਠਕ 'ਚੋਂ ਤੇਜ਼ੀ ਨਾਲ ਵਿੱਕੀ ਬਾਹਰ ਨਿਕਲਦਾ ਬੋਲਿਆ ਸੀ। ਆਂਟੀ ਜੀ, ਬਬਲੀ ਦਾ ਫੋਨ ਆ, ਆਪਾਂ ਨੂੰ ਹੁਣੇ ਜਾਣਾ ਪਊ। ਇਸੇ ਵਕਤ ਵਿੱਕੀ ਦਾ ਰੰਗ ਉੱਡਿਆ ਪਿਆ ਸੀ। ਕਿਉਂ, ਕੀ ਕਹਿੰਦੀ ਸੀ ਫੋਨ 'ਤੇ? ਮੈਨੂੰ ਦਿਓ ਫੋਨ, ਮੈਂ ਕਰਦੀ ਹਾਂ ਗੱਲ। ਘਬਰਾ ਪਿਆਰੂ ਵੀ ਗਈ ਸੀ। ਤੁਸੀਂ ਛੇਤੀ ਕਰੋ ਆਂਟੀ, ਪੁੱਛਣ ਪਛਾਉਣ ਦਾ ਵੇਲਾ ਨਹੀਂ, ਮੈਂ ਹੋਰ ਕਿਤੇ ਫੋਨ ਲਾਉਣਾ। ਆਖ ਵਿੱਕੀ ਨੇ ਸੁਧੀਰ ਕੁਮਾਰ ਦਾ ਨੰਬਰ ਮਿਲਾਇਆ। ਉਦੋਂ ਹੀ ਭਾਰੀ ਜੀ ਆਵਾਜ਼ ਆਈ। ਹੈਲੋ ਸਰ, ਮੈਂ ਵਿੱਕੀ ਬੋਲਦਾ। ਓਏ ਵਿੱਕੀ ਆ, ਕੀ ਹਾਲ ਆ ਤੇਰੇ? ਲੱਤ ਕਿਵੇਂ ਆ ਹੁਣ? ਕੋੜਿਆ ਮਿਲੀ ਜਾਂਦਾ ਕਿਸੇ ਦਿਨ ਆ ਕੇ। ਤੁਰਨ ਫਿਰਨ ਲੱਗ ਪਿਆ ਤਾਂ ਅੱਗੋਂ ਸੁਧੀਰ ਕੁਮਾਰ ਦੀ ਆਵਾਜ਼ ਆਈ। ਅਸਲ 'ਚ ਸੁਧੀਰ ਕੁਮਾਰ ਵਿੱਕੀ ਨੂੰ ਆਪਣੇ ਨਾਲ ਰੱਖਣ ਦੀ ਹੀ ਸੋਚੀ ਬੈਠਾ ਸੀ। ਸੁਧੀਰ ਕੁਮਾਰ ਇਹ ਗੱਲ ਚੰਗੀ ਤਰ੍ਹਾਂ ਸਮਝ ਗਿਆ ਸੀ ਕਿ ਕਦੋਂ ਵੀ ਕਿਤੇ ਵੀ ਉਸ 'ਤੇ ਹਮਲਾ ਫੇਰ ਵੀ ਹੋ ਸਕਦਾ ਸੀ। ਇਸ ਲਈ ਆਪਣੇ ਨਾਲ ਵਿੱਕੀ ਵਰਗੇ ਨੌਜਵਾਨ ਦੀ ਲੋੜ ਸੀ। ਸਰ, ਇੱਕ ਮੁਸੀਬਤ ਆ ਪਈ ਆ, ਬਹੁਤ ਹੀ ਵੱਡੀ ਮੁਸੀਬਤ। ਆਖ ਵਿੱਕੀ ਨੂੰ ਜੋ ਬਬਲੀ ਨੇ ਦੱਸਿਆ ਸੀ ਦੱਸਦਾ। ਘਬਰਾ ਨਾ, ਜਾ ਕੇ ਸਥਿਤੀ ਵੇਖ ਕੀ ਆ। ਮੈਂ ਵੀ ਆ ਜਾਂਦਾ ਹੁਣੇ। ਥਾਣੇ ਫੋਨ ਕਰ ਦਿਓ। ਨਹੀਂ, ਮੈਂ ਹੀ ਕਰਦਾ ਫੋਨ। ਨਸੀਬ ਚੰਦ ਰਸੂਖ ਵਾਲਾ ਬੰਦਾ, ਪਰ ਤੂੰ ਫਿਕਰ ਨਾ ਕਰ। ਆਖ ਸੁਧੀਰ ਕੁਮਾਰ ਨੇ ਫੋਨ ਕੱਟ ਦਿੱਤਾ। ਹੋਇਆ ਕੀ ਆ, ਤੂੰ ਦੱਸਦਾ ਕਿਉਂ ਨਹੀਂ? ਵਿੱਕੀ ਨੇ ਆਪਣੇ ਮੋਟਰਸਾਈਕਲ ਨੂੰ ਹੱਥ ਪਾਇਆ ਸੀ ਤਾਂ ਜਸਵੀਰ ਨੇ ਪੁੱਛਿਆ ਸੀ। ਪਿਆਰੋ ਆਪਣੀ ਸਕੂਟਰੀ ਸਟਾਰਟ ਕਰ ਰੇੜੇ ਪਾ ਲਈ ਸੀ। ਅਜੇ ਮੈਨੂੰ ਵੀ ਪੂਰਾ ਨਹੀਂ ਪਤਾ, ਫੋਨ ਕਰੂੰ ਜਾ ਕੇ। ਚਲੋ ਆਂਟੀ, ਵਿੱਕੀ ਨੇ ਆਖਿਆ ਸੀ। ਉਹ ਸ਼ਹਿਰ ਆ ਆਪਣੀ ਗਲੀ 'ਚ ਆਏ ਸਨ ਤਾਂ ਕਾਲੇ ਰੰਗ ਦੀ ਕਾਲੇ ਸ਼ੀਸ਼ਿਆਂ ਵਾਲੀ ਕਾਰ ਖੜੀ ਸੀ। ਅੰਦਰ ਵੜੇ ਸਨ ਤਾਂ ਬਬਲੀ ਠੰਬਰਿਆਂ ਵਾਂਗ ਉਹਨਾਂ ਕੋਲ ਆਈ ਸੀ। ਮੂੰਹ ਉੱਡਿਆ ਪਿਆ ਸੀ ਜਿਵੇਂ ਹਲਦੀ ਦਾ ਲੇਪ ਕੀਤਾ ਹੋਵੇ। ਕੀ ਹੋ ਗਿਆ? ਪਿਆਰੋ ਉਹਨੂੰ ਵੇਖ ਹੀ ਘਬਰਾ ਗਈ ਸੀ।
ਅੱਜ ਦੀ ਹਾਲਤ ਉਸ ਹਾਲਤ ਤੋਂ ਵੀ ਭੈੜੀ ਸੀ ਜਿਸ ਦਿਨ ਉਹ ਲੁੱਟੀ ਪੁੱਟੀ ਆਈ ਸੀ। ਆਪ ਹੀ ਜਾ ਕੇ ਵੇਖ ਲਓ ਅੰਦਰ ਕਮਰੇ 'ਚ। ਬਬਲੀ ਨੇ ਆਖਣ ਦੀ ਦੇਰ ਸੀ ਕਿ ਵਿੱਕੀ ਲੰਗ ਮਾਰਦਾ ਪਿਆਰੋ ਦੇ ਮਗਰੀ ਕਮਰੇ 'ਚ ਜਾ ਵੜਿਆ ਸੀ। ਜੋ ਵੇਖਿਆ ਵੇਖ ਹੋਸ਼ ਉੱਡ ਗਏ। ਨਸੀਬ ਚੰਦ ਮੂੰਹ ਪਰਨੇ ਫਰਸ਼ ਤੇ ਖੂਨ 'ਚ ਲੱਥਪੱਥ ਪਿਆ ਸੀ। ਇਹ ਪਿਆਰੋ ਤੋਂ ਅੱਗੇ ਕੁਝ ਨਾ ਬੋਲਿਆ ਗਿਆ। ਬਬਲੀ ਨੇ ਜੋ ਹੋਇਆ ਸੀ ਕਾਹਲੀ ਕਾਹਲੀ ਦੱਸ ਦਿੱਤਾ। ਹੁਣ ਪਿਆਰੋ ਜਿਵੇਂ ਬੌਂਦਲ ਗਈ ਸੀ। ਤੁਸੀਂ ਚੁੱਪ ਰਹਿਣਾ। ਮੈਂ ਆਪਣੇ ਮਿੱਤਰ ਸੁਧੀਰ ਕੁਮਾਰ ਨੂੰ ਫੋਨ ਕਰਤਾ, ਹੁਣੇ ਵੀ ਕਰਦਾ। ਇਹ ਕਤਲ ਮੈਂ ਆਪਣੇ ਉੱਪਰ ਲੈ ਲੂੰ, ਤੁਸੀਂ ਮੂੰਹ ਨਹੀਂ ਖੋਲ੍ਹਣਾ। ਵਿੱਕੀ ਬੋਲਿਆ। ਨਹੀਂ, ਇਹ ਕਿਵੇਂ ਹੋ ਜਾਊ? ਇਹ ਕਿਸੇ ਫਿਲਮ ਦਾ ਸੀਨ ਨਹੀਂ। ਤੁਸੀਂ ਸੱਚ ਨੂੰ ਸੱਚ ਰਹਿਣ ਦਿਓ, ਜੋ ਹੋਊ ਦੇਖੀ ਜਾਊ। ਉਦੋਂ ਹੀ ਪੁਲਿਸ ਆਈ ਸੀ। ਕਈ ਗੱਡੀਆਂ ਆ ਕੇ ਗਲੀ 'ਚ ਰੁਕੀਆਂ ਸਨ। ਨਸੀਬ ਚੰਦ ਵੀ ਆ। ਵੇਂਦਿਆਂ ਹੀ ਇਕੱਠ ਵੱਜ ਗਿਆ। ਲੋਕਲ ਟੀਵੀ ਚੈਨਲਾਂ ਵਾਲੇ ਪਤਾ ਨਹੀਂ ਕਿੱਧਰੋਂ ਖੁੰਭਾਂ ਵਾਂਗ ਨਿਕਲ ਆਏ ਸਨ। ਜੰਗਲ 'ਚ ਲੱਗੀ ਅੱਗ ਵਾਂਗ ਸ਼ਹਿਰ 'ਚ ਖਬਰ ਫੈਲਦੀ ਗਈ। ਲੋਕ ਭਾਂਤ ਭਾਂਤ ਦੀਆਂ ਗੱਲਾਂ ਕਰਦੇ ਸਨ। ਇਹੋ ਜਿਹੇ ਬੰਦਿਆਂ ਦਾ ਇਹੋ ਜਿਹਾ ਹੀ ਹਸ਼ਰ ਹੁੰਦਾ। ਬਗਲਾ ਭਗਤ ਸੀ ਸਾਲਾ। ਧਾਰਮਿਕ ਸੰਸਥਾਵਾਂ ਪਤਾ ਨਹੀਂ ਇਹੋ ਜਿਹੇ ਬੰਦਿਆਂ ਦੇ ਜਨਤਾ ਕਿਵੇਂ ਹਵਾਲੇ ਕਰ ਦਿੰਦੀ ਹੈ। ਅੱਜ ਹੀ ਤੁਸੀਂ ਬੋਲਣ ਲੱਗੇ ਹੋ, ਪਹਿਲਾਂ ਕਿਸੇ ਨੇ ਸਾਹ ਨਹੀਂ ਕੱਢਿਆ, ਹੁਣ ਸਾਰਿਆਂ ਦੀ ਗਿੱਠ ਗਿੱਠ ਜ਼ਬਾਨ ਚੱਲਣ ਲੱਗ ਜਾਣੀ ਹੈ। ਆਹੋ, ਐਵੇਂ ਹੁੰਦਾ। ਮਰਿਆਂ ਦੀਆਂ ਮੜੀਆਂ ਤੇ ਮੂਤਣ ਵਾਲੇ ਹੁੰਦੇ ਆ। ਇਹ ਲੋਕ ਤੇ ਜਿਉਂਦੇ ਦਾ ਕੋਈ ਮੂਤ ਨਹੀਂ ਲੰਘਦਾ। ਕੁੜੀ ਨੇ ਸ਼ਹਿਰ ਦਿਓ ਪ੍ਰੇਤ ਮਗਰੋਂ ਲਾਤਾ, ਹੁਣ ਇਹਦੇ ਪੱਖ 'ਚ ਖੜੋ। ਲੋਕ ਗੱਲਾਂ ਕਰਦੇ ਸਨ, ਕੁਝ ਦਬੀ ਜ਼ਬਾਨ 'ਚ, ਕੁਝ ਸ਼ਰੇਆਮ। ਸਰਦਾਰ ਜੀ, ਜਦ ਵੀ ਤੁਹਾਡਾ ਹੁਕਮ ਹੋਏਗਾ ਕੁੜੀ ਮੈਂ ਹਾਜ਼ਰ ਕਰਾਂਗਾ, ਮੇਰੀ ਜ਼ਿੰਮੇਵਾਰੀ ਹੈ। ਸੁਧੀਰ ਕੁਮਾਰ ਸਿਟੀ ਇੰਚਾਰਜ ਨੂੰ ਕਹਿ ਰਿਹਾ ਸੀ। ਤੁਸੀਂ ਬੇਫਿਕਰ ਰਹੋ, ਕਿਹੜਾ ਮੈਨੂੰ ਗ੍ਰਿਫਤਾਰ ਤਾਂ ਕਰਨਾ ਹੀ ਪਊ। ਥਾਣੇਦਾਰ ਨੇ ਸੁਧੀਰ ਕੁਮਾਰ ਨੂੰ ਸਮਝਾਇਆ। ਲਾਸ਼ ਪੋਸਟਮਾਰਟਮ ਲਈ ਲਿਜਾਈ ਗਈ। ਨਸੀਬ ਚੰਦ ਦੇ ਪੱਖੀ ਸਰਕਾਰ ਮੁਰਦਾਬਾਦ ਮੁਰਦਾਬਾਦ ਕਰਨ ਲੱਗ ਪਏ ਸਨ। ਚੈਨਲ ਵਾਲਿਆਂ ਬਬਲੀ ਅੱਗੇ ਕੈਮਰਾ ਕੀਤਾ ਸੀ ਤਾਂ ਉਹਨੇ ਬੜੀ ਦਲੇਰੀ ਨਾਲ ਆਖਿਆ ਸੀ, ਮੈਂ ਉਹੋ ਹੀ ਕੀਤਾ ਜੋ ਅੱਜ ਦੀ ਨਾਰੀ ਨੂੰ ਕਰਨਾ ਚਾਹੀਦਾ ਹੈ। ਕਾਨੂੰਨ ਮੈਨੂੰ ਜੋ ਮਰਜ਼ੀ ਸਜ਼ਾ ਦੇਵੇ, ਪਰ ਮੈਂ ਉਸ ਪਾਪੀ ਨੂੰ ਸਜ਼ਾ ਦੇ ਚੁੱਕੀ ਹਾਂ। ਮੇਰੇ ਕੋਲ ਦੋ ਹੀ ਰਾਹ ਸਨ, ਜਾਂ ਆਪਣੀ ਇੱਜ਼ਤ ਦਾ ਦਾਅ 'ਤੇ ਲਵਾ ਦਿੰਦੀ, ਜਾਂ ਪਹਿਲਾਂ ਵੀ ਲਵਾ ਚੁੱਕੀ ਸੀ, ਜਾਂ ਉਹਦਾ ਕਤਲ ਕਰਦੀ। ਮੈਂ ਕਰ ਦਿੱਤਾ। ਜੇ ਕੋਈ ਹੋਰ ਸਵਾਲ ਪੁੱਛਣਾ ਤੇ ਸੋਚ ਪੁੱਛਿਆ ਜੇ ਤੁਹਾਡੀ ਧੀ ਭੈਣ ਮੇਰੀ ਵਾਲੀ ਥਾਂ 'ਤੇ ਹੁੰਦੀ ਤਾਂ ਉਹ ਕੀ ਕਰਦੀ। ਜਦ ਇਹ ਆਖ ਬਬਲੀ ਨੇ ਆਪਣੀ ਗੱਲ ਬੰਦ ਕੀਤੀ ਤਾਂ ਕੈਮਰੇ ਨੀਵੇਂ ਹੋ ਗਏ। ਸ਼ਹਿਰ 'ਚ ਇੱਕ ਤਣਾਅ ਜਿਹਾ ਬਣ ਗਿਆ ਸੀ। ਕੁਝ ਲੋਕ ਨਸੀਬ ਚੰਦ ਦੇ ਪਰਿਵਾਰ ਤੇ ਉਸ ਸੰਸਥਾ ਨਾਲ ਆ ਖੜੇ ਸਨ ਜਿਹਨੂੰ ਨਸੀਬ ਚੰਦ ਚਲਾ ਰਿਹਾ ਸੀ। ਕੁਝ ਬਬਲੀ ਦੇ ਪੱਖ 'ਚ ਆ ਖੜੇ ਸਨ। ਸੁਧੀਰ ਕੁਮਾਰ ਨੇ ਸ਼ਹਿਰ ਦਾ ਮੰਨਿਆ ਪਰਮੰਨਿਆ ਵਕੀਲ ਕੀਤਾ ਸੀ। ਪੁਲਿਸ ਨੇ ਰਿਮਾਂਡ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਬਬਲੀ ਦੀ ਛੇਤੀ ਜ਼ਮਾਨਤ ਹੋਣ ਦੇ ਆਸਾਰ ਨਜ਼ਰ ਆ ਰਹੇ ਸਨ। ਬੰਦੇ ਦਾ ਕਦ ਮਨ ਬਦਲ ਜਾਏ ਕੀ ਪਤਾ ਲੱਗਦਾ। ਗਿੱਜੋ ਆਪਣੇ ਮਨ ਬਦਲ ਚੁੱਕੀ ਸੀ। ਆਂਢ ਗੁਆਂਢ ਕੀ ਸਾਰੇ ਪਿੰਡ 'ਚ ਇਹ ਗੱਲ ਰੇਡ ਫੜ ਚੁੱਕੀ ਸੀ ਕਿ ਜਿਸ ਕੁੜੀ ਨਾਲ ਵਿੱਕੀ ਦਾ ਰਿਸ਼ਤਾ ਤੈਅ ਹੋ ਰਿਹਾ ਸੀ ਉਹਨੇ ਹੀ ਨਸੀਬ ਚੰਦ ਦਾ ਕਤਲ ਕੀਤਾ। ਨਸੀਬ ਚੰਦ ਨੂੰ ਸ਼ਹਿਰ ਦੇ ਆਲੇ ਦੁਆਲੇ ਦੇ ਪਿੰਡਾਂ ਵਾਲੇ ਚੰਗੀ ਤਰ੍ਹਾਂ ਜਾਣਦੇ ਸੀ। ਚੋਣਾਂ ਵੇਲੇ ਉਹ ਕਿਸੇ ਨਾ ਕਿਸੇ ਪਾਰਟੀ ਨਾਲ ਨਜ਼ਰ ਹੀ ਆ ਜਾਂਦਾ ਸੀ। ਆਪਣੀ ਸੰਸਥਾ ਵਾਸਤੇ ਚੰਦਾ ਇਕੱਠਾ ਕਰਨ ਵੀ ਆਉਂਦਾ ਰਿਹਾ ਸੀ। ਸ਼ਹਿਰ ਦੇ ਚੌਂਕਾਂ 'ਚ ਨੇਤਾ ਨਾਲ ਉਹਦੇ ਫੋਟੋ ਚਿਪਕੇ ਹੁੰਦੇ ਸਨ। ਬੇਜੀ, ਜੇ ਬਬਲੀ ਨੂੰ ਸਜ਼ਾ ਹੋ ਜਾਂਦੀ ਹੈ ਫਿਰ ਤਾਂ ਗੱਲ ਹੀ ਮੁੱਕ ਗਈ। ਜੇ ਉਹ ਬਰੀ ਹੋ ਕੇ ਵੀ ਆ ਜਾਂਦੀ ਹੈ, ਮੈਂ ਇਹ ਰਿਸ਼ਤਾ ਕਬੂਲ ਨਹੀਂ ਕਰਨਾ। ਫਿਰ ਨਾ ਆਖਿਆ ਜੇ ਗੇਜੋ ਨੇ ਜਸਬੀਰ ਨੂੰ ਆਪਣੇ ਦਿਲ ਦੀ ਆਖ ਦਿੱਤੀ। ਕਿਉਂ? ਜਸਬੀਰ ਇਹ ਸੁਣ ਤਰਪਕੀ ਸੀ। ਉਹ ਇਹ ਗੱਲ ਭਲੀ ਭਾਂਤ ਜਾਣਦੀ ਸੀ। ਕੁਝ ਵੀ ਹੁੰਦਾ ਸੀ, ਪਰ ਹੁਣ ਵਿੱਕੀ ਪਿੱਛੇ ਹਟਣ ਵਾਲਾ ਨਹੀਂ ਸੀ। ਜੇ ਉਹ 'ਤੇ ਦਬਾਅ ਪਾਇਆ ਵੀ ਜਾਂਦਾ ਤਾਂ ਉਹ ਬਹੁਤ ਘਾਤਕ ਸਿੱਧ ਹੋ ਸਕਦਾ ਸੀ। ਕਿਉਂ ਦਾ ਮੈਂ ਹੁਣ ਕੀ ਉੱਤਰ ਦੇਵਾਂ ਬੇਜੀ? ਤੁਸੀਂ ਕਿਹੜਾ ਬੱਚੇ ਹੋ? ਸਾਰੀ ਉਮਰ ਲੋਕਾਂ ਦੀਆਂ ਉਂਗਲਾਂ ਉੱਠਣਗੀਆਂ ਇਸ ਘਰ ਵੱਲ। ਇਸ ਘਰ ਦੇ ਬੰਦਿਆਂ ਨੇ ਤਾਂ ਬੰਦਿਆਂ ਦੇ ਕਤਲ ਕੀਤੇ ਹੀ, ਔਰਤਾਂ ਵੀ। ਗੇਜੋ, ਜਸਬੀਰ ਚੀਕ ਹੀ ਪਈ। ਉਹਨੂੰ ਆਸ ਹੀ ਨਹੀਂ ਸੀ ਕਿ ਗੇਜੋ ਪਿਛਲੇ ਦੇਹੜਨ ਬਹਿ ਜਾਊ। ਬੇਜੀ, ਸੱਚ ਤਾਂ ਸੱਚ ਹੀ ਆ। ਦਾਦੇ ਲਾਲ ਤੋਂ ਦਾਦੀ ਨੂਰਾ ਮਰੀ, ਸੋਹਣ ਨੇ ਬਾਬ ਲਾਲ ਮਾਰਤਾ। ਇੱਕ ਥੰਮਣ ਨਾਂ ਦਾ ਬੰਦਾ ਵੀ ਦਾਦੇ ਤੋਂ ਮਰਿਆ ਸੀ। ਸੋਹਣ ਨੇ ਬਾਪੂ ਚਰਨ ਤੇ ਗੋਲੀ ਚਲਾਈ, ਤੁਹਾਡੀ ਕੁੱਖ ਉਜਾੜੀ। ਬਾਪੂ ਜੀ ਨੇ ਸੋਹਣ ਦਾ ਕਤਲ ਕੀਤਾ ਤੇ ਹੁਣ? ਜਸਬੀਰ ਕੋਈ ਉੱਤਰ ਨਾ ਦੇ ਸਕੀ। ਵਿੱਕੀ ਦੇ ਬਾਪੂ ਦਾ ਵੀ ਤਾਂ ਕਤਲ ਹੀ ਹੋਇਆ ਭਾਵੇਂ। ਗੇਜੋ ਨੇ ਆਖ ਹੌਕਾ ਲਿਆ। ਮੈਂ ਕੁਝ ਵੀ ਨਹੀਂ ਭੁੱਲੀ ਧੀਏ, ਕੁਝ ਵੀ। ਪਰ ਤੂੰ ਇਹ ਕਿਉਂ ਨਹੀਂ ਸੋਚਦੀ ਤੇਰੇ ਮੇਰੇ ਵੱਸ ਕੁਝ ਵੀ ਨਹੀਂ ਰਹਿ ਜਾਣਾ। ਆਪਾਂ ਜੇ ਸਾਰਾ ਕੁਝ ਸਮੇਂ 'ਤੇ ਰਹਿਣ ਦੇਈਏ। ਜੇ ਕੁੜੀ ਨੂੰ ਕੈਦ ਹੋ ਜਾਂਦੀ ਹੈ ਫਿਰ ਤਾਂ ਧੀਏ ਆਪਾਂ ਨੂੰ ਵੀ ਪਤਾ ਹੈ, ਭੁੱਲ ਕੁੜੀ ਨੂੰ ਵੀ ਨਹੀਂ ਹੋਣੀ, ਨਿਆਣਾ ਵਿੱਕੀ ਵੀ ਨਹੀਂ। ਪਰ ਬਬਲੀ ਨੂੰ ਸਜ਼ਾ ਨਹੀਂ ਹੋਣੀ। ਹਾਲਾਤ ਇਹੋ ਕਹਿੰਦੇ ਆ। ਕੇਸ ਬਰੀ ਹੋਊ ਹੀ ਹੋਊ। ਫਿਰ ਤੂੰ ਸੋਚ। ਪਾਗਲੇ, ਵਿੱਕੀ ਰੋਕਿਆ ਕਿਵੇਂ ਰੁਕੂ? ਆਪਾਂ ਵੀ ਉਸ ਕੁੜੀ ਨੂੰ ਅੱਖੋਂ ਪਰੋਖੇ ਕਿਵੇਂ ਕਰਾਂਗੇ ਜਿਹਨੇ ਮੌਤ ਦੇ ਮੂੰਹ ਜਾਂਦਾ ਆਪਣਾ ਪੁੱਤ ਮੋੜਿਆ।
ਸਮਝ ਤੋਂ ਕੰਮ ਲੈਣਾ ਪਊ। ਆਪਾਂ ਨੂੰ ਵੀ ਇੰਨੇ ਸਵਾਰਥੀ ਨਹੀਂ ਬਣਿਆ ਜਾਣਾ। ਨਾਲੇ ਵੀ ਸੋਚ ਲਈ, ਜਿਸ ਦਲਦਲ ਵਿੱਚੋਂ ਉਹਨੂੰ ਕੱਢਿਆ ਜੇ ਉਸ 'ਚ ਦੁਬਾਰਾ ਜਾ ਡਿੱਗਿਆ ਫਿਰ ਉਹਨੇ ਰੋਕਿਆ ਵੀ ਨਹੀਂ ਰੁਕਣਾ। ਜਸਬੀਰ ਨੇ ਆਖਿਆ ਸੀ ਤਾਂ ਗੇਜੋ ਤੋਂ ਕੋਈ ਉੱਤਰ ਨਹੀਂ ਬਣ ਪਾਇਆ, ਪਰ ਉਹ ਅੰਦਰੇ ਅੰਦਰ ਕੁੜ ਜ਼ਰੂਰ ਰਹੀ ਸੀ। ਉਹ ਹੁਣ ਇਹ ਜਮਾ ਨਹੀਂ ਚਾਹੁੰਦੀ ਸੀ ਕਿ ਉਹ ਕੁੜੀ ਇਸ ਘਰ ਦੀ ਨੂੰਹ ਬਣ ਕੇ ਆਵੇ ਜਿਸ ਵੱਲ ਸ਼ਹਿਰ ਬਾਜ਼ਾਰੀ ਫਿਰਦਿਆਂ ਉਂਗਲਾਂ ਉੱਠਣ। ਵੇਖ ਧੀਏ, ਮੈਂ ਤੇਰੀਆਂ ਭਾਵਨਾਵਾਂ ਸਮਝਦੀ ਹਾਂ, ਪਰ ਕਈ ਵਾਰ ਹਾਲਾਤ ਬੰਦੇ ਨੂੰ ਇਸ ਮੋੜ 'ਤੇ ਲਿਆ ਘਲਿਆਰਦੇ ਆ। ਉਹ ਖੁਦ ਵੀ ਨਹੀਂ ਜਾਣਦਾ ਹੁੰਦਾ। ਹੋ ਸਕਦਾ ਤੈਨੂੰ ਇਸ ਗੱਲ ਦਾ ਤਾਂ ਨਾ ਪਤਾ ਹੋਵੇ ਜੋ ਮੈਨੂੰ ਪਤਾ, ਤੇ ਹੋਰ ਨਾਲ ਸਾਂਝੀ ਕਿਤਿਓਂ ਹੀ ਨਹੀਂ। ਵਿੱਕੀ ਹੋਣ ਦਾ ਐਕਸੀਡੈਂਟ ਅਚਾਨਕ ਨਹੀਂ ਹੋਇਆ ਸੀ। ਰਸਤੇ ਚਲਦਿਆਂ ਉਹ ਪੰਪ ਵਾਲੇ ਦਾ ਕਤਲ ਕਰਨ ਲਈ ਕਾਹਲੀ 'ਚ ਸੜਕ ਪਾਰ ਕਰਨ ਲੱਗੇ ਸੀ। ਤੂੰ ਉਸ ਬੰਦੇ ਦਾ ਜੇਰਾ ਵੇਖ ਜੋ ਸਭ ਕੁਝ ਜਾਣਦਾ ਹੋਇਆ ਵੀ ਵਿੱਕੀ ਨੂੰ ਹਸਪਤਾਲ ਵੀ ਲੈ ਕੇ ਗਿਆ ਤੇ ਉਹਨੂੰ ਮਾਫ਼ ਵੀ ਕਰਤਾ। ਆਪਾਂ ਤਾਂ ਵਿੱਕੀ ਦੇ ਮਾਪੇ ਆ। ਮੈਂ ਵਿੱਕੀ ਨੂੰ ਨਾ ਮਾਫ਼ ਕਰਨ ਵਾਲੀ ਗੱਲ ਤਾਂ ਨਹੀਂ ਕੀਤੀ ਬੀਜੀ। ਗੱਲ ਤਾਂ ਉਸ ਕੁੜੀ ਦੀ ਆ ਜਿਸ ਨਾਲ ਦੋ ਵੱਡੀਆਂ ਘਟਨਾਵਾਂ ਜੁੜੀਆਂ। ਆਪਣਾ ਭਾਵੁਕਤਾ 'ਚ ਕੀਤਾ ਫੈਸਲਾ ਅੱਗੇ ਜਾ ਕੇ ਵਿਕਰਾਲ ਰੂਪ ਧਾਰੇ। ਹੁਣੀ ਆਪਾਂ ਨੂੰ ਪਿੱਛੇ ਹਟ ਜਾਣਾ ਚਾਹੀਦਾ। ਇਹ ਗੱਲ ਤਾਂ ਧਿਆਨ 'ਚ ਰੱਖਣੀ ਹੀ ਨਹੀਂ ਚਾਹੀਦੀ ਕਿ ਵਿੱਕੀ ਦਾ ਉਸ ਕੁੜੀ ਦਾ ਵਿਆਹ ਹੋ ਜਾਣ ਤੇ ਸਭ ਅੱਛਾ ਹੋ। ਨਾਲੇ ਇੱਕ ਹੋਰ ਵੀ ਤਾਂ ਗੱਲ ਆ ਜੋ ਆਪਾਂ ਪਹਿਲਾਂ ਨਹੀਂ ਸੋਚੀ। ਆ ਕੇ ਜੋ ਚੁੱਪ ਕਰ ਗਈ। ਹੋਰ ਗੱਲ? ਕਿਹੜੀ ਗੱਲ? ਉਹ ਦੋਵੇਂ ਮਾਵਾਂ ਧੀਆਂ ਹੀ ਤਾਂ ਹਨ। ਉਹਨਾਂ ਦੇ ਅੱਗੇ ਪਿੱਛੇ ਤਾਂ ਆਪਾਂ ਨੂੰ ਕੀ ਪਤਾ। ਇਹ ਵੀ ਤਾਂ ਤੂੰ ਇੰਨੀ ਦੂਰ ਦੀ ਨਾ ਸੋਚ ਜੋ ਸੋਚ ਰਹੀ ਏ। ਇਹ ਤਾਂ ਇੱਕ ਪੀੜ੍ਹੀ ਪਿੱਛੇ ਹੁੰਦਿਆਂ ਮੈਨੂੰ ਸੋਚਣੀਆਂ ਚਾਹੀਦੀਆਂ ਸੀ। ਨਾਲੇ ਇਹ ਤਾਂ ਗੱਲ ਮੈਂ ਪਹਿਲਾਂ ਹੀ ਮੁਕਾ ਚੁੱਕੀ ਹਾਂ ਕਿ ਹੁਣ ਤਾਂ ਆਉਣ ਵਾਲਾ ਸਮਾਂ ਹੀ ਦੱਸੂ ਬੋਤਾ ਕਿਹੜੇ ਲੋਟ ਬੈਠਦਾ ਹੈ। ਮੈਂ ਵੀ ਵਿਆਹ ਤੋਂ ਪਹਿਲਾਂ ਤੇਰੇ ਪਾਪਾ ਚਰਨ ਵੱਲ ਝੁੱਕ ਗਈ ਸੀ। ਰਾਣਾ ਤੁਹਾਡੇ ਪਿੰਡੋਂ ਤੁਹਾਡੇ ਘਰੇ ਟਰੈਕਟਰ ਲੈਣ ਗਿਆ ਹੀ ਤੇਰੇ ਤੇ ਲੱਟੂ ਹੋ ਗਿਆ ਸੀ। ਅੱਜ ਆਪਾਂ ਨੂੰ ਆਪਣੇ ਸਿਧਾਂਤ ਵਿੱਕੀ ਤੇ ਥੋਪਦਿਆਂ ਸਾਰਾ ਕੁਝ ਦਿਮਾਗ 'ਚ ਰੱਖਣਾ ਚਾਹੀਦਾ। ਜਸਵੀਰ ਨੇ ਸਿੱਧੀ ਸੁਣਾਈ ਤਾਂ ਅੱਗੇ ਜੋ ਫੇਰ ਨਹੀਂ ਬੋਲੀ ਸੀ, ਪਰ ਉਹਦੇ ਮੂੰਹ ਨੂੰ ਚੜ੍ਹਿਆ ਵੱਟ ਲੁਕਿਆ ਵੀ ਨਹੀਂ ਸੀ। ਜਦ ਹੁਣ ਵਿੱਕੀ ਨੇ ਸੁਧੀਰ ਕੁਮਾਰ ਨੂੰ ਨਾਲ ਲੈ ਕੇ ਬਬਲੀ ਵਾਲੇ ਮੁਕੱਦਮੇ ਦੀ ਬੀਂਡੀ ਆਪਣੇ ਗਲ ਪਾ ਲਈ ਸੀ ਤਾਂ ਘੋਗਾ ਵੀ ਉਹਦੇ ਨਾਲ ਜਾਂਦਾ। ਕਦੀ ਉਹ ਘੋਗੇ ਵਾਲੀ ਗੱਡੀ ਲੈ ਜਾਂਦੇ, ਕਦੀ ਮੋਟਰਸਾਈਕਲ ਰੇੜ ਲੈਂਦੇ। ਸੁਧੀਰ ਕੁਮਾਰ ਉਹਨਾਂ ਦੀ ਪੂਰੀ ਮਦਦ ਕਰ ਰਿਹਾ ਸੀ। ਉਹਦੇ ਰਸੂਖ ਨਾਲ ਹੀ ਤਫਤੀਸ਼ੀ ਨੇ ਰਿਮਾਂਡ ਨਹੀਂ ਮੰਗਿਆ ਸੀ। ਅਦਾਲਤ ਨੇ ਬਬਲੀ ਨੂੰ ਜੇਲ੍ਹ ਭੇਜ ਦਿੱਤਾ ਸੀ। ਜਿਹੜੇ ਲੋਕ ਨਸੀਬ ਚੰਦ ਪੱਖੀ ਸਨ ਉਹ ਵੀ ਉਸ ਬੰਨਿਓਂ ਖਿਸਕਣੇ ਸ਼ੁਰੂ ਹੋ ਗਏ ਸਨ। ਉਹ ਲੋਕ ਹੀ ਰਹਿ ਗਏ ਸਨ ਜਿਨ੍ਹਾਂ ਨੇ ਸਿਆਸਤ ਕਰਕੇ ਨਸੀਬ ਚੰਦ ਵੱਲੋਂ ਚਲਾਈ ਜਾ ਰਹੀ ਸੰਸਥਾ ਆਪਣੇ ਹੱਥਾਂ 'ਚ ਲੈਣੀ ਸੀ। ਭਖ ਰਹੇ ਮਸਲੇ 'ਚੋਂ ਔਰਤਾਂ ਵੀ ਸਾਹਮਣੇ ਆਈਆਂ ਸਨ ਜਿਨ੍ਹਾਂ ਨੇ ਕਦੀ ਨਸੀਬ ਚੰਦ ਦੀਆਂ ਜ਼ਿਆਦਤੀਆਂ ਅੱਗੇ ਆਪਣੀ ਜ਼ੁਬਾਨ ਨਹੀਂ ਖੋਲ੍ਹੀ ਸੀ। ਬਬਲੀ ਦਾ ਹੌਸਲਾ ਵੇਖ ਉਹਨਾਂ ਨੂੰ ਵੀ ਬਲ ਮਿਲਿਆ। ਅਦਾਲਤ ਨੇ ਸਾਰੇ ਪੱਖ ਘੋਖ ਬਬਲੀ ਨੂੰ ਜ਼ਮਾਨਤ ਦੇ ਦਿੱਤੀ ਸੀ। ਹੁਣ ਤਾਂ ਕੋਈ ਸ਼ੱਕ ਰਹਿ ਹੀ ਨਹੀਂ ਗਿਆ ਸੀ। ਕੇਸ ਬਰੀ ਹੋਣ ਦੇ ਆਸਾਰ ਬਣ ਗਏ ਸਨ। ਬਬਲੀ ਜੇਲ੍ਹ 'ਚੋਂ ਘਰ ਆਈ ਸੀ ਤਾਂ ਸੋਨੀ ਉਹਨੂੰ ਸਾਰਾ ਸਟਾਫ ਹੀ ਮਿਲਣ ਆਇਆ ਸੀ ਤੇ ਉਹਨੂੰ ਡਿਊਟੀ 'ਤੇ ਆਉਣ ਲਈ ਮਜਬੂਰ ਕਰਨ ਲੱਗ ਪਿਆ ਸੀ। ਬਬਲੀ ਨੇ ਆਪਣੇ ਆਪ ਨੂੰ ਸਾਵੀਂ ਕਰਨ ਲਈ ਵਕਤ ਮੰਗਿਆ ਸੀ। ਬਬਲੀ ਨੇ ਵਿੱਕੀ ਨੂੰ ਵੀ ਹੱਥ ਬੰਨ੍ਹਦਿਆਂ ਆਖਿਆ ਸੀ, ਮਿੰਨਤ ਜਿਹੀ ਕੀਤੀ ਸੀ। ਆਖਦਿਆਂ ਆਪਣਾ ਰੋਣਾ ਪਤਾ ਨਹੀਂ ਕਿਵੇਂ ਠੱਲਿਆ ਸੀ। ਦੇਖੋ ਵਿੱਕੀ ਜੀ, ਮੇਰੇ ਦਿਲੋਂ ਦਿਮਾਗ 'ਤੇ ਇੰਨਾ ਬੋਝ ਆ ਕਿ ਮੈਂ ਹੋਰ ਕੁਝ ਸੋਚ ਹੀ ਨਹੀਂ ਸਕਦੀ। ਮਿਹਰਬਾਨੀ ਕਰਕੇ ਮੈਨੂੰ ਮੇਰੇ ਹਾਲ 'ਤੇ ਹੀ ਰਹਿਣ ਦਿਓ। ਮੈਂ ਵਿਆਹ ਨਹੀਂ ਕਰਵਾਉਣਾ। ਤੁਸੀਂ ਆਪਣੇ ਅੰਦਰੋਂ ਮੈਨੂੰ ਖੁਰਚਣ ਦੀ ਕੋਸ਼ਿਸ਼ ਕਰੋ। ਹਾਂ, ਇੱਕ ਦੋਸਤ ਦੀ ਹੈਸੀਅਤ 'ਚ ਤੁਹਾਡੇ ਲਈ ਇਸ ਘਰ ਦੇ ਦਰਵਾਜ਼ੇ ਸਦਾ ਖੁੱਲ੍ਹੇ ਆ। ਤੁਹਾਡੇ ਪ੍ਰਤੀ ਮੇਰਾ ਸਤਿਕਾਰ ਐਂ ਬਣਿਆ ਰਹੂ, ਪਰ ਇਸ ਤੋਂ ਅੱਗੇ ਦੀ ਨਾ ਸੋਚਣਾ। ਬਸ ਮੇਰੀ ਇਹ ਮਿੰਨਤ ਆ। ਇਸ ਫੈਸਲੇ ਦਾ ਕਾਰਨ ਵਿੱਕੀ ਦਾ ਤੌਰ ਚੱਕਿਆ ਗਿਆ। ਜਿਸ ਬਬਲੀ ਨੂੰ ਉਹ ਆਪਣੇ ਸੁਪਨਿਆਂ ਦੀ ਰਾਣੀ ਮੰਨ ਚੁੱਕਿਆ ਸੀ, ਉਹਦੇ ਮੂੰਹੋਂ ਆਪਣੇ ਸੁਪਨੇ ਖੇਰੂ ਹੁੰਦੇ ਸੁਣ ਤਰਾ ਨਿਕਲਣਾ ਕੁਦਰਤੀ ਸੀ। ਕਾਰਨ ਦੀ ਤੈਥੋਂ ਕਿਹੜਾ ਹੁਣ ਭੁੱਲ ਆ। ਮੇਰੇ ਦੱਸਣ 'ਚ ਕੀ ਆ। ਜੇ ਆਪਾਂ ਸੋਚਿਆ ਸੀ ਉਹ ਕੁਦਰਤ ਨੂੰ ਨਹੀਂ ਮਨਜ਼ੂਰ। ਬਸ ਹੁਣ ਤਾਂ ਇਹੋ ਆਖ ਸਕਦੀ ਹਾਂ। ਬਬਲੀ ਆਖਦੀ ਆਪਣੇ ਸੱਜੇ ਹੱਥ ਨਾਲ ਖੱਬੇ ਹੱਥ ਦੀ ਅੰਗੂਠੇ ਨਾਲ ਦੀ ਉਂਗਲ ਨੂੰ ਤਰੋੜ ਮਰੋੜ ਜੋ ਰਹੀ ਸੀ। ਨਹੀਂ, ਗਲਤ ਫੈਸਲਾ ਲੈ ਰਹੀ ਹੈ ਤੂੰ। ਮੇਰੀ ਤਾਂ ਦੁਨੀਆ ਤੇਰੇ ਤੱਕ ਸਿਮਟ ਗਈ। ਵੇਖ ਵਿੱਕੀ, ਵਿਆਹ ਹੋਊ ਤਾਂ ਆਪਣੇ ਬੱਚੇ ਵੀ ਹੋਣਗੇ। ਬੱਚੇ ਹੋਣਗੇ ਤਾਂ ਵੱਡੇ ਵੀ ਹੋਣਗੇ। ਕਿਹੜੇ ਮੂੰਹ ਨਾਲ ਸਾਹਮਣਾ ਕरूੰ ਮੈਂ ਉਹਨਾਂ ਦਾ। ਬਲਾਤਕਾਰ ਦੀ ਸ਼ਿਕਾਰ ਇੱਕ ਕਾਤਲ ਅਖਵਾਉਣ ਨਾਲੋਂ ਉਹ ਵੀ ਆਪਣਿਆਂ ਤੋਂ ਇਸ ਝੰਜਟ 'ਚ ਫਸਣਾ ਹੀ ਨਹੀਂ ਚਾਹੁੰਦੀ ਮੈਂ। ਹੁਣ ਤੁਸੀਂ ਇਸ ਵਿਸ਼ੇ 'ਤੇ ਗੱਲ ਹੀ ਨਹੀਂ ਕਰਨੀ। ਬਬਲੀ ਨੇ ਚਿੱਟਾ ਜਵਾਬ ਦੇ ਦਿੱਤਾ। ਪਾਗਲਾਂ ਵਾਲੀਆਂ ਗੱਲਾਂ ਨਹੀਂ ਕਰੀਦੀਆਂ। ਮੇਰਾ ਸੰਸਾਰ ਤੇਰੇ ਤੱਕ ਹੀ ਸਿਮਟ ਕੇ ਰਹਿ ਚੁੱਕਿਆ। ਮੈਂ ਹੋਰ ਕੁਝ ਸੋਚ ਹੀ ਨਹੀਂ ਸਕਦਾ। ਨਾ ਮੈਨੂੰ ਕੁਝ ਸੋਚਣ ਦੀ ਲੋੜ ਹੈ। ਜੇ ਜ਼ਿਆਦਾ ਦਬਾਅ ਪਾਏਂਗੀ ਮੈਂ ਆਪਣੇ ਆਪ ਨੂੰ ਖਤਮ ਕਰ ਲਊਂ, ਵਿੱਕੀ ਨੇ ਆਖਿਆ। ਪਾਗਲਾਂ ਵਾਲੀਆਂ ਗੱਲਾਂ ਮੈਂ ਨਹੀਂ ਉਹ ਕਰਦੀ। ਪਾਗਲਾਂ ਵਾਲੀਆਂ ਗੱਲਾਂ ਤੇ ਤੂੰ ਆ ਗਿਆ। ਇਹ ਵੀ ਸੋਚ, ਮੈਨੂੰ ਕੈਦ ਵੀ ਹੋ ਸਕਦੀ ਹੈ। ਤੂੰ ਮੈਨੂੰ ਭੁੱਲ ਜਾ ਹੁਣ।
ਆਪਣੇ ਦੋਵਾਂ ਵਾਸਤੇ ਇਹੋ ਬਿਹਤਰ ਆ। ਬਬਲੀ ਦੂਜੇ ਕਮਰੇ 'ਚ ਜਾ ਵੜੀ, ਜਿਵੇਂ ਵਿੱਕੀ ਤੋਂ ਖਹਿੜਾ ਛਡਾ ਆਈ ਹੋਵੇ। ਵਿੱਕੀ ਕਿੰਨਾ ਚਿਰ ਤਾਂ ਬੁੱਤ ਜਿਹਾ ਬਣ ਕੇ ਖੜਾ ਰਿਹਾ। ਫਿਰ ਉੱਚੀ ਦੇਣੇ ਆਖ ਤੁਰ ਗਿਆ, ਚੰਗਾ ਜੇ ਤੇਰੀ ਇਹੋ ਮਰਜ਼ੀ ਆ ਤਾਂ ਜਿਸ ਰਸਤੇ ਤੋਂ ਵਿੱਕੀ ਮੁੜਿਆ ਸੀ ਉਹ ਤਾਂ ਨਹੀਂ ਹੁਣ ਅਖਤਿਆਰ ਕਰਦਾ। ਉਸ ਤੋਂ ਅੱਗੇ ਦੀ ਸੋਚਣੋਂ ਕੋਈ ਰੋਕ ਨਹੀਂ ਸਕਦਾ। ਸਤਿ ਸ਼੍ਰੀ ਅਕਾਲ ਆਖ ਵਿੱਕੀ ਖੜਾ ਰਿਹਾ ਸੀ। ਕੁੜੀਏ ਮੋੜ ਲੈ ਇਹਨੂੰ, ਮੋੜ ਲੈ। ਇਹ ਆਪਣੇ ਨਾਲ ਨਾ ਖੜਦਾ ਤਾਂ ਹੋ ਸਕਦਾ ਸੀ ਤੇਰੀ ਜ਼ਮਾਨਤ ਹੁੰਦੀ ਨਾ। ਸੁਧੀਰ ਕੁਮਾਰ ਨਾਲ ਆਪਣੀ ਕੀ ਰਿਸ਼ਤੇਦਾਰੀ ਸੀ, ਨਾ ਜਾਣ ਨਾ ਪਛਾਣ। ਉਹ ਬੰਦਾ ਵੀ ਮੱਚਦੀ ਅੱਗ 'ਚ ਇਸ ਮੁੰਡੇ ਦੀ ਖਾਤਰ ਹੀ ਕੁੱਦਿਆ ਜਿਹਦੀ ਬਦੌਲਤ ਤੂੰ ਬਾਹਰ ਆਈ ਹੈ। ਮੁਕੱਦਮੇ ਵਾਲੀ ਤਾਂ ਅਜੇ ਸ਼ੇਰ 'ਚ ਪੂਣੀ ਵੀ ਨਹੀਂ ਕੱਤਣੀ ਤਾਂ ਦੂਰ ਹੱਥ ਤੱਕ ਨਹੀਂ ਲਾਇਆ ਤੇ ਤੂੰ ਜਮਾਂ ਹੀ ਬੱਚਿਆਂ ਵਾਲੀਆਂ ਗੱਲਾਂ ਤੇ ਆ ਗਈ। ਜੋ ਹੋਊ ਮੰਮੀ ਵੇਖੀ ਜਾਊ। ਜਿਹੜੇ ਹੁਣ ਮੈਂ ਪਿੰਡ ਨਹੀਂ ਜਾਣਾ ਉਹਦੇ ਰਾਹ ਐਵੇਂ ਕਿਉਂ ਮਾਪਦੀ ਫਿਰਾਂ। ਮੈਂ ਜਦੋਂ ਵਿਆਹ ਕਰਾਉਣਾ ਹੀ ਨਹੀਂ, ਭਾਵੇਂ ਇੱਕ ਵਾਰ ਅਖਵਾ ਲਓ ਭਾਵੇਂ 100 ਵਾਰੀ। ਬਬਲੀ ਨੇ ਭੌਣ ਤੋਂ ਹੀ ਵੱਢ ਦਿੱਤੀ। ਆ ਸਿਰ ਪਈ ਤਾਂ ਸਮੇਟਣੀ ਪਊ, ਬੰਦਿਆਂ ਨਾਲ ਹੀ ਨਜਿੱਠਣ ਹੋਣੀ ਆ। ਹੋਰ ਆਪਣੇ ਇੱਥੇ ਹੈ ਹੀ ਕੌਣ ਇਸ ਸ਼ਹਿਰਦਾਰੀ 'ਚ। ਪਿਆਰੋ ਨੂੰ ਸਮਝ ਨਹੀਂ ਪੈ ਰਹੀ ਸੀ ਕਿ ਐਡੀ ਛੇਤੀ ਵਿੱਕੀ ਨਾਲ ਰਿਸ਼ਤੇ ਜੋ ਭਾਵੇਂ ਅਜੇ ਕੱਚੇ ਸਨ ਤੋੜਨ ਦੀ ਕਿਉਂ ਕਾਹਲੀ ਪਈ ਹੋਈ ਸੀ, ਜਦ ਕਿ ਉਹਨਾਂ ਨੂੰ ਤਾਂ ਅਜੇ ਹਾਲ ਦੀ ਘੜੀ ਆਸਰੇ ਦੀ ਲੋੜ ਸੀ। ਵਿੱਕੀ ਬਿਨ ਉਹਨਾਂ ਨਾਲ ਖੜਨ ਵਾਲਾ ਕੋਈ ਵੀ ਤਾਂ ਨਹੀਂ ਸੀ, ਜਦ ਕਿ ਸ਼ਹਿਰ 'ਚ ਨਸੀਬ ਚੰਦ ਦੇ ਕਤਲ ਤੇ ਹੋ ਰਹੀ ਸਿਆਸਤ ਤੇ ਰੋਟੀਆਂ ਸੇਕਣ ਵਾਲੇ ਬਹੁਤ ਸਨ। ਜੇ ਕਿਸੇ ਨੇ ਖੜਨਾ ਹੀ ਵੀ ਸੀ ਤਾਂ ਉਹਦੀ ਭਾਵਨਾ ਵੀ ਉਵੇਂ ਹੀ ਹੋਣੀ ਸੀ ਜਿਵੇਂ ਬਬਲੀ ਨੂੰ ਨੌਕਰੀ ਦਿਵਾਉਣ ਵਾਲੇ ਨਸੀਬ ਚੰਦ ਦੀ ਸੀ। ਨਹੀਂ ਮੰਮੀ, ਵਿਆਹ ਕਰਵਾ ਕੇ ਮੈਂ ਵਿੱਕੀ ਦਾ ਘਰ ਬਰਬਾਦ ਨਹੀਂ ਕਰਨਾ ਚਾਹੁੰਦੀ। ਮੈਨੂੰ ਪਤਾ ਉਸ ਪਰਿਵਾਰ ਤੇ ਪਹਿਲਾਂ ਵੀ ਬਹੁਤ ਭੀੜਾਂ ਰਹੀਆਂ, ਪਰ ਜੇ ਮੈਂ ਟਾਲਾ ਨਾ ਕੀਤਾ ਤਾਂ ਉਹਨਾਂ ਤੋਂ ਫਿਰ ਅੱਜ ਨਹੀਂ ਤਾਂ ਕੱਲ੍ਹ ਦੁੱਖਾਂ ਦਾ ਪਹਾੜ ਜ਼ਰੂਰ ਡਿੱਗ ਪਊ। ਜ਼ਿੰਦਗੀ ਛੋਟੀ ਨਹੀਂ ਹੁੰਦੀ, ਸਾਰੀ ਉਮਰ ਬੰਦੇ ਦੇ ਵਿਚਾਰ ਸਾਵੇਂ ਨਹੀਂ ਰਹਿੰਦੇ। ਮੇਰੇ ਪ੍ਰਤੀ ਜਦ ਕਦੀ ਉਹਨਾਂ ਦੇ ਮਨ 'ਚ ਗਿਲਾਨੀ ਭਰਿਆ ਕਰੂ, ਮੈਥੋਂ ਸਹਿ ਨਹੀਂ ਹੋਣਾ। ਇਹ ਹੋ ਕੀ ਗਿਆ ਤੈਨੂੰ? ਪਿਆਰੋ ਹੈਰਾਨ ਪਰੇਸ਼ਾਨ ਸੀ। ਅਸਲ 'ਚ ਹੋਇਆ ਇਉਂ ਸੀ, ਜਿਹੜੇ ਬਬਲੀ ਕੁਝ ਦਿਨ ਜੇਲ੍ਹ 'ਚ ਲਾ ਆਈ ਸੀ ਉੱਥੇ ਹੀ ਉਹਦੇ ਵਿਚਾਰ ਬਦਲ ਗਏ ਸਨ। ਜੇਲ੍ਹ 'ਚ ਉਹਨੂੰ ਕਈ ਔਰਤਾਂ ਨੂੰ ਮਿਲਣ ਦਾ ਮੌਕਾ ਮਿਲਿਆ ਸੀ ਜਿਹੜੀਆਂ ਵੱਖ-ਵੱਖ ਜੁਰਮਾਂ 'ਚ ਸਜ਼ਾ ਕੱਟ ਰਹੀਆਂ ਸਨ। ਉਹਨਾਂ 'ਚੋਂ ਇੱਕ ਅਧਖੜ ਜਿਹੀ ਔਰਤ ਦੀ ਕਹਾਣੀ ਤੋਂ ਪਤਾ ਲੱਗਾ ਸੀ ਕਿ ਉਹਨੇ ਆਪਣੇ ਆਦਮੀ ਦਾ ਕਤਲ ਕੀਤਾ ਸੀ। ਉਹ 40 ਕੁ ਸਾਲਾਂ ਨੂੰ ਢੁਕੀ ਚੰਗੀ ਡੀਲ ਡੌਲ ਵਾਲੀ ਔਰਤ ਸੀ। ਉਸ ਨਾਲ ਵੀ ਕਦੀ ਬਲਾਤਕਾਰ ਹੋਇਆ ਸੀ। ਮੁਕੱਦਮਾ ਚੱਲਿਆ ਸੀ। ਬਲਾਤਕਾਰੀ ਨੂੰ 7 ਸਾਲ ਦੀ ਸਜ਼ਾ ਹੋ ਗਈ ਸੀ। ਉਸ ਔਰਤ ਦਾ ਜਿਸ ਆਦਮੀ ਨਾਲ ਵਿਆਹ ਹੋਇਆ ਸੀ ਉਹਨੂੰ ਤੇ ਉਹਦੇ ਪਰਿਵਾਰ ਨੂੰ ਪੂਰੀ ਕਹਾਣੀ ਦਾ ਪਤਾ ਸੀ। ਕੋਈ ਲੁੱਕ ਲਪੇਟ ਵਾਲੀ ਗੱਲ ਨਹੀਂ ਸੀ। ਰਿਸ਼ਤੇ ਤੋਂ ਪਹਿਲਾਂ ਉਸ ਔਰਤ ਦੇ ਪਿਓ ਨੇ ਖੁੱਲ੍ਹ ਕੇ ਗੱਲਾਂ ਕੀਤੀਆਂ ਸਨ। ਉਹਨੇ ਸਾਫ਼-ਸਾਫ਼ ਆਖ ਦਿੱਤਾ ਸੀ ਕਿ ਉਹਦੀ ਧੀ ਨੂੰ ਕੱਲ੍ਹ ਕਲੋਤਰ ਨੂੰ ਕੋਈ ਮਿਹਣਾ ਨਾ ਵੱਜੇ। ਪਰ ਉਸ ਵੇਲੇ ਤਾਂ ਉਸ ਔਰਤ ਦਾ ਸਹੁਰਾ ਪਰਿਵਾਰ ਰਿਸ਼ਤਾ ਲੈਣ ਲਈ ਮਰਿਆ ਜਾ ਰਿਹਾ ਸੀ। ਅਮਲੀ ਪੁੱਤ ਨੂੰ ਰਿਸ਼ਤਾ ਹੁੰਦਾ ਨਹੀਂ ਸੀ। ਸਾਰੀ ਸ਼ਰਤਾਂ ਸਿਰ ਮੱਥੇ ਸਨ। ਘਰੇ ਵਹੁਟੀ ਆਉਣ ਦਾ ਚਾਅ ਸੀ, ਪਰ ਵਿਆਹ ਤੋਂ ਕੁਝ ਸਾਲਾਂ ਬਾਅਦ ਹੀ ਉਹ ਚਾਅ ਮੱਠਾ ਪੈ ਗਿਆ ਸੀ। ਹੁਣ ਤਾਂ ਬੱਚੇ ਵੀ ਵੱਡੇ ਸਨ। ਕੁੜੀ ਮੁਟਿਆਰ ਸੀ, ਮੁੰਡਾ ਗੱਭਰੂ ਸੀ। ਹੁਣ ਜਦ ਵੀ ਉਹਦੇ ਬੰਦੇ ਦਾ ਝਗੜਾ ਹੁੰਦਾ ਸੀ, ਗੱਲ ਗੇੜਾ ਖਾ ਕੇ ਉਹੋ ਹੀ ਉੱਧੜਦੀ ਸੀ। ਉਹਨੂੰ ਮਿਹਣੇ ਦਿੱਤੇ ਜਾਂਦੇ ਸਨ। ਉਹਨੂੰ ਬੱਚਿਆਂ ਸਾਹਮਣੇ ਜਲੀਲ ਕੀਤਾ ਜਾਂਦਾ ਸੀ। ਉਸ ਔਰਤ ਨੂੰ ਐਂ ਲੱਗਦਾ ਜਿਵੇਂ ਉਹਦੇ ਬੱਚਿਆਂ ਸਾਹਮਣੇ ਬਲਾਤਕਾਰ ਹੋ ਰਿਹਾ ਹੋਵੇ। ਉਹਨੂੰ ਆਪਣੇ ਬੱਚਿਆਂ ਤੋਂ ਹੀਨ ਭਾਵਨਾ ਆਉਂਦੀ। ਜੀ ਕਰਦਾ ਧਰਤੀ ਫਟ ਜਾਏ ਤਾਂ ਉਸ 'ਚ ਸਮਾ ਜਾਵੇ। ਉਹਨੂੰ ਜਲੀਲ ਹੁੰਦੀ ਵੇਖ ਉਹਦਾ ਬੰਦਾ ਖੁਸ਼ ਹੁੰਦਾ, ਉਹਨੂੰ ਹੋਰ ਜਲੀਲ ਕਰਦਾ। ਇੱਕ ਦਿਨ ਉਸ ਤੋਂ ਜਲੀਲਤਾ ਸਹਿੰਦਿਆਂ ਹੀ ਆਪਣੇ ਬੰਦੇ ਦੀ ਪੁੜਪੁੜੀ 'ਚ ਵੇਲਣਾ ਵੱਜ ਗਿਆ। ਸਹੁਰੇ ਨੇ ਗਵਾਹੀ ਠੋਕ ਕੇ ਭਰੀ। ਉਹਨੂੰ 10 ਸਾਲ ਦੀ ਸਜ਼ਾ ਠੁੱਕ ਗਈ। ਬੱਚੇ ਮੁਲਾਕਾਤ ਕਰਨ ਆਉਂਦੇ, ਉਹ ਵੀ ਨੀਵੀਂ ਪਾ ਕੇ ਖੜੀ ਰਹਿੰਦੀ। ਬੱਚੇ ਵੀ ਕੈਦ ਕੱਟ ਕੇ ਜਾਊ ਤਾਂ ਪਤਾ ਨਹੀਂ ਬੱਚੇ ਨਾਲ ਰੱਖਣ ਜਾਂ ਨਾ। ਬੋਲੀ ਨਹੀਂ ਤੂੰ, ਹੁਣ ਕੀ ਸੱਪ ਸੁੰਘ ਗਿਆ ਤੈਨੂੰ? ਪਿਆਰੋ ਨੇ ਆਖਿਆ ਸੀ ਤਾਂ ਸੁਰਤ ਨੇ ਜੇਲ੍ਹ ਵੱਲੋਂ ਮੋੜਾ ਖਾਧਾ। ਬਸ ਸੱਪ ਹੀ ਸੁੰਘ ਗਿਆ ਸਮਝ। ਮੈਂ ਵਿਆਹ ਨਹੀਂ ਕਰਾਉਣਾ। ਇੱਕ ਵਾਰੀ ਆਖਤਾ ਨਾ, ਬਸ ਆਖਤਾ। ਬਬਲੀ ਨੇ ਦੋ ਟੁਕ ਫੈਸਲਾ ਸੁਣਾ ਦਿੱਤਾ। ਮੈਂ ਕੀ ਨਹੀਂ ਕੀਤਾ ਤੇਰੇ ਲਈ ਤੇ ਤੂੰ? ਪਿਆਰੋ ਹੌਕਾ ਲੈ ਗਈ। ਬਬਲੀ ਦਾ ਜੀ ਤਾਂ ਕਰਦਾ ਸੀ ਆਖ ਦੇਵੇ, ਮੰਮੀ ਜੋ ਤੁਸੀਂ ਮੇਰੀ ਨੌਕਰੀ ਲਈ ਕੀਤਾ ਉਹਦਾ ਹੀ ਤਾਂ ਇਹ ਨਤੀਜਾ ਭੁਗਤ ਰਹੇ ਹਾਂ। ਧੀ ਦੇ ਮੂੰਹ 'ਚ ਲਿਆ ਫੈਸਲਾ ਕਿਸੇ ਪੱਖੋਂ ਵੀ ਸਹੀ ਨਹੀਂ ਸੀ। ਇਹ ਵੀ ਨਾ ਸਮਝੀ ਮੈਂ ਅਣਜਾਣ, ਸਭ ਜਾਣਦੀ ਹਾਂ ਮਾਂ ਮੇਰੀ, ਸਭ। ਪਿਆਰੋ ਕੁਝ ਨਹੀਂ ਬੋਲੀ ਸੀ, ਦਾੜੀ ਵੱਟ ਗਈ ਸੀ। ਇਸ ਹਾਲਤ 'ਚ ਉਹ ਘਰੇ ਕਲੇਸ਼ ਨਹੀਂ ਖੜਾ ਕਰਨਾ ਚਾਹੁੰਦੀ ਸੀ। ਨਾ ਅਜੇ ਮੁਕੱਦਮੇ ਦਾ ਪਤਾ ਸੀ ਕਿਹੜੇ ਪਾਸੇ ਜਾਣਾ ਸੀ। ਹਾਲ ਦੀ ਘੜੀ ਦੜ ਵੱਟਣਾ ਹੀ ਠੀਕ ਸੀ। 27ਵਾਂ ਅਖੀਰਲਾ ਅੰਗ। ਵਿੱਕੀ ਨੇ ਆਪਣਾ ਹੇਠਲਾ ਬੁੱਲ ਟੁੱਕਦਿਆਂ ਹੀ ਮੋਟਰਸਾਈਕਲ ਨੂੰ ਸੈਲਫ ਮਾਰੀ ਸੀ ਤੇ ਉਹ ਹਨੇਰੀ ਵਾਂਗ ਹੀ ਗਲੀ 'ਚੋਂ ਨਿਕਲਿਆ ਸੀ। ਸਿਰ ਨੂੰ ਕੁਝ ਚੜ੍ਹਦਾ ਜਾ ਰਿਹਾ ਸੀ। ਕਿਵੇਂ ਤੇ ਕਦੋਂ ਉਹ ਬੀਜ ਭੰਡਾਰ ਦੀ ਦੁਕਾਨ ਤੇ ਬਾਜ਼ਾਰ 'ਚ ਆ ਖੜਾ ਸੀ, ਉਹਨੂੰ ਵੀ ਪਤਾ ਨਹੀਂ ਲੱਗਾ ਸੀ। ਹਾਂਜੀ ਦੱਸੋ, ਕਾਊਂਟਰ ਤੇ ਬੈਠੇ ਦੁਕਾਨ ਮਾਲਕ ਨੇ ਆਖਿਆ ਸੀ ਤਾਂ ਪਤਾ ਨਹੀਂ ਕਿਵੇਂ ਉਹਦੇ ਮੂੰਹ 'ਚੋਂ ਨਿਕਲਿਆ,
ਮਿਰਚਾਂ ਐ ਕਨਾਲ ਕੂਸੇਠਾ, ਸੁੰਡੀ ਬਲਾ ਹੈ, ਜੇ ਕੋਈ ਦਵਾਈ ਦੇਵੇਂ ਤਾਂ ਲਓ ਜੀ ਆਹ ਲੈ ਜਾਓ, 2 ਵਾਰੀ ਛਿੜਕੀ ਜਾਓ, ਇਸ ਤੋਂ ਛੋਟੀ ਪੈਕਿੰਗ ਤਾਂ ਹੈ ਨਹੀਂ। ਛਿੜਕਾਅ ਤੋਂ ਬਾਅਦ 15 ਮਿੰਟਾਂ ਬਾਅਦ ਸਾਰੀ ਸੁੰਡੀ ਝੜ ਜਾਊ। ਹੋਰ ਦੱਸੋ ਪਨੀਰੀ ਦੇਵਾਂ ਕਾਸੇ ਦੀ? ਨਾ ਜੀ ਬਸ। ਕਿੰਨੇ ਪੈਸੇ? ਆਖ ਵਿੱਕੀ ਨੇ ਪੈਸੇ ਦਿੱਤੇ ਤੇ ਪਿੰਡ ਨੂੰ ਚੱਲ ਪਿਆ। ਕਈ ਥਾਈਂ ਰਾਹ 'ਚ ਖੜਾ, ਪਰ ਅੱਗੇ ਪਿੱਛੇ ਕਿਸੇ ਨਾ ਕਿਸੇ ਨੂੰ ਆਉਂਦਾ ਵੇਖ ਫਿਰ ਤੁਰ ਪਿਆ। ਉਹਦਾ ਦਿਮਾਗ ਕੰਮ ਕਰਨੋਂ ਹਟ ਗਿਆ ਸੀ। ਬਸ ਇੱਕੋ ਸੋਚ ਤੇ ਸੂਈ ਅਟਕੀ ਖੜੀ ਸੀ, ਮੌਤ ਹੀ ਹੱਲ ਹੈ, ਮੌਤ ਹੀ, ਜਿਉਂ ਕਿ ਕੀ ਕਰਨਾ। ਜਿਹਨੂੰ ਪਿਆਰ ਕੀਤਾ ਜਦ ਉਹੀ ਮੂੰਹ ਮੋੜ ਗਈ ਤਾਂ ਹੋਰ ਇੱਥੇ ਹੈ ਹੀ ਕੀ ਆ ਇੱਥੇ? ਤੂੰ ਚੰਗਾ ਨਹੀਂ ਕੀਤਾ ਬਬਲੀ, ਚੰਗਾ ਨਹੀਂ ਕੀਤਾ। ਉਹਨੂੰ ਪਤਾ ਹੀ ਨਹੀਂ ਲੱਗਾ ਉਹ ਕਦ ਭੱਠੇ ਲੰਘ ਆਇਆ। ਉਹਨੇ ਮੋਟਰਸਾਈਕਲ ਰੋਕਿਆ, ਸੜਕ ਦੇ ਇੱਕ ਪਾਸੇ ਘਲਿਆਰ ਦਿੱਤਾ, ਬੈਗ 'ਚੋਂ ਦਵਾਈ ਵਾਲੀ ਸ਼ੀਸ਼ੀ ਕੱਢੀ ਤੇ ਇੱਕ ਟਾਹਲੀ ਦੇ ਮੁੱਢ ਦੀ ਓਟ ਲੈ ਢੱਕਣ ਨੂੰ ਗੇੜਾ ਦਿੱਤਾ, ਪਰ ਖੁੱਲ੍ਹਿਆ ਨਾ। ਉਹਨੇ ਆਪਣੀ ਪੂਰੀ ਵਾਹ ਲਈ, ਢੱਕਣ ਨਾ ਖੁੱਲ੍ਹਿਆ। ਓਹੋ, ਹੁਣ ਮੈਂ ਕੀ ਕਰਾਂ? ਆਖਦਿਆਂ ਮੋਟਰਸਾਈਕਲ ਕੋਲ ਆ ਸ਼ੀਸ਼ੀ ਫੇਰ ਪੈਂਟ ਦੀ ਜੇਬ 'ਚ ਹੀ ਪਾ ਲਈ। ਉਹਦਾ ਦਿਲ ਕਾਹਲਾ ਪੈ ਰਿਹਾ ਸੀ, ਮਰਨ ਲਈ ਕਾਹਲਾ। ਉਹਨੇ ਮੋਟਰਸਾਈਕਲ ਸਟਾਰਟ ਕੀਤਾ, ਪਿੰਡ ਨੂੰ ਚੱਲ ਪਿਆ। ਬਬਲੀ ਵੱਲੋਂ ਬੋਲੇ ਇਹ ਸ਼ਬਦ, ਮੈਨੂੰ ਬਸ ਮੇਰੇ ਹਾਲ 'ਤੇ ਰਹਿਣ ਦਿਓ, ਮੈਨੂੰ ਬਸ ਮੇਰੇ ਹਾਲ 'ਤੇ ਰਹਿਣ ਦਿਓ, ਹਥੌੜੀਆਂ ਬਣ ਦਿਮਾਗ 'ਤੇ ਵੱਜ ਰਹੇ ਸਨ। ਵਿੱਕੀ ਘਰੇ ਆਇਆ, ਮੋਟਰਸਾਈਕਲ ਘਲਿਆਰ ਸਿੱਧਾ ਆਪਣੇ ਦਾਦੇ ਚਰਨ ਵਾਲੀ ਬੈਠਕ ਨੂੰ ਗਿਆ। ਜਸਬੀਰ ਘਰ ਨਹੀਂ ਸੀ, ਆਂਢ ਗੁਆਂਢ ਕਿਸੇ ਦੇ ਘਰ ਗਈ ਹੋਊ। ਗੇਜੋ ਘਰ ਸੀ, ਉਹਦੇ ਹੱਥ ਆਟੇ ਨਾਲ ਲਿਬੜੇ ਸਨ। ਬੋਰੀ 'ਚੋਂ ਕੱਢ ਡਰਮੀ 'ਚ ਆਟਾ ਪਾਉਂਦੀ ਆਈ ਸੀ। ਪਾਣੀ ਲਿਆਵਾਂ? ਪੀਣਾ ਤਾਂ ਚਾਹ ਧਰਦੀਆਂ, ਬਸ ਥੋੜ੍ਹਾ ਜਿਹਾ ਕੰਮ ਆ, ਗੇਜੋ ਨੇ ਆਵਾਜ਼ ਦਿੱਤੀ ਸੀ। ਨਹੀਂ ਮੰਮੀ, ਕਿਸੇ ਚੀਜ਼ ਦੀ ਲੋੜ ਨਹੀਂ, ਆਖ ਵਿੱਕੀ ਨੇ ਬੂਹਾ ਬੰਦ ਕਰ ਲਿਆ, ਪਰ ਕੁੰਡੀ ਨਹੀਂ ਲਾਈ। ਪੈਂਟ ਦੀ ਜੇਬ 'ਚੋਂ ਸ਼ੀਸ਼ੀ ਕੱਢਦਿਆਂ ਹੱਥ ਕੰਬਿਆ। ਉਹਦਾ ਧਿਆਨ ਮੇਜ਼ 'ਤੇ ਪਏ ਨੇਲ ਕਟਰ ਵੱਲ ਗਿਆ ਤੇ ਫਿਰ ਸ਼ੀਸ਼ੀ ਦਾ ਢੱਕਣ ਖੁੱਲ੍ਹਦਿਆਂ ਚਿਰ ਨਹੀਂ ਲੱਗਾ। ਡਰਮੀ 'ਚ ਆਟਾ ਪਾ ਕੇ ਗੇਜੋ ਨੇ ਚਾਹ ਧਰਤੀ। ਅੱਜ ਉਹਦੇ ਅੰਦਰ ਵੀ ਖੋਜ ਹੀ ਪੈ ਰਹੀ ਸੀ, ਕਿਤੇ ਮਨ ਹੀ ਨਹੀਂ ਸੀ ਲੱਗਦਾ। ਫਿਰ ਬੈਠੀ ਨੂੰ ਚੇਤਾ ਆਇਆ ਸੀ, ਬੋਰੀ 'ਚੋਂ ਕੱਢ ਕੇ ਡਰਮੀ 'ਚ ਆਟਾ ਹੀ ਪਾ ਦੇਵੇ, ਕੰਮ ਦੇ ਆਰੇ ਲੱਗ ਦਿਲ ਥਾਵੇਂ ਹੀ ਆਊ। ਅੱਜ ਤਾਂ ਉਹਨੇ ਦੁਪਹਿਰ ਦੀ ਹੁਣ ਤੱਕ ਚਾਹ ਵੀ ਨਹੀਂ ਬਣਾਈ ਸੀ। ਸੋਚਿਆ ਸੀ ਬੇਜੀ ਆਉਣਗੇ ਤਾਂ ਬਣਾਊ। ਬੇਜੀ ਮੁੜੀ ਨਹੀਂ, ਵਿੱਕੀ ਆ ਗਿਆ ਸੀ। ਵਿੱਕੀ ਨੂੰ ਭਾਵੇਂ ਚਾਹ ਨੂੰ ਮਨ੍ਹਾ ਕਰ ਦਿੱਤਾ ਸੀ, ਪਰ ਚਾਹ ਤਾਂ ਬਣਾਉਣੀ ਹੀ ਬਣਾਉਣੀ ਸੀ। ਚਾਹ ਉਹਨੇ ਗਲਾਸਾਂ 'ਚ ਪੁਣੀ ਸੀ ਕਿ ਜਦੋਂ ਜਸਬੀਰ ਬੇਜੀ ਵੀ ਆ ਗਈ। ਆ ਗਿਆ ਵਿੱਕੀ? ਜਸਬੀਰ ਨੇ ਸਾਹਮਣੇ ਮੋਟਰਸਾਈਕਲ ਖੜਾ ਵੇਖ ਪੁੱਛਿਆ ਸੀ। ਨਾਲ ਹੀ ਇਹ ਵੀ ਆਖ ਦਿੱਤਾ ਸੀ, ਮੈਂ ਤਾਂ ਚਾਹ ਪੀ ਆਈ ਹਾਂ ਗੁਰਨਾਮੋ। ਕਿਉਂ? ਜੇ ਲੈਣੀ ਹੋਈ ਝੱਟ ਠਹਿਰ ਕੇ ਭਾਵੇਂ ਲਵਾਂ। ਆਖ ਸਾਹਮਣੇ ਪਈ ਮੰਜੀ 'ਤੇ ਲੰਮੀ ਪੈ ਗਈ। ਗੇਜੋ ਨੇ ਇੱਕ ਗਲਾਸ 'ਚ ਪਾਣੀ ਤੇ ਦੂਜੇ 'ਚ ਚਾਹ ਪਾ ਬੈਠਕ ਦਾ ਰੁੱਖ ਕਰ ਲਿਆ ਤੇ ਬੈਠਕ 'ਚ ਵੜਨ ਸਾਰੀ ਉਹਦੀ ਲੇਰ ਨਿਕਲ ਗਈ ਸੀ। ਆਪਾਂ ਤਾਂ ਪੱਟੇ ਗਏ ਨਹੀਂ ਬੇਜੀ, ਹਾਏ ਵੇ ਡਾਢਿਆ ਰੱਬਾ। ਉਹ ਰੋਂਦੀ ਕੁਰਲਾਉਂਦੀ ਵਿਹੜੇ 'ਚ ਧੜੰਮ ਕਰਕੇ ਡਿੱਗ ਪਈ। ਜਸਬੀਰ ਨੂੰ ਉਹਦੀਆਂ ਆਵਾਜ਼ਾਂ ਸੁਣੀਆਂ ਸਨ ਤਾਂ ਉਹ ਨਹੀਂ ਕੀ ਹੋ ਗਿਆ ਆਖ ਮੰਜੇ ਤੋਂ ਉੱਠੇ ਸੀ। ਵਿਹੜੇ 'ਚ ਆ ਗੇਜੋ ਡਿੱਗੀ ਪਈ ਨੂੰ ਹਲੂਣਿਆ ਸੀ। ਉਸ ਭਾਣੇ ਗੇਜੋ ਨੂੰ ਚੱਕਰ ਆ ਗਿਆ ਸੀ। ਬੇਜੀ, ਵਿੱਕੀ ਜਮਾ ਹੀ ਮਾਰ ਗਿਆ ਆਪਾਂ ਨੂੰ ਤਾਂ, ਜਮਾ ਹੀ। ਆਖ ਗੇਜੋ ਨੇ ਫਿਰ ਧਾਹ ਮਾਰੀ। ਨਹੀਂ ਕੀ ਹੋ ਗਿਆ ਵਿੱਕੀ ਨੂੰ? ਆਖ ਜਸਬੀਰ ਬੈਠਕ ਵੱਲ ਔਲੀ ਸੀ। ਵਿੱਕੀ ਫਰਸ਼ 'ਤੇ ਡਿੱਗਿਆ ਪਿਆ ਸੀ, ਮੂੰਹ 'ਚੋਂ ਝੱਗ ਡਿੱਗ ਰਹੀ ਸੀ। ਜਸਬੀਰ ਨੇ ਹਿੱਕ 'ਤੇ ਹੱਥ ਰੱਖਿਆ, ਨਬਜ਼ਾਂ ਵੇਖੀਆਂ। ਵਿੱਕੀ ਜਿਉਂਦਾ ਸੀ। ਘੋਗੇ ਨੂੰ ਫੋਨ ਲਾ, ਵਿੱਕੀ ਹੈ ਜੇ ਤਾਂ ਉਸ ਕੁੜੀ ਨਾਲ ਹੀ ਕੋਈ ਗੱਲ ਹੋਈ ਹੋਊ। ਖੜਮਿਆ ਇਹ ਤੂੰ ਕੀ ਕੀਤੀ? ਜਸਬੀਰ ਬਾਹਰ ਨੂੰ ਭੱਜੀ। ਗੇਜੋ ਨੇ ਘੋਗੇ ਨੂੰ ਫੋਨ ਲਾ, ਰੋਂਦਿਆਂ ਕੁਰਲਾਉਂਦਿਆਂ ਜਦ ਦੱਸਿਆ ਤਾਂ ਉਸੇ ਵੇਲੇ ਗੱਡੀ ਲੈ ਕੇ ਆ ਗਿਆ। ਹੋਰ ਵੀ ਆਂਢ ਗੁਆਂਢ ਇਕੱਠਾ ਹੋ ਗਿਆ। ਵਿੱਕੀ ਦੀ ਹਾਲਤ ਵਿਗੜਦੀ ਜਾ ਰਹੀ ਸੀ। ਅੱਖਾਂ ਪੱਟਣ ਦੀ ਕੋਸ਼ਿਸ਼ ਕਰਦਾ ਸੀ, ਪਰ ਫਿਰ ਮਿਟ ਜਾਂਦੀਆਂ। ਘੋਗੇ ਨੇ ਦਵਾਈ ਵਾਲੀ ਸ਼ੀਸ਼ੀ ਤੋਂ ਦਵਾਈ ਦਾ ਨਾਂ ਨੋਟ ਕਰ ਲਿਆ ਸੀ। ਪੂਰੀ ਅੱਧੀ ਸ਼ੀਸ਼ੀ ਪੀਤੀ ਸੀ। ਵਿੱਕੀ ਨੂੰ ਉਹ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਲੈ ਆਏ। ਡਾਕਟਰ ਨੇ ਉਸੇ ਵੇਲੇ ਹੱਥ ਪਾ ਲਿਆ। ਕੁਝ ਸਮੇਂ ਬਾਅਦ ਹੀ ਡਾਕਟਰ ਨੇ ਵਿੱਕੀ ਦਾ ਅੰਦਰ ਧੋ ਦਿੱਤਾ, ਸਾਰੀ ਦਵਾਈ ਬਾਹਰ ਕੱਢਤੀ ਤੇ ਆਖਿਆ ਕਿ ਜੇ ਤੁਸੀਂ 5-4 ਮਿੰਟ ਵੀ ਲੇਟ ਹੋ ਜਾਂਦੇ, ਬਚਾਉਣਾ ਮੁਸ਼ਕਲ ਸੀ। ਹੁਣ ਬੇਫਿਕਰ ਹੋ ਜਾਓ। ਵਿੱਕੀ ਦੇ ਗਲੂਕੋਜ਼ ਦੀ ਬੋਤਲ 'ਚ ਕਈ ਟੀਕੇ ਮਿਲਾ ਕੇ ਲਾ ਦਿੱਤੇ। ਜਸਬੀਰ ਤੇ ਗੇਜੋ ਨਿਧਰਿਆਂ ਵਾਂਗ ਬਾਹਰ ਬੈਂਚ 'ਤੇ ਬੈਠੀਆਂ ਸਨ। ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਆਖਰ ਵਿੱਕੀ ਨੇ ਇਹ ਫੈਸਲਾ ਲਿਆ ਤਾਂ ਲਿਆ ਕਿਉਂ। ਤੇਰੇ ਨਾਲ ਹੀ ਤਾਂ ਕੋਈ ਗੱਲ ਨਹੀਂ ਹੋਈ? ਜਸਬੀਰ ਨੇ ਗੇਜੋ ਨੂੰ ਪੁੱਛਿਆ ਸੀ। ਉਹਦੇ ਮਨ 'ਚ ਇਹ ਵੀ ਖੁੜਕ ਰਹੀ ਸੀ ਕਿ ਕਿਤੇ ਗੇਜੋ ਨੇ ਬਬਲੀ ਨੂੰ ਲੈ ਕੇ ਕੋਈ ਸਖਤ ਗੱਲ ਨਾ ਆਖ ਦਿੱਤੀ ਹੋਵੇ। ਨਹੀਂ ਬੇਜੀ, ਮੇਰੇ ਨਾਲ ਤਾਂ ਭੋਰਾ ਭਰ ਵੀ ਗੱਲ ਨਹੀਂ ਹੋਈ। ਮੈਂ ਗੱਲ ਛੇੜਨੀ ਜ਼ਰੂਰ ਸੀ, ਪਰ ਛੇੜੀ ਨਹੀਂ। ਮੈਂ ਪਾਪਣੇ ਇਸੇ ਗੱਲੋਂ ਹੀ ਡਰਦੀ ਸੀ। ਉਹ ਡਰ ਮੂਹਰੇ ਆ ਗਿਆ। ਜ਼ਰੂਰ ਹੀ ਕੋਈ ਬਬਲੀ ਨਾਲ ਗੱਲ ਹੋਈ ਹੋਊ। ਇਹਦੇ ਫੋਨ ਤੋਂ ਬਬਲੀ ਦਾ ਨੰਬਰ ਲਾ, ਜਸਬੀਰ ਨੇ ਆਖਿਆ ਤਾਂ ਗੇਜੋ ਨੇ ਵਿੱਕੀ ਦਾ ਫੋਨ ਜੋ ਉਹਦੇ ਕੋਲ ਹੀ ਸੀ ਤੇ ਗੱਡੀ 'ਚ ਆਉਂਦਿਆਂ ਹੀ ਉਹਦੀ ਜੇਬ 'ਚੋਂ ਕੱਢਿਆ ਸੀ, ਮਿਲਾਇਆ ਤਾਂ ਅੱਗੋਂ ਫੋਨ ਕੱਟ ਦਿੱਤਾ ਗਿਆ। ਫਿਰ ਲਾਇਆ, ਰਿੰਗ ਤਾਂ ਜਾ ਰਹੀ ਸੀ, ਪਰ ਫਿਰ ਕੱਟ ਦਿੱਤਾ। ਜਸਬੀਰ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਜੋ ਵੀ ਗੱਲ ਹੋਈ ਹੈ ਬਬਲੀ ਨਾਲ ਹੀ ਹੋਈ ਹੈ। ਘੋਗਾ ਡਾਕਟਰ ਦੇ ਕਮਰੇ 'ਚੋਂ ਨਿਕਲਿਆ ਸੀ ਤਾਂ ਉਹਨੇ ਦੱਸਿਆ ਸੀ ਕਿ ਵਿੱਕੀ ਨੂੰ ਹੋਸ਼ ਆ ਗਿਆ, ਠੀਕ ਆ ਹੁਣ।
ਮੈਨੂੰ ਫੋਨ ਦਈ ਆਪਦਾ, ਆਖ ਜਸਵੀਰ ਨੇ ਘੋਗੇ ਵੱਲ ਹੱਥ ਵਧਾਇਆ ਤੇ ਘੋਗੇ ਨੇ ਆਪਣਾ ਫੋਨ ਫੜਾਇਆ ਤਾਂ ਜਸਵੀਰ ਨੇ ਗੇਜੋ ਤੋਂ ਨੰਬਰ ਲਾਇਆ ਤਾਂ ਅੱਗੋਂ ਮਰੀ ਜੀ ਆਵਾਜ਼ ਆਈ, ਹੈਲੋ ਬਬਲੀ, ਤੇਰੇ ਨਾਲ ਕੋਈ ਝਗੜਾ ਹੋਇਆ ਸੀ ਵਿੱਕੀ ਦਾ? ਜਸਵੀਰ ਨੇ ਪੁੱਛਿਆ। ਕੌਣ ਬੋਲਦੇ ਹੋ ਤੁਸੀਂ? ਹੈਲੋ, ਹਾਂ ਹਾਂ, ਕੌਣ? ਮੈਂ ਬੇਟੇ ਵਿੱਕੀ ਦੀ ਦਾਦੀ ਜਸਵੀਰ ਬੋਲਦੀ ਹਾਂ। ਸਤਿ ਸ਼੍ਰੀ ਅਕਾਲ ਦਾਦੀ ਜੀ, ਕਿਵੇਂ, ਠੀਕ ਹੋ ਤੁਸੀਂ? ਹੈਲੋ, ਮੈਂ ਜੋ ਪੁੱਛਿਆ ਉਹ ਦੱਸ ਕੁੜੀਏ, ਵਿੱਕੀ ਨਾਲ ਝਗੜਾ ਹੋਇਆ ਤੇਰਾ ਜਾਂ ਕੋਈ ਹੋਰ? ਜੀ ਗੱਲ ਕੀ ਹੈ? ਝਗੜਾ ਤਾਂ ਕੋਈ ਨਹੀਂ ਹੋਇਆ, ਬਸ ਉਹੀ ਕੀ, ਮੈਂ ਵਿਆਹ ਵਾਲੀ ਗੱਲ ਨੂੰ ਲੈ ਕੇ ਆਖਿਆ ਸੀ ਕਿ ਹੁਣ ਨਹੀਂ ਮੇਰੇ ਲਈ ਸੰਭਵ, ਹੋਰ ਕੋਈ ਗੱਲ ਨਹੀਂ ਹੋਈ। ਤੁਹਾਡੀ ਉਹਦੇ ਨਾਲ ਕੋਈ ਗੱਲ ਹੋਈ? ਸਾਡੀ ਉਹਦੇ ਨਾਲ ਕੀ ਗੱਲ ਹੋਣੀ ਸੀ ਕੁੜੀਏ, ਬਰਾੜ ਹਸਪੀਟਲ 'ਚ ਬੋਲਦੀ ਹਾਂ, ਜ਼ਹਿਰ ਪੀ ਗਿਆ ਉਹ। ਨਹੀਂ, ਬਬਲੀ ਦੀ ਚੀਕ ਨਿਕਲ ਗਈ। ਕਿੰਨਾ ਚਿਰ ਉਸ ਤੋਂ ਬੋਲਿਆ ਨਾ ਗਿਆ। ਸਾਡੀ ਤਾਂ ਦੁਨੀਆ ਉਹਦੇ ਨਾਲ ਹੀ, ਉਹਦੀ ਦੁਨੀਆ ਬੀਬਾ ਤੇਰੇ ਦੁਆਲੇ ਘੁੰਮਦੀ ਹੈ। ਜੇ ਹੁਣ ਬਚ ਗਿਆ ਫੇਰ ਦਾ ਨਹੀਂ ਭਰੋਸਾ ਕੀ ਕਰ ਬੈਠੇ। ਮੈਂ ਆਉਣੀ ਆ ਦਾਦੀ, ਆਉਣੀ ਆ ਮੈਂ, ਆਖ ਬਬਲੀ ਨੇ ਫੋਨ ਕੱਟ ਦਿੱਤਾ। ਜਸਵੀਰ ਨੇ ਗੇਜੋ ਵੱਲ ਝਾਕਦਿਆਂ ਆਖਿਆ, ਆਤੀ ਇਹ ਅੰਦਰ ਚੱਲਦੀਆਂ। ਤੇ ਉਹ ਦੋਵੇਂ ਐਮਰਜੈਂਸੀ 'ਚ ਆਈਆਂ ਸਨ ਤਾਂ ਵਿੱਕੀ ਦੇ ਗਲੂਕੋਜ਼ ਦੀ ਬੋਤਲ ਲੱਗੀ ਸੀ। ਇੱਕ ਡਾਕਟਰ ਤੇ ਇੱਕ ਨਰਸ ਉਹਦੇ ਸਰਾਣੇ ਸਨ। ਘੋਗਾ ਵੀ ਬਾਹਰੋਂ ਦਵਾਈਆਂ ਲੈ ਕੇ ਆ ਗਿਆ ਸੀ। ਕਿਵੇਂ ਆ ਹੁਣ ਮਰੀਜ਼ ਦੀ ਹਾਲਤ ਡਾਕਟਰ ਸਾਹਿਬ? ਜਸਵੀਰ ਨੇ ਡਾਕਟਰ ਤੋਂ ਪੁੱਛਿਆ। ਵਿੱਕੀ ਬਿਟਰ ਛੱਤ ਵੱਲ ਵੇਖਣ ਲੱਗ ਪਿਆ ਸੀ। ਹਾਂ, ਕੋਈ ਜਾਨ ਧੋਖਾ ਨਹੀਂ, ਹੁਣ 2 ਦਿਨ ਰੱਖਾਂਗੇ, ਡਾਕਟਰ ਨੇ ਆਖਿਆ ਤੇ ਨਰਸ ਨੂੰ ਕੁਝ ਹਦਾਇਤਾਂ ਦੇ ਐਮਰਜੈਂਸੀ 'ਚੋਂ ਬਾਹਰ ਨਿਕਲ ਗਿਆ। ਉਦੋਂ ਹੀ ਸੋਨੀ ਟਿਪ ਕਰਦੀ ਅੰਦਰ ਆਈ। ਉਹ ਮੈਡੀਕਲ ਹਸਪਤਾਲ 'ਚੋਂ ਆਪਣੀ ਡਿਊਟੀ ਤੋਂ ਫਾਰਗ ਹੋ 2 ਘੰਟੇ ਇਸ ਹਸਪਤਾਲ 'ਚ ਆ ਜਾਂਦੀ ਸੀ। ਉਹਨੇ ਬਗੈਰ ਮਰੀਜ਼ ਵੱਲ ਝਾਕਿਆਂ ਹੀ ਵਾਰਸਾਂ ਨੂੰ ਆਖਿਆ ਸੀ, ਬਾਹਰ ਚਲੋ, ਤੁਸੀਂ ਭੀੜ ਕਿਉਂ? ਤੇ ਉਹਦਾ ਧਿਆਨ ਜਸਵੀਰ ਵੱਲ ਗਿਆ ਤਾਂ ਭੁਚੱਕੀ ਰਹਿ ਗਈ। ਜੀ ਤੁਸੀਂ? ਵਿੱਕੀ ਆ। ਜਸਵੀਰ ਨੇ ਬੈੱਡ ਵੱਲ ਹੱਥ ਕੀਤਾ। ਸੋਨੀ ਕੁਝ ਨਹੀਂ ਬੋਲੀ। ਮਰੀਜ਼ ਕੋਲ ਪੁੱਛਦੀ ਵੀ ਤਾਂ ਕੀ ਪੁੱਛਦੀ। ਉਹਨੇ ਘੋਗੇ ਹੱਥੋਂ ਦਵਾਈਆਂ ਲੈ ਨਜ਼ਰ ਮਾਰੀ ਸੀ, ਫਿਰ 2 ਟੀਕੇ ਕੱਢ ਬੋਤਲ 'ਚ ਮਿਲਾ ਦਿੱਤੇ ਸਨ। ਕਿਵੇਂ, ਹੁਣ ਠੀਕ ਹੋ ਵਿੱਕੀ ਸਾਹਿਬ? ਇਹ ਤੁਸੀਂ ਕੀ ਕੀਤਾ? ਸੋਨੀ ਤੋਂ ਰਿਹਾ ਨਹੀਂ ਗਿਆ ਸੀ। ਵਿੱਕੀ ਨੂੰ ਪੁੱਛੀ ਬੈਠੀ ਸੀ, ਪਰ ਵਿੱਕੀ ਕੁਝ ਨਹੀਂ ਬੋਲਿਆ ਸੀ। ਆਓ ਬਾਹਰ ਬੈਠਦੀਆਂ, ਸੋਨੀ ਨੇ ਇਸ਼ਾਰਾ ਕੀਤਾ। ਉਹ ਬਾਹਰ ਆਈਆਂ ਹੀ ਸਨ ਜਦ ਬਬਲੀ ਮੋਟਰਸਾਈਕਲ ਸਟੈਂਡ ਵੱਲੋਂ ਵਗੀ ਆਉਂਦੀ ਦਿਸੀ ਸੀ। ਬਬਲੀ ਸਿਰਫ 1 ਮਿੰਟ ਲਈ ਉਹਨਾਂ ਕੋਲ ਖੜੀ ਸੀ। ਇੰਨੇ ਵਿੱਚ ਹੀ ਕਈ ਸਟਾਫ ਮੈਂਬਰ ਉਸ ਵੱਲ ਆਉਣੇ ਸਨ, ਪਰ ਉਹ ਸਾਰਿਆਂ ਨੂੰ ਅੱਖੋਂ ਪਰੋਖੀ ਕਰਦੀ ਐਮਰਜੈਂਸੀ ਵੱਲ ਵਧੀ। ਸੱਥ ਵਿੱਚ ਹਰ ਰੋਜ਼ ਦੀ ਤਰ੍ਹਾਂ ਰੌਣਕ ਲੱਗੀ ਸੀ। ਦਲੀਪ ਆਪਣੇ ਘਰ ਵੱਲੋਂ ਆਇਆ ਸੀ ਤਾਂ ਸੱਥ ਵਾਲਿਆਂ ਉਹਨੂੰ ਬੈਠਣ ਵੀ ਨਹੀਂ ਦਿੱਤਾ ਸੀ। ਜਦ ਕਈ ਆਵਾਜ਼ਾਂ ਇਕੱਠੀਆਂ ਨਿਕਲੀਆਂ ਸਨ, ਕੀ ਹਾਲ ਆ ਹੁਣ ਚਰਨ ਦੇ ਪੋਤੇ ਦਾ ਬਈ? ਪਿੰਡ 'ਚ 4 ਦਿਨਾਂ ਤੋਂ ਇਹੋ ਹੀ ਚਰਚਾ ਚੱਲ ਰਹੀ ਸੀ, ਜਿਸ ਦਿਨ ਦੀ ਵਿੱਕੀ ਨੇ ਜ਼ਹਿਰ ਪੀਤੀ ਸੀ। ਕਿਉਂ ਪੀਤੀ ਸੀ ਕਿਸੇ ਨੂੰ ਵੀ ਨਹੀਂ ਸੀ ਪਤਾ। ਦਲੀਪ ਨੂੰ ਵੀ ਅੱਜ ਸਵੇਰੇ ਹੀ ਜਸਵੀਰ ਨੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਸੀ। ਠੀਕ ਆ, ਹੁਣ ਤਾਂ ਮਿਲ ਜਾਊ ਛੁੱਟੀ ਅੱਜ। ਘੋਗਾ ਗਿਆ ਗੱਡੀ ਲੈ ਕੇ, ਆਖ ਦਲੀਪ ਨੇ ਖੰਗੂਰ ਜਿਹੀ ਮਾਰੀ ਸੀ, ਆਪਣਾ ਗਲਾ ਸਾਫ਼ ਕੀਤਾ ਸੀ। ਨਸ਼ੇ ਪੱਤੇ ਤੋਂ ਤਾਂ ਬਚਿਆ ਦੱਸਦੇ ਆ ਹੁਣ। ਇਹ ਸਹੁਰੇ ਨੇ ਕੀ ਕੀਤੀ? ਇੱਕ ਜਣੇ ਦੀ ਆਵਾਜ਼ ਆਈ। ਬਸ ਜਦੋਂ ਦਿਨ ਮਾੜੇ ਹੋਣ, ਦਲੀਪ ਨੇ ਆਖ ਗੱਲ ਘੁੱਟਣੀ ਚਾਹੀ, ਪਰ ਉੱਥੇ ਬੈਠਾ ਇੱਕ ਮੁੰਡਾ ਚੁੱਪ ਨਾ ਰਹਿ ਸਕਿਆ। ਮੇਰੀ ਘੋਗੇ ਨਾਲ ਗੱਲ ਹੋਈ ਸੀ ਫੋਨ ਤੇ। ਅਸਲ 'ਚ ਕਿਸੇ ਕੁੜੀ ਨਾਲ ਪਿਆਰ ਪੂਰ ਦਾ ਚੱਕਰ ਆ। ਕਾਹਦਾ ਲੁਕੋਆ ਹੁਣ? ਅਸਲ 'ਚ ਕੁੜੀ ਵੀ ਉਹੀ ਆ ਜਿਹਨੇ ਨਸੀਬ ਚੰਦ ਠੋਕਿਆ ਸੀ। ਸਹੁਰੀ ਦੇ ਨੂੰ ਇਹ ਕੁੜੀ ਦਿਸੀ ਸੀ। ਕਿੰਨੀਆਂ ਤਾਂ ਅਖਬਾਰਾਂ 'ਚ ਖਬਰਾਂ ਛਪਦੀਆਂ ਰਹੀਆਂ, ਸਰਦਾ ਨਹੀਂ ਸੀ ਉਹ ਤੋਂ ਬਿਨਾਂ। ਇੱਕ ਹੋਰ ਆਵਾਜ਼ ਆਈ, ਆਸ਼ਕਾਂ ਨੂੰ ਮਸ਼ੂਕ ਬਣਾ, ਕੁਛ ਨਹੀਂ ਦੀਦਾ ਹੁੰਦਾ, ਪਿਆਰ ਅੰਨਾ ਹੁੰਦਾ। ਮਸ਼ਹੂਰ ਗੱਲਾਂ। ਚਲੋ ਮੁੰਡੇ ਦੀ ਜਾਨ ਬਚ ਜਾਏ, ਜਣਾ ਬੋਲਿਆ। ਉਦੋਂ ਹੀ ਉਹਨਾਂ ਕੋਲ ਦੀ ਘੋਗੇ ਦੀ ਗੱਡੀ ਲੰਘੀ। ਜਸਵੀਰ ਅਗਲੀ ਸੀਟ ਤੇ ਬੈਠੀ ਦਿਸੀ ਸੀ। ਵਿੱਕੀ ਤੇ ਬਬਲੀ ਮਗਰਲੀ ਸੀਟ ਤੇ ਸਨ। ਕਿਤੇ ਆਹ ਕੁੜੀ ਨਾ ਹੋਵੇ। ਵਿੱਕੀ ਨਾਲ ਜੁੜ ਕੇ ਮਗਰਲੀ ਸੀਟ ਤੇ ਬੈਠੀ ਸੀ। ਓਏ, ਕਿਸੇ ਨੇ ਆਖਿਆ। ਹੋ ਵੀ ਸਕਦਾ ਭਾਈ, ਬੰਦੇ ਦੀ ਜ਼ਿੰਦਗੀ ਨਦੀ ਦੇ ਵਹਿਣ ਦੀ ਤਰ੍ਹਾਂ, ਕਿਧਰੇ ਵਹਾ ਕੇ ਲੈ ਜਾਵੇ, ਕੋਈ ਨਹੀਂ ਜਾਣਦਾ, ਆਖ ਦਲੀਪ ਉੱਠ ਕੇ ਚਰਨ ਕੇ ਘਰ ਵੱਲ ਤੁਰ ਪਿਆ। ਪੱਛਮ 'ਚ ਛਿਪ ਰਹੇ ਸੂਰਜ ਦੀ ਲਿਸ਼ਕੋਰ ਗੁਰਦੁਆਰੇ ਦੇ ਕਲਸ਼ ਦੇ ਪੈਰ ਚਮਕਾਰੇ ਮਾਰ ਰਹੀ ਸੀ। ਧੰਨਵਾਦ।